हाँ जी, सो ਆਪਾਂ ਸਟਾਰਟ ਕਰਦੇ ਹਾਂ ਮੈਡੀਵਲ ਹਿਸਟਰੀ। ਠੀਕ ਆ, ਮੈਂ ਤੁਹਾਨੂੰ ਇੱਕ ਗੱਲ ਦੱਸਦਾ ਕਿ ਹੁਣ ਤੱਕ ਮੈਂ ਮੈਡੀਵਲ ਹਿਸਟਰੀ 'ਚ ਕੀ ਕਵਰ ਕੀਤਾ ਹੋਇਆ ਤਾਂ ਕਿ ਨਾ ਤੁਹਾਡਾ ਸਾਰੇ ਦਾ ਸਾਰਾ ਲਿੰਕ ਜੁੜ ਜੇ। ਬਾਈ ਚਾਂਸ ਕਈ ਵਾਰੀ ਕੀ ਹੁੰਦਾ ਕਿ ਕਿਸੇ ਨੇ ਕਲਾਸਾਂ ਨਹੀਂ ਲਾਈਆਂ ਮੈਡੀਵਲ ਹਿਸਟਰੀ ਦੇ ਇਸ ਪੋਰਸ਼ਨ ਦੀਆਂ। ਪਹਿਲੀ ਗੱਲ, ਇਹ ਮੈਡੀਵਲ ਹਿਸਟਰੀ ਕਿੱਥੇ ਕਿੱਥੇ ਇੰਪੋਰਟੈਂਟ ਆ ਪਹਿਲਾਂ ਤਾਂ ਇਹ ਸਮਝ ਲਈਏ। ਜਦੋਂ ਆਪਾਂ ਗੱਲ ਕਰਦੇ ਹਾਂ ਕਿਸੇ ਸਬਜੈਕਟਿਵ ਪੇਪਰ ਦੀ, ਜਾਣੀ ਕਿ ਮੇਨਸ ਐਂਗਲ ਦੇ ਪੁਆਇੰਟ ਆਫ ਵਿਊ ਨਾਲ, ਤਾਂ ਇਹ ਕਿਤੇ ਵੀ ਨਹੀਂ ਆਉਂਦੀ। ਠੀਕ ਆ, ਕਿਉਂ? ਮੇਨਸ ਦੇ ਚਾਹੇ UPSC ਦਾ ਪੇਪਰ ਆ ਚਾਹੇ PPSC ਦਾ ਪੇਪਰ ਆ, ਉਹ ਐਂਸ਼ੀਐਂਟ ਐਂਡ ਮੈਡੀਵਲ ਕਲਚਰ ਸਿਲੇਬਸ 'ਚ ਆ, ਨਾ ਕਿ ਐਂਸ਼ੀਐਂਟ ਐਂਡ ਮੈਡੀਵਲ ਹਿਸਟਰੀ। ਲੈ ਦੇ ਕੇ ਇੱਕ ਗੱਲ ਸਮਝ ਆ ਗਈ ਕਿ ਰਹਿ ਗਈ ਸਿਰਫ ਆਪਣੇ ਇਹ ਆਬਜੈਕਟਿਵ ਪੇਪਰਾਂ 'ਚ। ਠੀਕ ਆ, ਹੁਣ ਜੇ ਤੁਸੀਂ PCS ਮੇਨਸ ਦੇ ਸਵਾਲ ਦੇਖੋ, ਪਤਾ ਕੀ ਪੁੱਛਣਗੇ ਕਿ ਜੀ ਜਹਾਂਗੀਰ ਦੇ ਵੇਲੇ ਪੇਂਟਿੰਗ ਜਿਹੜੀ ਸੀਗੀ ਉਹਨੂੰ ਐਕਸਪਲੇਨ ਕਰੋ, ਮੁਗਲ ਆਰਕੀਟੈਕਚਰ ਦਾ ਐਕਸਪਲੇਨੇਸ਼ਨ ਦਿਓ। ਠੀਕ ਆ, ਸੰਗਮ ਲਿਟਰੇਚਰ ਤੇ ਨੋਟ ਲਿਖੋ, ਬਸ ਉਹ ਸਿੱਧੀ ਗੱਲ ਆ। ਪਰ ਉਹ ਤਾਂ ਫਿਰ ਕਲਚਰ ਹੋ ਗਿਆ ਨਾ, ਉਹ ਤਾਂ ਇਹਦੇ 'ਚ ਆਈ ਨਹੀਂ। ਇਹ ਆ ਗਈ ਰਾਜੇ ਰਾਣੀਆਂ ਦੀਆਂ ਕਹਾਣੀਆਂ। ਇੱਥੋਂ ਸਾਨੂੰ ਜੇ ਕੋਈ ਮੈਨੂੰ ਕਵੇ ਕਿ ਹਾਂ ਮੈਨੂੰ ਤਾਂ ਜੀ ਐਂਸ਼ੀਐਂਟ ਤੇ ਮੈਡੀਵਲ ਕਲਚਰ ਬੜਾ ਵਧੀਆ ਸਮਝ ਆਉਣਾ ਚਾਹੀਦਾ ਹੈ, ਤੇ ਜੇ ਇਹਨੂੰ ਇਹੀ ਨਹੀਂ ਪਤਾ ਕਿ ਐਂਸ਼ੀਐਂਟ ਤੇ ਮੈਡੀਵਲ 'ਚ ਰਾਜੇ ਰਾਣੀਆਂ ਕਿਹੜੇ ਸੀਗੇ, ਤਾਂ ਫਿਰ ਉਹ ਕਦੇ ਸਮਝ ਨਹੀਂ ਸਕਦਾ। ਗੱਲ ਕਰਦੇ ਹਾਂ ਆਬਜੈਕਟਿਵ ਟਾਈਪ ਪੇਪਰਾਂ ਦੀ, ਜਿੱਥੇ ਐਂਸ਼ੀਐਂਟ ਤੇ ਮੈਡੀਵਲ ਹਿਸਟਰੀ ਸਮੇਂ ਦੇ ਨਾਲ ਇੰਪੋਰਟੈਂਟ ਹੋਣ ਲੱਗ ਪਈ ਹੈ। ਠੀਕ ਆ, ਸਮੇਂ ਦੇ ਨਾਲ ਨਾਲ ਇਹ ਇੰਪੋਰਟੈਂਟ ਹੋਣ ਲੱਗ ਪਈ ਆ। ਉਹ ਹੈਗੇ ਆਪਣੇ PPSC ਦੇ ਪੇਪਰ ਤੇ ਹੋਰ UPSC ਦੇ CDS ਟਾਈਪ, ਉਹਨਾਂ 'ਚ ਤਾਂ ਅੱਜ ਤੱਕ ਚੱਲਦੀ ਰਹੀ ਹੈ ਤੇ ਅੱਗੇ ਵੀ ਚੱਲਦੀ ਰਹਿਣੀ ਆ। ਨਿਸ਼ਾਨਾ ਹੁਣ ਆਪਣਾ ਸਿੱਧਾ ਇੱਥੇ ਰਹਿ ਗਿਆ ਕਿ ਆਪਾਂ ਆਬਜੈਕਟਿਵ ਐਂਗਲ ਤੋਂ ਮੈਡੀਵਲ ਹਿਸਟਰੀ ਕਵਰ ਕਰਨੀ ਹੈ। ਤੇ ਕਿੱਥੋਂ ਸ਼ੁਰੂ ਹੁੰਦੀ ਹੈ ਮੈਡੀਵਲ ਹਿਸਟਰੀ? ਸ਼ੁਰੂ ਹੁੰਦੀ ਆ, ਅੱਜ ਅਸੀਂ ਬੈਠੇ ਹਾਂ 2022 ਈਸਵੀ 'ਚ, ਇਹਨੂੰ ਕਹਿੰਦੇ ਆ 2022 CE। CE ਦਾ ਮਤਲਬ ਹੁੰਦਾ ਕਾਮਨ ਐਰਾ। ਕਾਮਨ ਐਰਾ ਮਤਲਬ ਈਸਾ ਦੇ ਜਨਮ ਤੋਂ ਬਾਅਦ ਵਾਲੇ ਸਾਲ। ਕਿਉਂਕਿ ਅਸਲ 'ਚ ਜਿਸ ਕੈਲੰਡਰ ਨੂੰ ਅਸੀਂ ਪੜ੍ਹ ਰਹੇ ਹਾਂ, ਗੋਰਗੀਅਨ ਕੈਲੰਡਰ, ਇਹ ਕੈਲੰਡਰ ਹੀ ਅੱਜ ਤੋਂ 2022 ਸਾਲ ਪਹਿਲਾਂ ਸ਼ੁਰੂ ਹੋਇਆ। ਉਸ ਤੋਂ ਪਹਿਲਾਂ ਕੈਲੰਡਰ ਨਹੀਂ ਸੀ, ਪਰ ਦੁਨੀਆ ਤਾਂ ਸੀ ਨਾ। ਉਸ ਦੁਨੀਆ ਨੂੰ ਅਸੀਂ ਕਹਿੰਦੇ ਹਾਂ BCE, ਬਿਫੋਰ ਕਾਮਨ ਐਰਾ। ਥੋੜਾ ਸਮਾਂ ਪਹਿਲਾਂ, ਅੱਜ ਤੋਂ 10-15 ਸਾਲ ਪਹਿਲਾਂ, ਇਹ BCE ਤੇ CE ਸ਼ਬਦ ਨਹੀਂ ਸੀ ਵਰਤੇ ਜਾਂਦੇ ਸੀ BC ਤੇ AD, ਬਿਫੋਰ ਕ੍ਰਾਈਸਟ, ਈਸਾ ਤੋਂ ਪੂਰਵ, ਤੇ ਐਨੋ ਡੋਮਿਨੀ, ਈਸਾ ਦੀ ਸਦੀ। ਠੀਕ ਆ, ਪਰ ਇਹ ਦੋਵੇਂ ਸ਼ਬਦ ਅਸੀਂ ਤਾਂ ਐਲੀਮੀਨੇਟ ਕਰਤੇ ਕਿਉਂਕਿ ਇਹ ਧਰਮ ਸਪੈਸੀਫਿਕ ਨੇ, ਕਿਸੇ ਪਰਟੀਕੂਲਰ ਧਰਮ ਦੇ ਨਾਲ ਸੰਬੰਧਿਤ ਨੇ। ਕੈਲੰਡਰ ਤਾਂ ਪੂਰੀ ਦੁਨੀਆ ਦਾ ਸਾਂਝਾ ਹੈ, ਫਿਰ ਇਹ ਧਰਮ ਨਾਲ ਸੰਬੰਧਿਤ ਕਿਉਂ ਰਹਿਣ? ਇਸ ਕਰਕੇ ਅਸੀਂ ਜਿੱਥੇ BC ਸ਼ਬਦ ਵਰਤਦੇ ਸੀ, ਬਿਫੋਰ ਕ੍ਰਾਈਸਟ, ਈਸਾ ਤੋਂ ਪੂਰਵ, ਉੱਥੇ ਵਰਤਦੇ ਹਾਂ ਬਿਫੋਰ ਕਾਮਨ ਐਰਾ, ਕਿ ਆਮ ਸਦੀ ਤੋਂ ਪਿਛਲੀ ਸਦੀ। ਤੇ ਜਿੱਥੇ ਅਸੀਂ ਵਰਤਦੇ ਸੀ ਐਨੋ ਡੋਮਿਨੀ, ਯਾਨੀ ਕਿ ਇਨ ਦਾ ਐਰਾ ਆਫ ਕ੍ਰਾਈਸਟ, ਕਿ ਈਸਾ ਵਾਲੀ ਸਦੀ, ਉੱਥੇ ਅਸੀਂ ਵਰਤਦੇ ਹਾਂ ਆਮ ਸਾਲ ਜਿਹੜਾ ਰੈਗੂਲਰ ਚੱਲ ਰਿਹਾ, ਕਾਮਨ ਐਰਾ। ਸੋ ਅਸੀਂ ਅਸੀਂ ਇਹਨੂੰ ਕਹਿ ਸਕਦੇ ਹਾਂ ਆਮ ਸਦੀ ਤੇ ਪਿਛਲੀ ਸਦੀ। ਹੁਣ ਆਪਾਂ ਇਹਨੂੰ ਕਾਮਨ ਐਰਾ ਤੇ ਬਿਫੋਰ ਕਾਮਨ ਐਰਾ 'ਚ ਹੀ ਕਹਿਣਾ ਹੈ। ਜੇ ਕੋਈ ਮੈਨੂੰ ਗੱਲ ਕਵੇ ਕਿ ਭਾਰਤ ਦਾ ਇਤਿਹਾਸ ਜਿਹੜਾ ਤੁਸੀਂ ਪੜ੍ਹਦੇ ਹੋ ਇਹ ਕਿੱਥੋਂ ਸ਼ੁਰੂ ਹੁੰਦਾ ਹੈ, ਇਹ ਤਕਰੀਬਨ ਸ਼ੁਰੂ ਹੁੰਦੀ ਆ ਹੜੱਪਨ ਸਿਵਿਲਾਈਜੇਸ਼ਨ ਜਿਹੜੀ ਆ, ਤਕਰੀਬਨ ਅੱਜ ਤੋਂ 3500 BC 'ਚ। BCE, ਹੁਣ BC ਨਹੀਂ ਕਹੂੰਗਾ, BCE ਕਹੂੰਗਾ। 3500 BCE ਤੋਂ ਲੈ ਕੇ ਪਿੱਛੇ ਨੂੰ ਆ ਜਾਓ। ਹੁਣ 3500 BCE ਦਾ ਮਤਲਬ ਕੀ ਆ ਭਲਾ? ਈਸਾ ਦੀ ਸਦੀ ਸ਼ੁਰੂ ਹੋਣ ਤੋਂ ਵੀ 3500 ਸਾਲ ਪਿੱਛੇ। ਇਟ ਮੀਨਸ ਜੇ ਮੈਂ ਗੱਲ ਕਰਾਂ ਕਿ ਈਸਾ ਦੀ ਸਦੀ ਸ਼ੁਰੂ ਹੋਣ ਤੋਂ ਵੀ 3500 ਸਾਲ ਪਿੱਛੇ, ਇਹਦਾ ਕੀ ਮਤਲਬ ਕੱਢਿਆ ਜਾਊਗਾ? ਇਹਦਾ ਮਤਲਬ ਬਸ ਇੰਨਾ ਕੱਢਿਆ ਜਾਊਗਾ ਕਿ ਆਹ ਉਹ ਲਾਈਨ ਆ, ਠੀਕ ਆ, ਇਸ ਲਾਈਨ ਦੇ ਉੱਪਰ ਆਹ ਉਹ ਸਦੀ ਆ। ਠੀਕ ਆ, ਇਹ ਇੱਥੇ ਆਪਣਾ ਲਾਈਨ ਖਿੱਚੀ ਗਈ। ਠੀਕ ਆ, ਇੱਧਰ ਨੂੰ ਕੋਈ ਮੈਨੂੰ ਕਵੇ ਕਿ ਇਸ ਪਾਸੇ ਨੂੰ ਕੀ ਹੋ ਰਿਹਾ ਜੀ, ਇਸ ਪਾਸੇ ਨੂੰ ਸਦੀ ਚੱਲ ਰਹੀ ਆ। ਅੱਜ ਕਿੱਥੇ ਖੜੇ ਆ ਅਸੀਂ? ਅੱਜ ਅਸੀਂ ਖੜੇ ਆ ਇੱਥੇ 2022 'ਚ। ਕਿੱਥੇ ਖੜੇ ਆ ਜੀ ਆਪਾਂ? 2000। ਅਸੀਂ ਅੱਜ ਖੜੇ ਆ ਇੱਥੇ 2022 'ਚ। ਠੀਕ ਆ, ਇੱਥੇ ਕੀ ਸੀਗੀ? ਪਹਿਲੀ ਸਦੀ। ਆਹ ਕਿਹੜੀ ਆ ਜੀ? 2022ਵੀਂ ਸਦੀ। ਇਸ ਤੋਂ ਪਿੱਛੇ ਨੂੰ ਕੀ ਕਹਾਣੀ ਸੀ? ਇਸ ਤੋਂ ਪਿੱਛੇ ਨੂੰ ਕਹਾਣੀ ਥੋੜੀ ਜੀ ਉਲਟ ਸੀਗੀ। ਇੱਥੇ ਸੀਗਾ 500 BCE। ਠੀਕ ਆ, ਇੱਥੇ ਸੀਗਾ 1500 BCE। ਠੀਕ ਆ, ਇੱਥੇ ਸੀਗਾ 3500 BCE, ਪਿੱਛੇ ਨੂੰ ਸੀਗਾ ਇੱਥੇ 1 BCE। ਮਤਲਬ ਜੇ ਕੋਈ ਮੈਨੂੰ ਪੁੱਛੇ ਕਿ 3500 BCE, 3500 ਸਾਲ ਪਿੱਛੇ, 3500 BCE ਕਿੰਨੇ ਸਾਲ ਪਿੱਛੇ ਦੀ ਗੱਲ ਆ? 3500 ਸਾਲ ਤੇ ਇੱਥੋਂ ਤੱਕ ਪਹੁੰਚੇ ਆ। 2000 ਸਾਲ ਅਗਲੇ, 2022 ਨੂੰ 2000 ਹੀ ਮੰਨ ਕੇ ਚੱਲੋ। ਕਿੰਨੇ ਸੌ ਸਾਲ? 45 ਗੱਲ ਹੋ ਗਈ ਭਲਾ, 4500 ਸਾਲ ਪੁਰਾਣੀ। ਇਟ ਮੀਨਸ ਭਾਰਤ ਦਾ ਮੋਟਾ ਇਤਿਹਾਸ 4500 ਸਾਲ ਪੁਰਾਣਾ ਕਹਿ ਸਕਦੇ ਆ ਨਾ।
हाँ जी 5000 ਪੁਰਾਣੀ ਸੱਭਿਅਤਾ ਹੈ, ਜਿਸ ਸੱਭਿਅਤਾ 'ਚ ਅਸੀਂ ਰਹਿ ਰਹੇ ਹਾਂ ਤੇ ਕਿਉਂ ਨਾ ਸਾਨੂੰ ਇਹਦੇ ਤੇ ਮਾਣ ਮਹਿਸੂਸ ਹੋਵੇ। ਤਾਂ ਹੁਣ ਤੁਸੀਂ ਆਹ ਦੇਖੋ 3500 BCE ਤੋਂ ਲੈ ਕੇ ਤਕਰੀਬਨ ਨਾ ਕਰਦੇ ਹੋਏ ਇੱਥੋਂ ਤੱਕ ਚੱਲੋ 500 CE, ਇਹੀ ਆ। ਇੱਥੋਂ ਲੈ ਕੇ ਇੱਥੋਂ ਤੱਕ ਦੀ ਸਦੀ ਨੂੰ ਆਪਾਂ ਕਹਿੰਦੇ ਆ ਪ੍ਰਾਚੀਨ ਭਾਰਤ, ਐਂਸ਼ੀਐਂਟ ਹਿਸਟਰੀ। ਇਸ 500 ਤੋਂ ਲੈ ਕੇ ਇੱਥੋਂ ਤੱਕ 1857 ਤੱਕ ਦੀ ਨੂੰ ਕਹਿ ਦਿੰਦੇ ਆ ਮੈਡੀਵਲ ਹਿਸਟਰੀ, ਮੱਧਕਾਲੀਨ ਭਾਰਤ। ਤੇ 1600 ਤੋਂ ਲੈ ਕੇ 1947 ਤੱਕ ਦੀ ਨੂੰ ਕਹਿ ਦਿੰਦੇ ਆ ਮਾਡਰਨ ਹਿਸਟਰੀ। ਓਵਰਲੈਪਿੰਗ ਹੋ ਰਹੀ ਆ ਕਿਤੇ ਨਾ ਕਿਤੇ, ਆਹ ਚੀਜ਼ ਓਵਰਲੈਪ ਕਰ ਗਈ ਤਾਂ ਕਰ ਗਈ, ਆਪਾਂ ਕੀ ਲੈਣਾ ਇਹਦੇ 'ਚ, ਇਹ ਤਾਂ ਕੋਈ ਬਹੁਤ ਵੱਡੀ ਗੱਲ ਨਹੀਂ। ਇਹ ਹੋ ਗਈ ਕਿਹੜੀ ਆਪਣੇ ਕੋਲ ਸਦੀ ਭਲਾ, ਮਤਲਬ ਕਿ ਮਾਡਰਨ ਮੈਡੀਵਲ, ਠੀਕ ਆ। ਤੇ 47 ਤੋਂ ਲੈ ਕੇ 50 ਤੱਕ, ਜਿਹੜੀ 47 ਤੋਂ ਲੈ ਕੇ ਹੁਣ ਤੱਕ ਇਹਨੂੰ ਕਹਿ ਦਿੰਦੇ ਆ ਪੋਸਟ ਇੰਡੀਪੈਂਡੈਂਸ, ਆਜ਼ਾਦੀ ਤੋਂ ਬਾਅਦ ਵਾਲੀ। ਹੁਣ ਕਿੱਥੇ ਆਜ਼ਾਦੀ ਤੋਂ ਬਾਅਦ ਵਾਲੀ ਕਿੱਥੋਂ ਸ਼ੁਰੂ ਹੁੰਦੀ ਆ, ਮੈਡੀਵਲ ਕਿੱਥੇ ਖਤਮ ਹੁੰਦੀ ਆ, ਮਾਡਰਨ ਕਿੱਥੋਂ ਸ਼ੁਰੂ ਹੁੰਦੀ ਆ, ਐਂਸ਼ੀਐਂਟ ਕਿੱਥੇ ਖਤਮ ਹੋਈ, ਕੋਈ ਵੀ ਸਹੀ ਟਾਈਮ ਲਾਈਨ ਨਹੀਂ ਹੈਗੀ। ਆਹ ਦੱਸੋ ਜੀ, ਇਹ ਗੱਲ ਸਮਝ ਆ ਗਈ। ਹੁਣ ਜਿਹੜੀ ਆ ਮੈਡੀਵਲ ਆ 500 ਤੋਂ ਸ਼ੁਰੂ ਹੁੰਦੀ ਹੈ, ਇਸ 500 ਤੋਂ ਲੈ ਕੇ ਤਕਰੀਬਨ 700-800 ਤੱਕ, ਇਸ 500 ਤੋਂ ਲੈ ਕੇ 700 ਤੱਕ ਜਿੱਥੋਂ ਐਂਸ਼ੀਐਂਟ ਖਤਮ ਹੋ ਗਈ ਤੇ ਮੈਡੀਵਲ ਸ਼ੁਰੂ ਨਹੀਂ ਹੋਈ। ਆਹ ਵਾਲਾ ਹਿੱਸਾ ਅਰਲੀ ਮੈਡੀਵਲ ਦਾ ਹੈ, ਠੀਕ ਆ। ਪਹਿਲਾਂ ਵਾਲਾ ਮਤਲਬ ਕਿ ਅਰਲੀ ਵਾਲਾ ਪਹਿਲਾ ਮੱਧਕਾਲੀਨ ਭਾਰਤ, ਠੀਕ ਆ ਨਾ, ਪਹਿਲਾ ਮੱਧਕਾਲੀਨ ਭਾਰਤ। ਇਸ ਸਮੇਂ 'ਚ ਨਾ ਭਾਰਤ ਦੇ ਵਿੱਚ ਕੋਈ ਪ੍ਰੋਪਰ ਰਾਜੇ ਰੂਜੇ ਨਹੀਂ ਸੀਗੇ। ਇੱਥੇ ਨਾ 3-4 ਵੰਸ਼ ਸੀਗੇ ਭਾਰਤ ਦੇ ਵੱਖਰੇ ਇਲਾਕਿਆਂ 'ਚ। ਇਹ ਇਲਾਕਾ ਗੁਰਜਾਰਾ ਪ੍ਰਤੀਹਾਰਾਸ ਦੇ ਕਬਜ਼ੇ 'ਚ ਸੀਗਾ, ਇਹ ਇਲਾਕਾ ਰਾਸ਼ਟਰਕੂਟਾਂ ਦੇ ਕਬਜ਼ੇ 'ਚ ਸੀਗਾ, ਇਹ ਪਾਲਾਸ ਦੇ ਕਬਜ਼ੇ 'ਚ ਸੀਗਾ। ਤਿੰਨਾਂ ਨੇ ਮਿਲ ਕੇ ਕਨੌਜ ਦੀ ਲੜਾਈ ਲੜੀ ਆ, ਇਸ ਇਲਾਕੇ ਦੀ ਕਨੌਜ ਦੀ ਲੜਾਈ, ਜਿਹੜਾ ਅੱਜ ਦੇ ਯੂਪੀ 'ਚ ਆ। ਕਨੌਜ ਨੂੰ ਲੈ ਕੇ ਬੜੀ ਲੜਾਈ ਹੋਈ ਆ, ਉਹਨੂੰ ਕਨੌਜ ਤ੍ਰਿਕੋਣ ਯਾਨੀ ਕਿ ਕਨੌਜ ਟ੍ਰਾਇੰਗਲ ਵੀ ਕਹਿੰਦੇ ਆ। ਜਦੋਂ ਤੁਸੀਂ ਆਪਣਾ ਮੈਡੀਵਲ ਹਿਸਟਰੀ ਦਾ ਫੋਲਡਰ ਖੋਲੋਗੇ ਤਾਂ ਸਭ ਤੋਂ ਪਹਿਲਾਂ ਤੁਹਾਨੂੰ ਮਿਲੂਗਾ ਕਨੌਜ ਟ੍ਰਾਇੰਗਲ, ਤੇ ਉਹਦੇ ਇਰਦ ਗਿਰਦ ਗੁਰਜਾਰਾ ਪ੍ਰਤੀਹਾਰਾਸ, ਥੱਲੇ ਰਾਸ਼ਟਰਕੂਟਾਸ ਤੇ ਇੱਕ ਪਾਸੇ ਕੀ ਭਲਾ ਪਾਲਾਸ। ਤਿੰਨਾਂ ਦੀਆਂ ਲੜਾਈਆਂ, ਤਿੰਨਾਂ ਦੇ ਰਾਜੇ ਤੇ ਰਾਜਿਆਂ ਦੇ ਸਿਰ ਪਾਟਣ ਵਾਲਾ ਯੁੱਗ ਪੂਰਾ। ਫਿਰ ਉਸ ਤੋਂ ਬਾਅਦ 7ਵੀਂ ਸਦੀ ਆ ਜੂਗੀ, 7ਵੀਂ ਸਦੀ ਨਹੀਂ 8ਵੀਂ ਸਦੀ। 8th ਸੈਂਚਰੀ ਦਾ ਕੀ ਮਤਲਬ ਹੁੰਦਾ ਹੈ, ਕਿਸੇ ਨੇ ਮੈਨੂੰ ਪੁੱਛਿਆ ਸੀਗਾ ਕਿ 8th ਸੈਂਚਰੀ ਕੀ ਹੁੰਦੀ ਆ। 700 ਤੋਂ ਸ਼ੁਰੂ ਹੋ ਕੇ 799 ਤੱਕ 8th ਸੈਂਚਰੀ ਹੁੰਦੀ ਆ। 800 ਤੋਂ ਲੈ ਕੇ 899 ਤੱਕ 9ਵੀਂ ਸੈਂਚਰੀ ਹੁੰਦੀ ਆ, ਠੀਕ ਆ ਨਾ। ਸੈਂਚਰੀ ਐਵੇਂ ਬੋਲੀ ਜਾਂਦੀ ਆ, 9ਵੀਂ ਸੈਂਚਰੀ 800 ਤੋਂ ਲੈ ਕੇ 899 ਤੱਕ ਬੋਲੀ ਜਾਂਦੀ ਆ। ਪਰ ਜੇ ਕਿਸੇ ਨੇ ਮੈਨੂੰ ਪੁੱਛਿਆ ਕਿ 60s ਜੇ ਮੈਂ ਗੱਲ, ਇਹ ਤਾਂ ਹੋ ਗਈ ਗੱਲ ਸੈਂਚਰੀ ਦੀ, ਸ਼ਤਕ ਦੀ, ਠੀਕ ਹੈ ਨਾ। ਤੇ ਜੇ ਮੈਂ ਗੱਲ ਕਰਾਂ ਉਹਦੀ ਡੈਕੇਡਸ ਦੀ, ਦਸ਼ਕਾਂ ਦੀ, ਫਿਰ ਉਲਟ ਹੋ ਜਾਂਦਾ ਹੈ। ਜੇ ਕੋਈ ਮੈਨੂੰ ਪੁੱਛੇ ਕਿ 1965, 66, 67 ਤੇ 68, 1964, 65, 66 ਤੇ 67, ਇਹ ਡੈਕੇਡ ਕਿਹੜਾ ਹੈ, ਇਹ ਦਸ਼ਕ ਕਿਹੜਾ ਹੈ? ਫਿਰ ਇਹਨੂੰ 70s ਦਾ ਦਸ਼ਕ ਨਹੀਂ ਕਵਾਂਗੇ। ਡੈਕੇਡਸ ਦੇ ਕੇਸ 'ਚ ਇਹਨੂੰ ਕਿਹੜਾ ਦਸ਼ਕ ਕਹੀਦਾ ਹੈ? 60s ਦਾ ਦਸ਼ਕ। ਮੇਰੀ ਗੱਲ ਸਮਝ ਗਏ? ਜਿਹੜਾ ਬੰਦਾ ਕਵੇ ਕਿ ਮੈਂ 95 ਜਾਂ 96 ਜਾਂ 97 ਬੋਰਨ ਆ, ਤੇ ਉਹਨੂੰ ਆਪਾਂ ਕੀ ਕਵਾਂਗੇ? ਇਹ 90s ਵਾਲਾ ਹੈ। 84, 85, 86, 87 ਇਹ 80s ਵਾਲੇ ਆ। ਆਹ ਗੱਲ ਦੱਸੋ, ਸਮਝ ਆ ਗਈ ਇਹ ਗੱਲ? ਸੋ ਕਹਾਣੀ ਬਹੁਤ ਹੀ ਕਲੀਅਰ ਹੋਣੀ ਚਾਹੀਦੀ ਹੈ, ਸਾਫ਼ ਤੇ ਸਪਸ਼ਟ ਕਿ ਇਹ ਕੀ ਹੈ। ਹੁਣ ਅਰਲੀ ਮੈਡੀਵਲ ਤੋਂ ਬਾਅਦ ਕੀ ਹੁੰਦਾ ਹੈ? ਜਦੋਂ 8th ਸੈਂਚਰੀ ਆਉਂਦੀ ਆ 700 ਤੋਂ ਬਾਅਦ, ਤਾਂ ਭਾਰਤ ਉੱਪਰ ਹੋਣੇ ਸ਼ੁਰੂ ਹੁੰਦੇ ਆ ਮੁਸਲਿਮ ਇਨਵੇਜਨਸ, ਮੁਸਲਮਾਨਾਂ ਦੇ ਹਮਲੇ, ਜਿਹੜੀ ਕਿ ਭਾਰਤ ਦਾ ਹੀ ਇੱਕ ਗਵਾਂਢੀ ਦੇਸ਼ ਆ ਈਰਾਨ, ਤੇ ਉਸ ਤੋਂ ਪਰਲੇ ਪਾਸਿਓਂ ਮੱਕੇ ਮਦੀਨੇ ਵੱਲੋਂ ਆਉਂਦੇ ਆ। ਫਿਰ ਉਸ ਤੋਂ ਬਾਅਦ ਮੈਂ ਇਹ ਪੜਾਉਣਾ ਸ਼ੁਰੂ ਕਰ ਦਿੰਦਾ ਹੁੰਦਾ ਕਿ 700 ਤੋਂ ਲੈ ਕੇ 1050 ਤੱਕ ਭਾਰਤ ਤੇ ਹੋਣਗੇ ਮੁਸਲਿਮ ਇਨਵੇਜਨਸ, ਮੁਸਲਿਮ ਹਮਲੇ। ਉੱਥੇ ਉਸ ਹਮਲਿਆਂ 'ਚ ਮੀਰ ਕਾਸਿਮ ਤੋਂ ਲੈ ਕੇ ਮਹਿਮੂਦ ਗਜਨਵੀ ਤੱਕ ਭਾਰਤ ਤੇ ਆ ਕੇ ਭਾਰਤ 'ਚ ਤਾਨਾਸ਼ਾਹੀ ਕਰਨਗੇ, ਤੇ ਭਾਰਤ ਦੇ ਕਈ ਛੋਟੇ ਛੋਟੇ ਹਿੰਦੂ ਸ਼ਾਹੀ ਵੰਸ਼ ਵਰਗੇ ਕਈ ਡਾਇਨੈਸਟੀਜ਼ ਨੂੰ ਤਬਾਹ ਕਰਨਗੇ। 1150 ਤੇ ਆ ਜਾਓ, ਸਿੱਧਾ 12ਵੀਂ ਸੈਂਚਰੀ 'ਚ। 1150 ਤੋਂ ਲੈ ਕੇ 1200 ਦੇ ਵਿੱਚ ਕਿੰਨੇ ਸਾਲ ਹੋਏ ਭਲਾ? 50 ਸਾਲ। 1150 ਤੋਂ ਲੈ ਕੇ 1200 ਦੇ ਵਿੱਚ ਇੰਡੀਆ 'ਚ ਆਊਗਾ ਮੁਹੰਮਦ ਗੌਰੀ। ਇਹ ਵੀ ਇੱਕ ਮੁਸਲਿਮ ਇਨਵੇਡਰ ਹੋਊਗਾ, ਮੁਸਲਿਮ ਹਮਲਾਵਰ ਹੋਊਗਾ, ਪਰ ਇਹ ਭਾਰਤ ਤੇ ਹਮਲਾ ਕਰੂਗਾ ਭਾਰਤ 'ਚ ਪੱਕਾ ਰਹਿਣ ਵਾਸਤੇ। 1200 ਤੱਕ ਜਾਂਦੇ ਜਾਂਦੇ ਇਹ ਭਾਰਤ ਤੇ ਆਪਣੀ ਅੜੀ ਪਗਾ ਲੂਗਾ, ਤੇ ਇੰਡੀਆ ਦੇ ਲੋਕਲ ਰਾਜੇ ਜਿਹੜੇ ਸੀਗੇ ਉਹਨਾਂ ਨੂੰ ਖਤਮ ਕਰਦਾ ਕਰਦਾ ਭਾਰਤ 'ਚ ਦਿੱਲੀ ਸਲਤਨਤ ਦਾ ਰਾਜ ਲੈ ਕੇ ਆਊਗਾ। ਸਲਤਨਤ ਸ਼ਬਦ ਉੱਥੋਂ ਆਇਆ ਜਿੱਥੋਂ ਦਾ ਖੁਦ ਆਪ ਸੀਗਾ। ਉੱਥੇ ਵੰਸ਼, ਰਾਜੇ, ਮਹਾਰਾਜਾ ਸ਼ਬਦ ਨਹੀਂ ਸੀ ਵਰਤਿਆ ਜਾਂਦਾ, ਉੱਥੇ ਵਰਤਿਆ ਜਾਂਦਾ ਸੀ ਟਰਕਿਸ਼ ਇਲਾਕਿਆਂ 'ਚ ਸੁਲਤਾਨ। ਇਸ ਕਰਕੇ ਦਿੱਲੀ 'ਚ ਸਲਤਨਤ ਦੀ ਸ਼ੁਰੂਆਤ ਹੁੰਦੀ ਆ 1206 'ਚ।
ਉਹ ਆਪਣੇ ਗੁਲਾਮਾਂ ਦੇ ਥਰੂ ਇੱਥੇ ਰਾਜ ਕਰਨ ਦੀ ਕੋਸ਼ਿਸ਼ ਕਰੂਗਾ ਤੇ ਦਿੱਲੀ ਸਲਤਨਤ 1206 ਤੋਂ 1206 ਤੋਂ ਲੈ ਕੇ 1526 ਤੱਕ ਰਹੂਗੀ ਭਾਰਤ 'ਚ। ਦਿੱਲੀ ਸਲਤਨਤ ਦੇ ਵਿੱਚ ਵੀ ਕੋਈ ਇੱਕ ਡਾਇਨੈਸਟੀ, ਇੱਕ ਵੰਸ਼ ਰਾਜ ਨਹੀਂ ਕਰੂਗਾ। 1206 ਤੋਂ ਲੈ ਕੇ 1526 ਤੱਕ ਤੁਹਾਨੂੰ ਕਈ ਵੰਸ਼ ਮਿਲਣਗੇ, ਜਿਵੇਂ 1206 ਤੋਂ ਲੈ ਕੇ 1296, 1206 ਤੋਂ ਲੈ ਕੇ 1296 1296 ਤੱਕ, ਠੀਕ ਆ। ਤੁਹਾਨੂੰ ਮਿਲੂਗੇ ਗੁਲਾਮ ਵੰਸ਼, ਸਲੇਵ ਡਾਇਨੈਸਟੀ। ਹੈ ਤਾਂ ਉਹ ਗੁਲਾਮ ਸੀਗੇ ਪਰ ਆਪਣੇ ਆਪ ਨੂੰ ਕੋਈ ਇਲਬਰੀ ਦੱਸਦਾ ਸੀ, ਕੋਈ ਫਲਾਣਾ ਦਾ ਘੈਂਟ ਘੈਂਟ ਦੱਸਦੇ ਸੀ ਸਾਰੇ। ਸੋ ਇਹ ਗੁਲਾਮ ਵੰਸ਼ ਹੀ ਇਹਨਾਂ ਦਾ। 1296 ਤੋਂ ਲੈ ਕੇ 1320, 1296 ਤੋਂ ਲੈ ਕੇ 1320 ਤੱਕ ਖਿਲਜੀ ਡਾਇਨੈਸਟੀ। 1320 ਤੋਂ ਲੈ ਕੇ 1414 ਤੱਕ, ਕਦੋਂ ਤੱਕ? 1414 ਤੱਕ ਤੁਗਲਕ ਸੌਣਗੇ। 1320 ਤੋਂ ਲੈ ਕੇ 1414 ਤੱਕ ਤੁਗਲਕ ਸੌਣਗੇ। ਤੁਹਾਡੇ ਜੋ ਜਿਹੜੇ ਕਰੰਟ ਅਫੇਅਰਸ ਦੀਆਂ ਦੇ ਜਿਹੜੇ PCS ਮੇਨਸ ਵਾਲੇ ਆ ਜਾਂ ਹਾਈ ਲੈਵਲ PPSC ਵਾਲੇ ਆ, ਜਿਨ੍ਹਾਂ ਕੋਲ ਇਹ ਕੋਰਸ ਹੈਗੇ ਆ, ਠੀਕ ਹੈ, ਜਿਹਦੇ 'ਚ ਕਰੰਟ ਅਫੇਅਰਸ ਚੱਲਦੇ ਆ, ਇੱਕ ਤਾਂ ਲੈਵਲ 1 ਦੇ ਕਰੰਟ ਅਫੇਅਰਸ ਤਾਂ ਸਭ ਨੂੰ ਹੀ ਮਿਲਣਗੇ। ਜਿਹੜੇ ਲੈਵਲ 2 ਵਾਲੇ ਆ ਉਹਨਾਂ ਨੂੰ ਮੇਰੀ ਇੱਕ ਨੇਕ ਸਲਾਹ ਹੈ ਕਿ ਉਹ ਆਪਣੇ ਕਰੰਟ ਅਫੇਅਰਸ ਤਾਂ ਕਦੇ ਵੀ ਇਗਨੋਰ ਨਾ ਕਰਨ, ਠੀਕ ਆ। ਕਿਉਂਕਿ ਕਰੰਟ ਅਫੇਅਰਸ ਦੀ ਵੀਡੀਓਜ਼ ਜਿਹੜੀਆਂ ਨੇ ਨਾ, ਉਹ ਕਿਸੇ ਪਰਟੀਕੂਲਰ ਇੰਟੈਂਸ਼ਨਸ ਨਾਲ ਬਣਾਈਆਂ ਜਾ ਰਹੀਆਂ। ਉਹਦੇ 'ਚ ਕਿਤੇ ਜਿੱਥੇ ਵੀ ਕੋਈ ਹਿਸਟਰੀ ਦੀ ਗੱਲ ਆਉਂਦੀ ਆ, ਹਿਸਟਰੀ ਛੇੜ ਲਈ ਜਾਂਦੀ ਆ। ਜਿੱਥੇ ਕੋਈ ਜੋਗਰਾਫੀ ਦੀ ਗੱਲ ਆਉਂਦੀ ਆ ਤਾਂ ਜੋਗਰਾਫੀ ਛੇੜ ਲਈ ਜਾਂਦੀ ਹੈ, ਕਿਉਂਕਿ ਮੈਂ ਉਹਦੇ 'ਚ ਬਹੁਤ ਕੁਝ ਐਲੈਬੋਰੇਟ ਕਰਨਾ ਚਾਹੁੰਦਾ। ਸੋ ਉਹਦੇ 'ਚ ਵੀ ਮੈਂ ਜ਼ਿਕਰ ਕੀਤਾ ਸੀ ਕੱਲ ਪਰਸੋਂ ਦੇ ਲੈਕਚਰ 'ਚ, ਇੱਕ 'ਚ ਮੁਹੰਮਦ ਬਿਨ ਤੁਗਲਕ ਦਾ, ਜਦੋਂ ਬਾਹਮਣੀ ਤੇ ਇੱਕ ਹੰਪੀ ਤੇ ਇੱਕ ਖੁਜਰਾਹੋ ਦੇ ਮੰਦਿਰ ਜਿਹੜੇ ਆ ਨਾ, ਕਿਸੇ ਨਾ ਕਿਸੇ ਕਰੰਟ ਅਫੇਅਰਸ 'ਚ ਖਬਰਾਂ 'ਚ ਆਏ ਸੀ, ਤਾਂ ਉੱਥੇ ਜਾ ਕੇ ਮੈਂ ਦੱਸਿਆ ਸੀਗਾ ਕਿ ਦਿੱਲੀ ਸਲਤਨਤ ਐਵੇਂ ਦੀ ਆ। ਸੋ ਦਿੱਲੀ ਸਲਤਨਤ 1414 ਤੱਕ ਰਹਿੰਦੀ ਹੈ ਤੁਗਲਕਸ ਦੇ ਕੰਟਰੋਲ 'ਚ। 1414 ਤੋਂ ਲੈ ਕੇ 1451 ਤੱਕ ਸੈਯਦਸ ਦੇ ਕੰਟਰੋਲ 'ਚ। ਕਿਹਨਾਂ ਦੇ ਕੰਟਰੋਲ 'ਚ? ਸੈਯਦਸ। ਤੇ 1451 ਤੋਂ ਲੈ ਕੇ 1526 ਤੱਕ ਇਹ ਸਲਤਨਤ ਰਹਿੰਦੀ ਆ ਲੋਧੀਆਂ ਦੇ ਕੰਟਰੋਲ 'ਚ। ਕਿਹਨਾਂ ਦੇ ਕੰਟਰੋਲ 'ਚ? ਲੋਧੀਜ਼ ਦੇ, ਜਿਨ੍ਹਾਂ ਦੇ ਵਿੱਚ ਬਹਿਰੇਮ ਲੋਧੀ ਆਪਣਾ ਆ ਗਿਆ, ਠੀਕ ਹੈ ਨਾ, ਤੇ ਇੱਕ ਆ ਗਿਆ ਆਪਣੇ ਕੋਲ ਸਿਕੰਦਰ ਲੋਧੀ, ਤੇ ਫਿਰ ਉਸ ਤੋਂ ਬਾਅਦ ਆ ਗਿਆ ਆਪਣੇ ਕੋਲ ਇਬਰਾਹਿਮ ਲੋਧੀ। ਫਿਰ ਇਹ ਦਿੱਲੀ ਸਲਤਨਤ ਦਾ ਵੰਸ਼ ਖਤਮ ਹੁੰਦਾ ਹੈ 1526 'ਚ ਜਾ ਕੇ, ਜਦੋਂ ਅਫਗਾਨਿਸਤਾਨ ਦੀ ਧਰਤੀ ਵੱਲੋਂ ਇੱਕ ਉਜ਼ਬੇਕ ਬਾਬਰ ਨਾਮ ਦਾ ਸ਼ਖਸ ਆਉਂਦਾ ਹੈ। ਉਹ ਇਸ ਦਿੱਲੀ ਸਲਤਨਤ ਦੇ ਅਖੀਰਲੇ ਰਾਜੇ, ਨਾਮ ਕੀ ਸੀਗਾ? ਇਬਰਾਹਿਮ ਲੋਧੀ, ਉਹਨੂੰ ਪਾਣੀਪਤ ਦੇ ਮੈਦਾਨ 'ਚ ਹਰਾਉਂਦਾ ਹੈ, ਠੀਕ ਆ। ਪਾਣੀਪਤ ਜਿਹੜਾ ਕਿ ਦਿੱਲੀ ਦੇ ਬਿਲਕੁਲ ਨੇੜੇ ਹੋਣ ਕਰਕੇ ਨਾ ਹਮਲੇ ਵਾਸਤੇ ਉਸੇ ਜਗ੍ਹਾ ਨੂੰ ਚੁਣ ਲਿਆ ਜਾਂਦਾ ਸੀਗਾ, ਠੀਕ ਆ, ਬਿਕੋਜ਼ ਸਟ੍ਰੈਟੇਜਿਕਲੀ ਬਹੁਤ ਵਧੀਆ ਜਗ੍ਹਾ ਸੀਗੀ। ਸੋ ਉੱਥੇ ਬੜੇ ਜ਼ਬਰਦਸਤ ਹਮਲੇ ਹੋਏ ਆ। ਪਾਣੀਪਤ ਦੀਆਂ ਤੇ ਖੁਦ 3 ਲੜਾਈਆਂ ਲੜੀਆਂ ਗਈਆਂ ਉੱਥੇ, ਠੀਕ ਆ। ਸੋ ਉੱਥੇ ਜ਼ਬਰਦਸਤ ਹਮਲਾ ਹੁੰਦਾ ਹੈ। ਉਸ ਲੜਾਈ 'ਚ 1526 ਦੀ ਉਸ ਲੜਾਈ 'ਚ, ਪਾਣੀਪਤ ਦੀ ਲੜਾਈ 'ਚ, ਬਾਬਰ ਜਿਹੜਾ ਸੀਗਾ, ਪਾਣੀਪਤ ਦੀ ਉਹ ਪਹਿਲੀ ਲੜਾਈ ਹੈ ਇਤਿਹਾਸ ਦੀ। ਉਸ ਲੜਾਈ 'ਚ ਇੱਕ ਸ਼ਖਸ ਜਿਹੜਾ ਕਿ ਮਤਲਬ ਆਪਣੇ ਆਪ ਨੂੰ 2 ਰਾਜਿਆਂ ਦਾ ਵਾਰਸ ਦੱਸਦਾ ਸੀਗਾ ਕਿ ਬਈ ਇੱਕ ਪਾਸਿਓਂ ਮਾਂ ਵਾਲੇ ਪਾਸਿਓਂ ਮੈਂ ਚੰਗੇਜ਼ ਖਾਨ ਦੇ ਪਰਿਵਾਰ 'ਚੋਂ ਆ, ਜਿਹੜਾ ਕਿ ਮੰਗੋਲੀਆ ਦਾ ਬੜਾ ਤਗੜਾ ਰਾਜਾ ਸੀ 13ਵੀਂ ਸਦੀ ਦਾ, 1200 ਸਮਥਿੰਗ, 1220 1230। ਤੇ ਇੱਕ ਉਹ ਦੱਸਦਾ ਸੀ ਪਿਓ ਵਾਲੇ ਪਾਸਿਓਂ ਆਪਣੇ ਆਪ ਨੂੰ ਤੈਮੂਰ ਦੇ ਖਾਨਦਾਨ 'ਚੋਂ, ਜਿਹੜਾ ਕਿ 14ਵੀਂ ਸਦੀ ਦੇ ਐਂਡ 'ਚ 1390 1395 ਦੇ ਅਰਾਊਂਡ ਦਾ ਬੜਾ ਖਤਰਨਾਕ ਰਾਜਾ ਸੀ, ਠੀਕ ਆ। ਉਸੇ ਇਲਾਕੇ ਦਾ ਹੀ, ਸੈਂਟਰਲ ਏਸ਼ੀਆ ਦਾ, ਮੱਧ ਏਸ਼ੀਆ ਦਾ। ਇਹ ਆਪਣੇ ਆਪ ਨੂੰ ਦੋਵਾਂ ਦੇ ਵੰਸ਼ 'ਚੋਂ ਦੱਸਦਾ ਸੀ। ਤਾਂ ਇਹ ਸ਼ਖਸ ਜਿਹੜਾ ਹੈ ਤੈਮੂਰ ਤੇ ਚੰਗੇਜ਼ ਖਾਨ, ਇਹਨਾਂ ਬਾਰੇ ਮੈਂ ਦਿੱਲੀ ਸਲਤਨਤ ਦੇ ਵੇਲੇ ਪੜ੍ਹਾਇਆ ਹੋਇਆ ਹੈ। ਸੋ ਇਹਦਾ ਮਤਲਬ ਜੇ ਤੁਸੀਂ ਮੁਗਲਸ ਦੀ ਹਿਸਟਰੀ ਸ਼ੁਰੂ ਕਰਦੇ ਹੋ ਤਾਂ ਇਸ ਤੋਂ ਪਹਿਲਾਂ ਤੁਹਾਡੀ ਸਮਝ ਕੀ ਹੋਣੀ ਚਾਹੀਦੀ ਆ? 7ਵੀਂ ਸਦੀ ਦਾ ਭਾਰਤ, 7ਵੀਂ 8ਵੀਂ ਸਦੀ ਦੀ ਅਰਲੀ ਮੈਡੀਵਲ, ਜਿਹਦੇ 'ਚ ਗੁਰਜਾਰਾ, ਪ੍ਰਤੀਹਾਰਾਸ ਤੇ ਪਾਲਾਸ ਦੀ ਲੜਾਈ, ਤੇ ਕਿੱਥੋਂ ਦਾ ਤ੍ਰਿਕੋਣ? ਕਨੌਜ ਟ੍ਰਾਇੰਗਲ। ਇਸ ਤੋਂ ਬਾਅਦ ਮੁਸਲਿਮ ਇਨਵੇਜਨਸ, ਗਜਨੀ, ਕਾਸਿਮ, ਗੌਰੀ। ਉਸ ਤੋਂ ਬਾਅਦ ਦਿੱਲੀ ਸਲਤਨਤ 1226 ਤੋਂ ਲੈ ਕੇ 1206 ਤੋਂ ਲੈ ਕੇ 1526 ਤੱਕ, 1526 ਤੱਕ। ਐਟ ਦੀ ਐਂਡ ਫਿਰ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ 1526 ਤੋਂ ਬਾਅਦ, ਫਿਰ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ 1526 ਤੋਂ ਬਾਅਦ ਦੇ ਮੁਗਲ ਸ਼ਾਸਕ, ਠੀਕ ਆ। ਹੁਣ 1526 ਤੋਂ ਬਾਅਦ ਦੇ ਮੁਗਲ ਸ਼ਾਸਕ ਜਿਹੜੇ ਆ, ਜਿਨ੍ਹਾਂ 'ਚ ਪਹਿਲਾ ਕੌਣ ਸੀਗਾ? ਬਾਬਰ। ਮੁਗਲ ਆਪਣੇ ਆਪ ਨੂੰ ਕਿਉਂ ਦੱਸਦਾ ਸੀ? ਇਹ ਕਹਿੰਦਾ ਸੀ ਮੈਂ ਮਾਂ ਵਾਲੀ ਸਾਈਡ ਤੋਂ ਚੰਗੇਜ਼ ਖਾਨ ਦਾ ਵਾਰਸ ਹਾਂ, ਤੇ ਚੰਗੇਜ਼ ਖਾਨ ਸੀ ਮੰਗੋਲੀਆ ਦਾ, ਤੇ ਮੰਗੋਲੀਆ ਦੇ ਮੁਸਲਿਮ ਆਪਣੇ ਆਪ ਨੂੰ ਮੁਗਲ ਕਹਿੰਦੇ ਸੀ ਕਿਉਂਕਿ ਮੰਗੋਲੀਆ ਦੇ ਸੀਗੇ। ਉੱਥੋਂ ਨਾਮ ਪਿਆ ਮੁਗਲਸ। ਮੁਗਲ ਹੋਣਾ ਕੋਈ ਮੁਸਲਿਮ ਹੋਣਾ ਨਹੀਂਗਾ, ਮੁਗਲ ਹੋਣਾ ਮਤਲਬ ਮੰਗੋਲੀਆ ਦੇ ਨੇੜੇ ਦੇ ਏਰੀਏ ਦਾ ਹੋਣਾ।
ਹਾਂ, ਮੰਗੋਲੀਆ ਦੇ ਮੁਸਲਿਮਸ ਆਪਣੇ ਆਪ ਨੂੰ ਮੁਗਲ ਕਹਿੰਦੇ ਸੀ। ਸੋ ਬਾਬਰ ਪਹਿਲਾ ਮੁਗਲ ਰਾਜਾ ਸੀ ਜਿਹੜਾ ਭਾਰਤ 'ਚ 1526 'ਚ ਹਮਲਾ ਕਰਦਾ ਹੈ, ਤੇ ਫਿਰ ਬਾਬਰ ਦਾ ਵੰਸ਼ ਭਾਰਤ 'ਚ ਚੱਲਦਾ ਹੈ 1526 1526 ਤੋਂ ਲੈ ਕੇ 1856 57 ਤੱਕ 1857 ਤੱਕ। 1526 ਤੋਂ ਲੈ ਕੇ 1857 ਤੱਕ ਜਦੋਂ ਮੁਗਲਾਂ ਦਾ ਰਾਜ ਸੀਗਾ, ਮੁਗਲਾਂ ਨੇ ਬਹੁਤ ਦੌਰ ਦੇਖੇ ਆ। ਮੋਟੇ ਤੌਰ ਤੇ ਦੋ ਹੀ ਦੌਰ ਦੇਖੇ ਆ, ਇੱਕ ਤਾਕਤਵਰ ਮੁਗਲਾਂ ਦਾ ਦੌਰ, ਮਜ਼ਬੂਤ ਮੁਗਲਾਂ ਦਾ ਦੌਰ, ਇੱਕ ਕਮਜ਼ੋਰ ਮੁਗਲਾਂ ਦਾ ਦੌਰ। ਜਿਹੜਾ ਤਾਕਤਵਰ ਮੁਗਲਾਂ ਦਾ ਦੌਰ ਆ ਉਹ ਹੈਗਾ 1526 ਤੋਂ ਲੈ ਕੇ 1707 ਤੱਕ, ਤੇ ਇੱਕ ਕਮਜ਼ੋਰ ਮੁਗਲਾਂ ਦਾ ਦੌਰ 1707 ਤੋਂ ਲੈ ਕੇ 1857 ਤੱਕ 1857 ਤੱਕ। ਆ ਕਹਾਣੀ ਸਮਝ ਆ ਗਈ। ਸੋ ਇਸ ਕਹਾਣੀ ਨੂੰ ਸਮਝਣ ਤੋਂ ਬਾਅਦ ਹੁਣ ਚੱਲਦੇ ਹਾਂ ਜੀ ਆਪਾਂ ਆਪਣੀ ਸਟੋਰੀ ਤੇ, ਜਿਹੜੀ ਆਪਾਂ ਨੂੰ ਪੜ੍ਹਨੀ ਪੈਣੀ ਆ। ਲਓ ਜੀ, ਮੁਗਲ ਅੰਪਾਇਰ ਬਾਰੇ ਆਪਾਂ ਨੂੰ ਥੋੜਾ ਆਈਡੀਆ ਤੇ ਹੋ ਗਿਆ, ਤੇ ਸਾਨੂੰ ਇਹ ਵੀ ਪਤਾ ਲੱਗ ਗਿਆ ਕਿ 7ਵੀਂ ਸਦੀ ਤੋਂ ਲੈ ਕੇ 15ਵੀਂ 16ਵੀਂ ਸਦੀ ਤੱਕ ਸਾਨੂੰ ਆਉਣਾ ਪਊਗਾ। ਉਸ ਤੋਂ ਬਾਅਦ ਆਹ ਮੁਗਲ ਅੰਪਾਇਰ ਆ, ਠੀਕ। ਜਿਹੜੇ PCS ਵਗੈਰਾ ਦੀ ਤਿਆਰੀ 'ਚ ਜ਼ਿਆਦਾ ਰੁੱਝੇ ਹੋਏ ਆ ਉਹਨਾਂ ਵਾਸਤੇ ਇਹ ਚੀਜ਼ ਬਹੁਤ ਜ਼ਰੂਰੀ ਆ। ਹਾਂ, ਉਹ ਇਹ ਗੱਲ ਸਮਝਣ ਕਿ ਇੱਥੇ ਸਪੋਜ਼ ਕਰੋ, ਮੈਂ ਇੱਕ ਗੱਲ ਦੱਸਦਾ, ਮਨਸਬਦਾਰੀ ਸਿਸਟਮ ਹੋ ਗਿਆ, ਠੀਕ ਆ, ਜਾਂ ਕੋਈ ਵੀ ਮਤਲਬ ਕਿ ਮਨਸਬਦਾਰੀ ਸਿਸਟਮ ਹੋ ਗਿਆ, ਜਾਂ ਲੈਂਡ ਰੈਵਨਿਊ ਦਾ ਕੋਈ ਸਿਸਟਮ ਹੋ ਗਿਆ, ਠੀਕ ਆ। ਇੱਥੇ ਤਾਂ ਮੈਂ ਉਹਨੂੰ ਆਬਜੈਕਟਿਵ ਓਰੀਐਂਟਡ ਦੱਸੂਗਾ, ਪਰ ਜਦੋਂ ਆਪਾਂ ਉਹਨੂੰ ਡਿਟੇਲ 'ਚ ਪੜਾਂਗੇ ਤਾਂ ਉਦੋਂ ਆਪਾਂ ਉਹਨੂੰ ਇਸ ਤਰੀਕੇ ਨਾਲ ਪੜਾਂਗੇ ਕਿ ਆਪਣੀ ਕੋਈ ਚੀਜ਼ ਖੁੰਝ ਨਾ ਜਾਵੇ। ਇਹਦਾ ਮਤਲਬ ਮਨਸਬਦਾਰੀ ਸਿਸਟਮ ਬਾਰੇ ਤੁਹਾਨੂੰ ਇੱਥੇ ਵੀ ਪੜ੍ਹਨਾ ਪਊਗਾ, ਤੇ ਮੇਨਸ ਦੀ ਕਲਾਸ 'ਚੋਂ ਕਲਚਰ 'ਚ ਪੜ੍ਹਿਆ ਜਾਊਗਾ। ਪਰ ਉੱਥੇ ਮੈਂ ਆਹ ਕਹਾਣੀ ਨਹੀਂ ਸੁਣੀ ਕਿ ਰਾਜਾ ਸੀ ਰਾਣੀ ਸੀ, ਉੱਥੇ ਤਾਂ ਸਿੱਧਾ ਕਿ ਆ ਮੰਦਰ ਆ ਗਏ ਆ ਉਸ ਟਾਈਮ ਦਾ ਰੈਵਨਿਊ ਸਿਸਟਮ ਸੀ, ਇਹ ਉਸ ਟਾਈਮ ਦਾ ਆਹ ਸਿਸਟਮ ਸੀ। ਉੱਥੇ ਮੈਂ ਸਿਸਟਮ ਬਣਾਉਣੇ ਆ, ਰਾਜੇ ਰਾਣੀਆਂ ਦੇ ਨਾਮ ਨਹੀਂ ਦੱਸਣੇ। ਇੱਥੇ ਮੈਂ ਰਾਜੇ ਰਾਣੀਆਂ ਦੇ ਨਾਮਾਂ ਤੇ ਜ਼ਿਆਦਾ ਫੋਕਸ ਕਰਨਾ ਹੈ। ਇੱਥੇ ਸਿਸਟਮ ਉਹਨਾਂ ਰਾਜੇ ਰਾਣੀਆਂ ਦੇ ਵਿੱਚ ਹੀ ਫਿੱਟ ਕਰਕੇ ਦੱਸੇ ਜਾਣਗੇ ਬਸ, ਠੀਕ ਆ। ਇਹ ਹੁੰਦਾ ਏ ਇੱਕ PPSC ਦੇ ਛੋਟੇ ਪੇਪਰ ਨੂੰ ਟਾਰਗੇਟ ਕਰਨਾ ਤੇ ਡਿਟੇਲ ਟਾਈਪ 'ਚ ਪੇਪਰ ਨੂੰ ਟਾਰਗੇਟ ਕਰਨਾ, ਠੀਕ ਆ। ਹੁਣ ਉਸ ਚੀਜ਼ ਦੀ ਲੋੜ ਕਿੱਥੇ ਪਊਗੀ, ਉਸ ਹਾਈ ਲੈਵਲ ਦੀ ਲੋੜ ਕਿੱਥੇ ਪਊਗੀ, ਜਦੋਂ ਆਪਾਂ PPSC ਦਾ PCS ਦਾ ਪੇਪਰ, ਕਈ ਵਾਰੀ ਉਹ ਪ੍ਰੀ 'ਚ ਵੀ ਅੱਜ ਕੱਲ੍ਹ ਤੇ ਉਹ ਨਾ ਆਬਜੈਕਟ ਜਿਹੜੇ ਵਧੀਆ ਪੇਪਰ ਆਉਣ ਲੱਗ ਪਏ ਆ ਉਹਨਾਂ 'ਚੋਂ ਕੀ ਕਰਦੇ ਆ, ਆਬਜੈਕਟਿਵ ਸਵਾਲ 'ਚ ਵੀ ਸਾਰਾ ਸਬਜੈਕਟਿਵ ਕੁਐਸਚਨ ਹੀ ਫਿੱਟ ਕਰ ਦਿੰਦੇ ਆ, ਤੇ ਉਹਦੇ 'ਚੋਂ ਕਹਿ ਦੇਣਗੇ ਕਿ ਸਹੀ ਗੱਲ ਕੀ ਹੈ। ਇਟ ਮੀਨਸ ਸਾਨੂੰ ਕਿਸੇ ਪਰਟੀਕੂਲਰ ਸਿਸਟਮ ਬਾਰੇ ਬਹੁਤ ਡਿਟੇਲ 'ਚ ਹੀ ਪਤਾ ਹੋਣਾ ਚਾਹੀਦਾ ਹੈ, ਠੀਕ ਆ। ਖੈਰ ਆ ਜਾਓ, ਇੱਥੇ ਆਪਾਂ ਆਪਣੀ ਆਬਜੈਕਟਿਵ ਜਿਹੜੀ ਜ਼ਰੂਰਤਾਂ ਨੇ ਉਹਨੂੰ ਚੰਗੀ ਤਰ੍ਹਾਂ ਪੂਰੀਆਂ ਕਰਦੇ ਹਾਂ। ਕਹਿੰਦੇ ਜੇ ਮੈਂ ਗੱਲ ਕਰਾਂ ਬਾਬਰ ਦੀ, ਤਾਂ ਮੁਗਲ ਵੰਸ਼ ਜਿਹੜਾ ਸੀਗਾ ਉਹ ਬਾਬਰ ਦੁਆਰਾ ਤਿਆਰ ਕੀਤਾ ਗਿਆ ਸੀ, ਜਿਹੜਾ ਆਪਣੇ ਆਪ ਨੂੰ ਇੱਕ ਤਾਂ ਤੈਮੂਰ ਦੇ ਖਾਨਦਾਨ 'ਚੋਂ ਦੱਸਦਾ ਸੀ, ਜਿਹੜਾ ਕਿ 1370 ਜਾਂ 80 ਦੇ ਦੌਰ ਦਾ ਬੜਾ ਮਸ਼ਹੂਰ ਰਾਜਾ ਸੀ, ਤੇ ਮਾਂ ਵਾਲੀ ਸਾਈਡ ਤੋਂ ਇਹ ਆਪਣੇ ਆਪ ਨੂੰ ਚੰਗੇਜ਼ ਖਾਨ ਦਾ ਦੱਸਦਾ ਸੀਗਾ, ਠੀਕ ਆ। ਚਟਕਈ ਮੁਸਲਿਮ ਮੁਗਲ ਕਹਿੰਦਾ ਸੀ ਆਪਣੇ ਆਪ ਨੂੰ, ਠੀਕ ਆ। ਤਾਂ ਇਹ ਇਹਦੀ ਕਹਾਣੀ ਸੀ। ਜੇ ਗੱਲ ਕਰੀਏ ਕਿ ਇਹਦੇ ਫਾਦਰ ਜਿਹੜੇ ਸੀਗੇ, ਉਹਦੇ ਫਾਦਰ ਦੀ ਡੈਥ ਹੋਣ ਤੋਂ ਬਾਅਦ ਅਫਗਾਨਿਸਤਾਨ ਤੇ ਉਜ਼ਬੇਕਿਸਤਾਨ, ਇਹ ਦੋ ਦੇਸ਼ ਨੇ, ਇਹਨਾਂ ਦੇ ਬਾਰਡਰ ਦਾ ਏਰੀਆ ਫਰਗਨਾ, ਠੀਕ ਆ। ਉਸ ਇਲਾਕੇ ਦਾ ਇਹ ਸਰਦਾਰ ਬਣ ਗਿਆ, ਠੀਕ ਆ। ਉਸ ਇਲਾਕੇ ਦਾ ਇਹ ਸਰਦਾਰ ਬਣ ਗਿਆ, ਪਰ ਉਸ ਇਲਾਕੇ 'ਚ ਨਾ ਡਿਸਟਰਬੈਂਸ ਬਹੁਤ ਸੀ। ਡਿਸਟਰਬੈਂਸ ਬਹੁਤ ਹੋਣ ਦਾ ਮਤਲਬ ਇਹ ਆ ਕਿ ਉਸ ਇਲਾਕੇ 'ਚ ਨਾ ਹੋਰ ਕਈ ਵੰਸ਼ ਸੀਗੇ, ਜਿਹੜੇ ਛੋਟੇ ਵੰਸ਼ ਸੀ, ਜਿਹੜੇ ਆਪਣੀ ਮਤਲਬ ਕਿ ਲੜਾਈ ਨੂੰ 'ਚ ਉਲਝ ਰਹੇ ਸੀਗੇ। ਸੋ ਉੱਥੇ ਕਰਕੇ ਨਾ ਸੈਂਟਰਲ ਏਸ਼ੀਆ, ਜਿਹਦੀ ਮੈਂ ਗੱਲ ਦੱਸੀ ਆ ਹੁਣ ਤੁਹਾਨੂੰ, ਮੱਧ ਏਸ਼ੀਆ, ਜਿੱਥੇ ਉਜ਼ਬੇਕਿਸਤਾਨ, ਕਿਰਗਿਸਤਾਨ, ਕਜ਼ਾਕਿਸਤਾਨ, ਤੁਰਕਮੇਨਿਸਤਾਨ, ਇਹ 5 ਕੁ ਦੇਸ਼ ਆ। ਸੈਂਟਰਲ ਏਸ਼ੀਆ, ਮੱਧ ਏਸ਼ੀਆ ਕਿਹਾ ਜਾਂਦਾ। ਇੱਥੇ ਨਾ ਡਿਸਟਰਬੈਂਸ ਬਹੁਤ ਸੀ, ਮਾਹੌਲ ਬਹੁਤ ਖਰਾਬ ਸੀ, ਛੋਟੇ ਕਈ ਵੰਸ਼ ਆਪਣੇ ਦਾਅਵੇਦਾਰੀ ਕਰ ਰਹੇ ਸੀ। ਸੋ ਇਸ ਕਰਕੇ ਬਾਬਰ ਨੂੰ ਲੱਗਿਆ ਕਿ ਕਿਉਂ ਨਾ ਕਿਸੇ ਦੂਜੀ ਸਾਈਡ ਨੂੰ ਮੂਵ ਕੀਤਾ ਜਾਵੇ, ਠੀਕ ਆ। ਸੋ ਬੇਸ਼ੱਕ ਉਹ ਫਰਗਨਾ ਜਿਹੜਾ ਕਿ ਅਫਗਾਨਿਸਤਾਨ ਤੇ ਉਜ਼ਬੇਕਿਸਤਾਨ ਦੇ ਬਾਰਡਰ ਤੇ ਆ, ਬੇਸ਼ੱਕ ਉੱਥੇ 12 ਸਾਲ ਦੀ ਉਮਰ 'ਚ ਰਾਜਾ ਬਣ ਗਿਆ, ਬਟ ਇਹਨੂੰ ਪਤਾ ਸੀ ਕਿ ਮੇਰਾ ਇੱਧਰਲੇ ਪਾਸੇ ਸਕੋਪ ਘੱਟ ਆ। ਇਸ ਕਰਕੇ ਉਹਦੇ ਕੋਲ ਦੋ ਆਪਸ਼ਨ ਬਚਦੇ ਸੀ ਕਿ ਜਾਂ ਤੇ ਆਪਣਾ ਸੈਂਟਰਲ ਏਸ਼ੀਆ ਛੱਡ ਕੇ, ਮੱਧ ਏਸ਼ੀਆ ਛੱਡ ਕੇ ਇਰਾਕ ਈਰਾਨ ਵਾਲੇ ਪਾਸੇ ਚਲੇ ਜੇ, ਇਸ ਤੋਂ ਅੱਗੇ ਸਾਊਦੀ ਅਰਬ ਆ ਜਾਊਗਾ, ਮੱਕਾ ਮਦੀਨਾ। ਜਿੰਨਾ ਤੁਸੀਂ ਮੱਕੇ ਮਦੀਨੇ ਦੇ ਨੇੜੇ ਆਪਣਾ ਅੰਪਾਇਰ ਸਟੈਬਲਿਸ਼ ਕਰੋਗੇ, ਉਹਨਾਂ ਤੁਹਾਨੂੰ ਦੁਨੀਆ ਵੱਧ ਪਛਾਣਦੀ ਹੈ ਮੁਸਲਿਮ ਹੋਣ ਦੇ ਨਾਤੇ। ਜਾਂ ਤੁਸੀਂ ਘੁੰਮ ਕੇ ਇੰਡੀਆ ਵਾਲੇ ਪਾਸੇ ਆ ਜਾਓ, ਫਿਰ ਕਾਬਲ ਆਉਣਾ ਪੈਣਾ ਸੀ, ਕਾਬਲ ਤੋਂ ਇੰਡੀਆ ਦੇ ਪਸ਼ਾਵਰ, ਉਦੋਂ ਪਸ਼ਾਵਰ ਵਾਜ਼ ਪਾਰਟ ਆਫ ਇੰਡੀਆ, ਠੀਕ ਆ। ਫਿਰ ਤੁਸੀਂ ਪਸ਼ਾਵਰ, ਮੁਲਤਾਨ ਹੁੰਦੇ ਲਾਹੌਰ, ਦਿੱਲੀ ਤੇ ਕਲਕੱਤਾ ਇੱਧਰ ਨੂੰ ਕੂਚ ਕਰ ਸਕਦੇ ਸੀ। ਆਪਸ਼ਨ ਤੁਹਾਡੇ ਕੋਲ ਦੋ ਸੀ। ਇਸ ਪਾਸੇ ਜਾਣਾ ਖਤਰੇ ਤੋਂ ਖਾਲੀ ਨਹੀਂ ਸੀ, ਕਿਉਂਕਿ ਉੱਥੇ ਹੋਰ ਖਤਰਨਾਕ ਮੁਸਲਿਮ ਸੀਗੇ ਜਿਹੜੇ ਕਿ ਇਹਦੇ ਪੈਰ ਨਹੀਂ ਸੀ ਲੱਗਣ ਦੇਣਗੇ।
ਭਾਰਤ ਵੱਲ ਆਉਣਾ ਇਸ ਕਰਕੇ ਸਹੀ ਸੀ ਕਿਉਂਕਿ ਭਾਰਤ ਉਦੋਂ ਡੀਸਟੇਬਲਾਈਜ਼ ਪੂਰੇ ਤਰੀਕੇ ਨਾਲ ਹਾਲ ਬੇਹਾਲ ਹੋ ਚੁੱਕਿਆ ਸੀਗਾ, ਬਿਕੋਜ਼ ਭਾਰਤ 'ਚ ਉਸ ਟਾਈਮ ਦਿੱਲੀ ਸਲਤਨਤ ਦਾ ਅਖੀਰਲਾ ਵੰਸ਼ ਰਾਜ ਕਰ ਰਿਹਾ ਸੀ, ਲੋਧੀ। ਬਾਕੀ ਦਿੱਲੀ ਸਲਤਨਤ ਦੇ ਵੰਸ਼ਾਂ ਤੋਂ ਲੋਧੀ ਵੰਸ਼ ਦਾ ਫਰਕ ਕੀ ਸੀ? ਪਹਿਲਾ ਗੁਲਾਮ ਵੰਸ਼ ਯਾਨੀ ਕਿ ਸਲੇਵ ਡਾਇਨੈਸਟੀ, ਦੂਜਾ ਕਿਹੜਾ ਸੀਗਾ ਖਿਲਜੀ ਵੰਸ਼, ਤੀਜਾ ਸੀਗਾ ਆਪਣਾ ਤੁਗਲਕ ਸੈਯਦਸ। ਇਹਨਾਂ ਚਾਰਾਂ ਦਾ ਇਤਿਹਾਸ ਇਹ ਕਹਿੰਦਾ ਸੀ ਇਹ ਚਾਰੇ ਟਰਕਿਸ਼ ਸੀਗੇ। ਇਹ ਜਿਹੜਾ ਪੰਜਵਾਂ ਲੋਧੀ ਵੰਸ਼ ਆਇਆ ਸੀ ਨਾ, ਇਹ ਅਫਗਾਨ ਵੰਸ਼ ਸੀ। ਇਸ ਕਰਕੇ ਇਹਨਾਂ ਦੇ ਦਰਬਾਰੀ ਜਿਹੜੇ ਟਰਕਿਸ਼ ਸੀਗੇ ਉਹ ਜਾਤ ਪਾਤ ਦਾ ਭੇਦਭਾਵ ਕਰਨ ਲੱਗ ਪਏ। ਸੋ ਇਹ ਵੀ ਇਹਨਾਂ ਨੂੰ ਲੋਧੀਆਂ ਨੂੰ ਕਮਜ਼ੋਰ ਕਰਨ 'ਚ ਬੜਾ ਤਗੜਾ ਰੋਲ ਅਦਾ ਕਰਦੇ ਆ। ਲੋਧੀਆਂ 'ਚ ਆਪਣਾ ਬਹਿਲੋਲ ਲੋਧੀ ਪਹਿਲਾ ਸੀਗਾ, ਠੀਕ ਆ, ਜਿਹੜਾ 1451 1451 ਤੋਂ 1489 1499 ਤੱਕ ਰਿਹਾ। ਦੂਜਾ ਸਿਕੰਦਰ ਲੋਧੀ 1499 ਤੋਂ ਲੈ ਕੇ 1517 ਤੱਕ ਰਿਹਾ, 1489 ਤੋਂ 1517 ਤੱਕ। ਤੀਜਾ ਜਦੋਂ ਇਬਰਾਹਿਮ ਲੋਧੀ ਆਇਆ ਉਸ ਤੋਂ ਬਾਅਦ ਤਾਂ ਇਹ ਸਮਝ ਲਓ ਕਿ ਇਬਰਾਹਿਮ ਲੋਧੀ ਇੰਨਾ ਕਾਬਲ ਨਹੀਂ ਸੀਗਾ। ਇਹ ਆਪਣੇ ਜਿਹੜੇ ਲੋਕਲ ਗਵਰਨਰ ਸੀ, ਪੰਜਾਬ ਦਾ ਗਵਰਨਰ, ਕਾਰਾ ਯੂਪੀ ਦਾ ਗਵਰਨਰ ਜਾਂ ਬੰਗਾਲ ਦਾ ਗਵਰਨਰ, ਉਹਨਾਂ ਤੇ ਉਸ ਤਰੀਕੇ ਨਾਲ ਆਪਣਾ ਕੰਟਰੋਲ ਨਹੀਂ ਰੱਖ ਸਕਿਆ ਜਿਸ ਤਰੀਕੇ ਨਾਲ ਇੱਕ ਰਾਜੇ ਨੂੰ ਆਪਣੇ ਗਵਰਨਰਸ ਤੇ ਕੰਟਰੋਲ ਰੱਖਣਾ ਚਾਹੀਦਾ ਹੈ। ਆਲਦੋ ਸਾਰੇ ਉਹਦੇ ਰਿਸ਼ਤੇਦਾਰ ਹੀ ਸੀ, ਜਿਵੇਂ ਪੰਜਾਬ ਦਾ ਗਵਰਨਰ ਦੌਲਤ ਖਾਨ ਲੋਧੀ ਉਹਦਾ ਰਿਸ਼ਤੇਦਾਰ ਸੀ, ਠੀਕ ਆ, ਤੇ ਜਿਹੜਾ ਕਾਰਾ ਯੂਪੀ ਦਾ ਗਵਰਨਰ ਸੀ ਉਹਦਾ ਚਾਚੇ ਤਾਏ ਚੋਂ ਮੁੰਡਾ ਸੀਗਾ। ਆਪਣੀ ਗਵਰਨਰ ਰਿਸ਼ਤੇਦਾਰਾਂ ਨੂੰ ਕੰਟਰੋਲ ਨਹੀਂ ਕਰ ਸਕਿਆ ਤੇ ਦੌਲਤ ਖਾਨ ਲੋਧੀ ਪੰਜਾਬ ਦਾ ਗਵਰਨਰ ਆਪਣੇ ਹੀ ਰਿਸ਼ਤੇਦਾਰ ਜਿਹੜਾ ਦਿੱਲੀ ਦਾ ਮੁਗਲ ਐਂਪਰਰ ਸੀਗਾ, ਕੀ ਨਾਮ ਸੀਗਾ, ਇਬਰਾਹਿਮ ਲੋਧੀ, ਉਹਦੇ ਖਿਲਾਫ ਅੰਦਰ ਖਾਤੇ ਇੱਕ ਜੰਗ ਛੇੜ ਦਿੰਦਾ ਹੈ। ਅੰਦਰ ਖਾਤੇ ਇੱਕ ਜੰਗ ਛੇੜ ਦਿੰਦਾ ਹੈ ਤੇ ਉਸ ਜੰਗ 'ਚ ਸਾਥੀ ਬਣਾਉਂਦਾ ਹੈ ਕਿਹਨੂੰ ਭਲਾ? ਭਾਰਤ ਤੋਂ ਕੋਹਾਂ ਦੂਰ, ਕਈ ਕਿਲੋਮੀਟਰ ਦੂਰ ਅਫਗਾਨਿਸਤਾਨ ਦੇ ਰਾਜੇ ਬਾਬਰ ਨੂੰ, ਕਿ ਤੂੰ ਆ ਕੇ ਮੇਰੇ ਨਾਲ ਸੈਟਲਮੈਂਟ ਕਰ, ਇਹਦੇ ਤੇ ਹਮਲਾ ਕਰ, ਮਦਦ ਮੈਂ ਕਰੂੰਗਾ, ਕੁਛ ਹਿੱਸਾ ਤੂੰ ਆਪਣਾ ਉਧਰਲਾ ਜੋੜਨੀ, ਇਧਰਲਾ ਹਿੱਸਾ ਪੰਜਾਬ ਮੇਰਾ ਇੰਡੀਪੈਂਡੈਂਟ ਹੋ ਜਾਊਗਾ, ਦਿੱਲੀ ਤੇ ਰਾਜ ਕਰਨ ਦਾ ਮੇਰਾ ਸੁਪਨਾ ਸਾਕਾਰ ਹੋ ਜਾਊਗਾ। ਇਵੇਂ ਦੀਆਂ ਕੁਛ ਸਾਜ਼ਿਸ਼ਾਂ ਇਹ ਆਪਸ 'ਚ ਰਚਣਗੇ, ਠੀਕ ਆ। ਸੋ 1526 ਚ ਬਾਦਲ ਕਹਿਤਾ ਸੌਰੀ ਬਾਬਰ ਜੀ ਲਾਹੌਰ ਆਉਂਦੇ ਆ, ਠੀਕ ਆ, ਲੋਧੀ ਉਹਦੀ ਹੈਲਪ ਕਰਦੇ ਆ। ਬਟ ਇਸ ਤੋਂ ਬਾਅਦ ਨਾ ਇੱਕ ਅੱਧੇ ਹਮਲੇ ਤੋਂ ਬਾਅਦ ਹੀ, ਈਵਨ ਕਿ 1520 ਤੋਂ ਹੀ 1525 ਤੱਕ ਬਾਬਰ ਲਗਾਤਾਰ ਇੰਡੀਆ ਆਉਂਦਾ ਹੈ। ਪਹਿਲਾਂ ਉਹ ਕਦੀ ਐਮੀਨਾਬਾਦ ਤੇ ਹਮਲਾ ਕਰਦਾ ਹੈ, ਕਦੀ ਕਿਤੇ ਹਮਲਾ ਕਰਦਾ ਹੈ, ਕਦੀ ਪਸ਼ਾਵਰ ਤੇ ਹਮਲਾ ਕਰਦਾ ਹੈ। ਤਾਂ ਹੌਲੀ ਹੌਲੀ ਏਰੀਆ ਜਿਹੜਾ ਹੈ ਉਹ ਆਪਣੇ ਅੰਦਰ ਮਿਲਾਉਂਦਾ ਜਾਂਦਾ ਹੈ। ਐਮੀਨਾਬਾਦ ਦੇ ਹਮਲੇ 'ਚ ਹੀ ਤਾਂ ਗੁਰੂ ਨਾਨਕ ਦੇਵ ਜੀ ਜਿਹੜੇ ਆ ਉਹਨਾਂ ਦੀ ਅਰੈਸਟ ਹੁੰਦੀ ਹੈ ਤੇ ਗੁਰੂ ਨਾਨਕ ਦੇਵ ਜੀ ਬਾਬਰਵਾਣੀ ਫਿਰਗੀ ਜਿਹੜੀ ਗੁਰਬਾਣੀ ਆ ਉਹਦਾ ਜ਼ਿਕਰ ਉੱਥੇ ਤਾਂ ਕਰਦੇ ਆ ਜਦੋਂ ਐਮੀਨਾਬਾਦ ਦੇ ਹਮਲੇ 'ਚ। ਇਹ ਗੱਲ 1520 ਦੀ ਆ ਜਦੋਂ ਗੁਰੂ ਜੀ ਅਰੈਸਟ ਹੁੰਦੇ ਆ, ਠੀਕ ਆ, ਐਮੀਨਾਬਾਦ 'ਚ। 1524 ਤੱਕ ਆਉਂਦੇ ਆਉਂਦੇ ਇੰਨੀਆਂ ਕੁ ਮਿਸਅੰਡਰਸਟੈਂਡਿੰਗਸ ਪੈਦਾ ਹੋ ਜਾਂਦੀਆਂ ਏ ਦੌਲਤ ਖਾਨ ਲੋਧੀ ਤੇ ਬਾਬਰ 'ਚ, ਕਿ ਦੌਲਤ ਖਾਨ ਲੋਧੀ ਨੂੰ ਐਂ ਲੱਗਦਾ ਕਿ ਬਾਬਰ ਮੈਨੂੰ ਵਰਤ ਰਿਹਾ ਹੈ ਤੇ ਬਾਬਰ ਨੂੰ ਐਂ ਲੱਗਦਾ ਕਿ ਇਹ ਸ਼ਾਇਦ ਨਾ ਬਾਅਦ 'ਚ ਉਹਦੇ ਨਾਲ ਮਿਲ ਕੇ ਮੈਨੂੰ ਹੀ ਭਜਾ ਦੂਗਾ ਤੇ ਸ਼ਾਇਦ ਮੇਰੇ ਲਈ ਇਹ ਖਤਰਾ ਹੋ ਸਕਦਾ ਹੈ। ਸੋ ਮਿਸਅੰਡਰਸਟੈਂਡਿੰਗਸ 1525 ਜਾਂ 26 ਤੱਕ ਵੱਧ ਜਾਂਦੀਆਂ। ਬਾਬਰ ਕੀ ਕਰਦਾ ਹੈ, ਫਿਰ ਦੌਲਤ ਖਾਨ ਲੋਧੀ ਨੂੰ ਵੀ ਹਰਾ ਦਿੰਦਾ ਹੈ ਤੇ ਉਸ ਤੋਂ ਬਾਅਦ ਉਹਦਾ ਸਿੱਧਾ ਦੁਸ਼ਮਣ ਇੱਕੋ ਹੀ ਬਚਦਾ, ਕੌਣ ਭਲਾ? ਇਬਰਾਹਿਮ ਲੋਧੀ। 1526 ਚ ਪਾਣੀਪਤ ਦੇ ਮੈਦਾਨ 'ਚ ਫਿਰ ਇੱਕ ਜ਼ਬਰਦਸਤ ਲੜਾਈ ਹੁੰਦੀ ਹੈ। ਇਟ ਵਾਜ਼ ਫਸਟ ਬੈਟਲ ਆਫ ਪਾਣੀਪਤ। ਇਹ ਪਾਣੀਪਤ ਦੀ ਪਹਿਲੀ ਲੜਾਈ ਸੀ ਜਿਹਦੇ 'ਚ ਕਿ ਬਾਬਰ ਜਿਹੜਾ ਸੀਗਾ ਇੱਕ ਇਹੋ ਜਿਹਾ ਮੁਸਲਮਾਨ ਸੀ ਜਿਹੜਾ ਮੱਕੇ ਮਦੀਨੇ ਤੋਂ ਲੈ ਕੇ ਅਫਗਾਨਿਸਤਾਨ ਤੱਕ ਦੇ ਸਾਰੇ ਹਾਲਾਤ ਜਾਣਦਾ ਸੀ। ਵਜ੍ਹਾ ਇੱਕ ਮੁਸਲਿਮ ਸੀਗਾ, ਮੱਕੇ ਮਦੀਨੇ ਜਾਂਦਾ ਆਉਂਦਾ ਰਹਿੰਦਾ ਸੀ, ਉੱਥੋਂ ਦੇ ਰਾਜਿਆਂ ਨਾਲ ਲਿੰਕ ਵੀ ਸੀ, ਉੱਥੋਂ ਦੇ ਕਈ ਸੈਨਾਪਤੀ ਆਪਣੀ ਸੈਨਾ 'ਚ ਲੈ ਕੇ ਵੀ ਆਇਆ ਸੀ ਖਰੀਦ ਕੇ। ਉਹਨਾਂ ਨੂੰ ਉੱਥੋਂ ਦਾ ਤਰੀਕਾ ਵੀ ਪਤਾ ਸੀ ਕਿ ਅੱਜ ਕੱਲ੍ਹ ਅਰਬ ਦੇ ਇਲਾਕੇ 'ਚ ਲੜਾਈਆਂ ਕਿਵੇਂ ਲੜੀਆਂ ਜਾਂਦੀਆਂ। ਇੰਡੀਆ 'ਚ ਹਜੇ ਲੜਾਈਆਂ ਇੰਨੀਆਂ ਖਤਰਨਾਕ ਨਹੀਂ ਸੀ, ਅਰਬ ਦੇ ਇਲਾਕੇ 'ਚ ਜਦੋਂ ਇਸਲਾਮ ਦੀ ਸ਼ੁਰੂਆਤ ਹੋਈ ਆ ਬਹੁਤ ਲੜਾਈਆਂ ਲੜੀਆਂ ਗਈਆਂ। ਉੱਥੋਂ ਦੇ ਸੈਨਾਪਤੀਆਂ ਨੂੰ ਲੜਾਈਆਂ ਦੇ ਕਈ ਤਰੀਕੇ ਪਤਾ ਸੀਗੇ। ਉਹ ਟੈਕਟਿਕਸ ਉਹ ਲੈ ਕੇ ਆਇਆ ਉਹਨਾਂ ਸੈਨਾਪਤੀਆਂ ਨੂੰ ਆਪਣੇ ਨਾਲ। ਉਹਨਾਂ ਸੈਨਾਪਤੀਆਂ ਦੀ ਮਦਦ ਨਾਲ ਇਹ ਪਾਣੀਪਤ ਦੀ ਪਹਿਲੀ ਲੜਾਈ ਲੜੂਗਾ। ਤਾਂ ਆਬਵੀਅਸ ਜੀ ਗੱਲ ਆ, ਜੇ ਦੋਵਾਂ ਦੀ ਸੈਨਾ 2:3 ਚ ਵੀ ਹੋਵੇ ਜਾਂ 1:3 ਚ ਵੀ ਹੋਵੇ ਤੇ ਸੈਨਾਪਤੀ ਬੜੀ ਸਟ੍ਰੈਟੇਜਿਕ ਲੜਾਈ ਲੜਨਾ ਜਾਣਦੇ ਆ ਤੇ ਲੜਾਈ ਜਿੱਤੀ ਬੜੀ ਆਸਾਨੀ ਨਾਲ ਜਾ ਸਕਦੀ ਹੈ, ਇਹਦੇ 'ਚ ਕੋਈ ਦੋ ਰਾਏ ਨਹੀਂ, ਠੀਕ ਹੈ। ਸੋ ਆਜੋ ਜੀ। ਸੋ ਸਭ ਤੋਂ ਪਹਿਲਾਂ ਕੀ ਕਰਦਾ ਹੈ ਇਹ? ਸਭ ਤੋਂ ਪਹਿਲਾਂ ਬੀੜਾ, ਇਹ ਅੱਜ ਦੇ ਪਾਕਿਸਤਾਨ 'ਚ, ਸਿਆਲਕੋਟ ਪਾਕਿਸਤਾਨ 'ਚ, ਲਾਹੌਰ, ਇਹਨਾਂ ਨੂੰ ਫਤਿਹ ਕਰਦਾ ਇਹ ਫਿਰ ਪੰਜਾਬ ਵਾਲੇ ਪਾਸੇ ਆਉਂਦਾ ਹੈ ਤੇ ਇਹਦੀ ਮਿਸਅੰਡਰਸਟੈਂਡਿੰਗਸ ਵੱਧਦੀਆਂ ਕਿਹਦੇ ਨਾਲ? ਦੌਲਤ ਖਾਨ ਨਾਲ। ਫਿਰ ਉਹਨੂੰ ਹਰਾ ਦਿੰਦਾ ਹੈ। ਇਹ ਸਾਰੀ ਕਹਾਣੀ ਇੱਥੇ ਲਿਖੀ ਹੈ, ਠੀਕ ਆ। ਤੇ ਐਟ ਦੀ ਐਂਡ ਆ ਦੇਖੋ, ਕਹਿੰਦੇ ਜੀ ਅਸਲ 'ਚ ਇਹਨੂੰ ਬੁਲਾਉਣ ਵਾਲੇ ਕੌਣ ਸੀ? ਦੌਲਤ ਖਾਨ ਲੋਧੀ ਜਿਹੜਾ ਉਸ ਟਾਈਮ ਦਾ ਪੰਜਾਬ ਦਾ ਗਵਰਨਰ ਸੀ, ਠੀਕ ਆ। ਆਲਮ ਖਾਨ ਜਿਹੜਾ ਇਬਰਾਹਿਮ ਲੋਧੀ ਦਾ ਅੰਕਲ ਸੀਗਾ, ਇਹ ਸੀਗਾ ਕਾਰਾ ਯਾਨੀ ਕਿ ਯੂਪੀ ਦਾ ਗਵਰਨਰ,
ਆਲਮ ਖਾਨ, ਤੇ ਤੀਸਰਾ ਬੰਦਾ ਸੀ ਰਾਣਾ ਸੰਘਾ। ਇਹਦੇ ਪਰਿਵਾਰ ਚੋਂ ਹੀ ਅੱਗੇ ਜਾ ਕੇ ਹੋਊਗਾ ਮਹਾਰਾਣਾ ਪ੍ਰਤਾਪ, ਮੇਵਾੜ ਦਾ ਰਾਜਾ। ਇਹ ਤਿੰਨੇ ਰਾਜੇ ਉਹ ਸੀ ਜਿਨ੍ਹਾਂ ਦੀ ਇਬਰਾਹਿਮ ਲੋਧੀ ਨਾਲ ਬਣਦੀ ਨਹੀਂ ਸੀ। ਇਹਨਾਂ ਤਿੰਨਾਂ ਨੇ ਇਨਵਾਈਟ ਕੀਤਾ, ਪਰ ਬਾਅਦ 'ਚ ਤੁਹਾਨੂੰ ਮੈਂ ਦੱਸਦਾ ਇਹ ਇਹਨਾਂ ਤਿੰਨਾਂ ਨੂੰ ਹੀ ਵੱਖੋ ਵੱਖ ਹਰਾਊਗਾ। ਆਲਮ ਖਾਨ ਨੂੰ ਵੀ ਹਰਾਊਗਾ, ਦੌਲਤ ਖਾਨ ਲੋਧੀ ਨੂੰ ਤਾਂ 1525 'ਚ ਹੀ ਹਰਾ ਦਿੰਦਾ ਹੈ। ਫਿਰ 1526 ਤੋਂ ਬਾਅਦ ਇਹ ਆਲਮ ਖਾਨ ਨੂੰ ਵੀ ਹਰਾਊਗਾ ਤੇ ਰਾਣੇ ਸੰਘੇ ਨੂੰ ਵੀ ਹਰਾਊਗਾ ਵੱਖੋ ਵੱਖ ਲੜਾਈਆਂ 'ਚ। ਸੋ ਅਸਲੀ ਲੜਾਈ ਜਿਹੜੀ ਹੈ ਨਾ ਜੀ, ਉਹ ਆ ਜੀ ਪਾਣੀਪਤ ਦੀ ਲੜਾਈ, ਜਿਹੜੀ ਕਿ 21 ਅਪ੍ਰੈਲ 1526 ਨੂੰ ਲੜੀ ਗਈ, ਜਿਸ 'ਚ ਇਬਰਾਹਿਮ ਲੋਧੀ ਜਿਹੜਾ ਸੀਗਾ ਉਹ ਹਾਰ ਜਾਂਦਾ ਹੈ। ਤੇ ਇਸ ਲੜਾਈ ਦੀ ਸਭ ਤੋਂ ਵੱਡੀ ਖਾਸੀਅਤ ਕਿੱਥੋਂ ਪਤਾ ਲੱਗਦੀ ਹੈ? ਪਹਿਲੀ ਗੱਲ ਇਹ ਆ ਕਿ ਇਹ ਗੱਲ ਸੱਚ ਲਿਖੀ ਹੈ ਕਿ ਝੂਠ ਲਿਖੀ ਹੈ, ਕੁਛ ਨਹੀਂ ਪਤਾ ਮੈਨੂੰ ਵਜ੍ਹਾ, ਕਿਉਂਕਿ ਇਹ ਤੁਹਾਨੂੰ ਪਤਾ ਮਿਲਦੀ ਕਿੱਥੋਂ ਆ। ਕਹਿੰਦੇ ਬਾਬਰ ਦੇ 12,000 ਸੈਨਿਕਾਂ ਨੇ ਲੋਧੀ ਦੀ 1 ਲੱਖ ਦੀ ਸੈਨਾ ਹਰਾਤੀ। ਠੀਕ ਆ, ਹਰਾਤੀ ਹੋਣੀ ਆ, ਇਤਿਹਾਸਕਾਰ ਚੰਗਾ ਹੋਊਗਾ ਤੇ ਮੈਂ ਯਕੀਨ ਕਰ ਲੈਂਦਾ। ਇਹ ਲਿਖਿਆ ਹੋਇਆ ਬਾਬਰਨਾਮਾ 'ਚ, ਜਿਹੜੀ ਬਾਬਰ ਦੀ ਆਟੋਬਾਇਓਗ੍ਰਾਫੀ ਆ। ਉਹਦੇ 'ਚ ਤਾਂ ਬੰਦਾ ਵਧਾ ਚੜਾ ਕੇ ਲਿਖਦਾ ਹੀ ਆ ਕਿ ਅਸੀਂ ਇੰਨੇ ਜਾਣਿਆਂ ਨੇ ਉਹਨਾਂ ਦੇ ਇੰਨੇ ਝਟਕਾਤੇ। ਇਹ ਤਾਂ ਹੁਣ ਐਗਜ਼ੈਕਟ ਸੱਚ ਕੀ ਆ ਉਹ ਨਹੀਂ ਮੈਨੂੰ ਪਤਾ। ਬਾਬਰਨਾਮਾ ਇਹਦੀ ਆਪਣੀ ਲਿਖੀ ਹੋਈ ਹੈ, ਜਿਹਨੂੰ ਤੁਝ ਕੇ ਬਾਬਰੀ ਵੀ ਕਹਿ ਦਿੰਦੇ ਆ। ਠੀਕ ਆ, ਇਹ ਇਹਨੇ ਉਸੇ ਲੋਕਲ ਭਾਸ਼ਾ 'ਚ ਲਿਖੀ ਹੈ ਜਿਹੜੀ ਇਹਨੂੰ ਆਉਂਦੀ ਸੀ, ਉਧਰਲੇ ਉਜ਼ਬੇਕ ਵਾਲੀ ਚਟਕਈ। ਇਹਨੂੰ ਚਟਕਈ ਤੁਰਕੀ ਕਹਿ ਦਿੰਦੇ ਆ, ਜਿਹੜੀ ਭਾਸ਼ਾ ਇਹਨੂੰ ਜਾਣਦਾ ਸੀ। ਇਹ ਉਸੇ ਭਾਸ਼ਾ 'ਚ ਲਿਖੀ ਗਈ ਆ। ਉਹ ਤੇ ਅੱਡ ਗੱਲ ਆ ਕਿ ਉਹਨੂੰ ਬਾਅਦ 'ਚ ਕਈ ਵਿਦਵਾਨਾਂ ਨੇ ਫਾਰਸੀ, ਜਿਹਨੂੰ ਅਸੀਂ ਇੰਗਲਿਸ਼ 'ਚ ਕਹਿੰਦੇ ਆ ਪਰਸ਼ੀਅਨ, ਉਸ ਭਾਸ਼ਾ 'ਚ ਇਹਦਾ ਅਨੁਵਾਦ ਕੀਤਾ। ਸੋ ਕਹਾਣੀ ਸਮਝ ਆ ਗਈ ਕਿ ਇਹ ਕਿਉਂ, ਆਪਾਂ ਇਹਨੂੰ ਕਿਉਂ ਨਹੀਂ ਮੰਨਣਾ। ਕਹਿੰਦੇ ਇਹਨੇ ਨਾ ਇੱਕ, ਇਹਦੇ ਸੈਨਿਕ ਜਿਹੜੇ ਸੀਗੇ ਉਹਨਾਂ ਨੇ ਇਸ ਲੜਾਈ 'ਚ ਇੱਕ ਬਹੁਤ ਤਗੜਾ ਤਰੀਕਾ ਯੂਜ਼ ਕੀਤਾ ਸੀਗਾ, ਰੂਮੀ ਮੈਥਡ ਆਫ ਵਾਰਫੇਅਰ। ਰੂਮੀ ਮੈਥਡ ਕਿਹੜਾ ਮੈਥਡ ਸੀਗਾ? ਜਿਹੜਾ ਅਰਬ ਦੇ ਇਲਾਕੇ 'ਚ ਬਹੁਤ ਵਧੀਆ ਤਰੀਕੇ ਨਾਲ ਵਰਤਿਆ ਜਾਂਦਾ ਸੀ। ਇਹ ਇੱਕ ਅਜਿਹਾ ਤਰੀਕਾ ਸੀ ਜਿਹਦੇ 'ਚ ਇਹ ਦੱਸਿਆ ਜਾਂਦਾ ਸੀ ਕਿ ਘੋੜੇ ਤੇ ਘੋੜਿਆਂ ਤੋਂ ਅੱਗੇ ਤੋਪਾਂ ਤੇ ਉਤੋਂ ਘੋੜਸਵਾਰ ਤੇ ਘੋੜਸਵਾਰਾਂ ਤੋਂ ਮਗਰ ਸੈਨਿਕ ਕਿਸ ਅਨੁਪਾਤ 'ਚ ਲਾਉਣੇ ਆ ਤੇ ਕਿਸ ਡਾਇਰੈਕਸ਼ਨ 'ਚ ਕਿੰਨਾਂ ਨੂੰ ਲਾਉਣਾ ਹੈ। ਜਿਵੇਂ ਅਕਸਰ ਇੱਕ ਟ੍ਰੈਡੀਸ਼ਨਲ ਤਰੀਕਾ ਸੀ ਕਿ ਦੋ ਰਾਜੇ ਲੜਦੇ ਆ, ਦੋਵਾਂ ਦੇ ਹਾਥੀ ਅੱਗੇ ਹੁੰਦੇ ਸੀਗੇ। ਹਾਥੀ ਸੈਨਾ ਨੂੰ, ਹਾਥੀ ਇਸ ਕਰਕੇ ਅੱਗੇ ਲਾਏ ਜਾਂਦੇ ਸੀ ਕਿ ਵਿਰੋਧੀਆਂ ਦੀ ਸੈਨਾ ਨੂੰ ਕੁਚਲ ਦੇਣਗੇ। ਇਹਨਾਂ ਕੋਲ ਚੰਗਾ ਮਸਾਲਾ ਸੀ, ਬਰੂਦ ਸੀਗਾ। ਸੋ ਇਹਨਾਂ ਨੇ ਕੀ ਕੀਤਾ, ਬਰੂਦ ਨਾਲ ਭਰੇ ਹੋਏ ਤੋਪ ਜਿਹੜੇ ਸੀਗੇ ਉਹ ਅੱਗੇ ਲਾਏ, ਹਾਥੀਆਂ ਤੋਂ ਵੀ ਅੱਗੇ, ਕਿ ਤੁਹਾਡਾ ਪਹਿਲਾ ਨਿਸ਼ਾਨਾ ਦੁਸ਼ਮਣ ਦੀ ਸੈਨਾ ਨਹੀਂ, ਦੁਸ਼ਮਣ ਦੇ ਹਾਥੀ ਹੋਣਗੇ। ਹਾਥੀਆਂ ਦੇ ਮੱਥਿਆਂ ਦੇ ਨਿਸ਼ਾਨਾ ਮਾਰੋ ਤਾਂ ਜੋ ਹਾਥੀ ਬੌਂਦਲ ਕੇ ਪਿੱਛੇ ਨੂੰ ਭੱਜਣ। ਜਦੋਂ ਉਹਨਾਂ ਤੇ ਕੋਈ ਹਮਲਾ ਹੋਊਗਾ ਅੱਗੇ ਤੋਪ ਦਾ ਤੇ ਉਹ ਪਿੱਛੇ ਨੂੰ ਭੱਜਣਗੇ ਤੇ ਅੱਧਿਓਂ ਜ਼ਿਆਦੀ ਸੈਨਾ ਉਹ ਆਪਣੀ ਆਪ ਹੀ ਕੁਚਲ ਦੇਣ। ਠੀਕ ਆ ਨਾ। ਸੋ ਇਸ ਤਰੀਕੇ ਨਾਲ, ਇਸ ਸਟ੍ਰੈਟਜੀ ਨਾਲ, ਤੇ ਬੜੀ ਨਾ ਤਰੀਕੇ ਨਾਲ ਇਹ ਵੀ ਕੀਤਾ ਗਿਆ ਕਿ ਇਸ ਤਰੀਕੇ ਨਾਲ ਨਾ ਜਿੱਧਰੋਂ ਉਹਨਾਂ ਦੀ ਸੈਨਾ ਨੇ ਆਉਣਾ ਹੈ ਉਸ ਤੋਂ ਪਹਿਲਾਂ ਸਾਈਡ ਤੋਂ ਕੁਛ ਖੋਦ ਦੋ ਉਹਨੂੰ, ਧਰਤੀ ਨੂੰ ਥੋੜਾ ਪੱਟ ਦੋ ਧਰਤੀ, ਤੇ ਉਹਦੇ ਤੇ ਪਰਾਲੀ ਜਾਂ ਕੁਛ ਐਵੇਂ ਦਾ ਰੱਖ ਦੋ, ਸਟਬਲ ਵਗੈਰਾ, ਤਾਂ ਕਿ ਪਤਾ ਨਾ ਲੱਗੇ। ਉਹ ਇਸ ਕਰਕੇ ਕਿ ਜਿਹੜੇ ਹਾਥੀ ਇੱਧਰ ਉੱਧਰ ਭੱਜਣ ਦੀ ਕੋਸ਼ਿਸ਼ ਕਰਨਗੇ, ਜਿਹੜੇ ਤਾਂ ਬਿਲਕੁਲ ਵਾਪਸ ਭੱਜਣਗੇ ਉਹ ਤੇ ਆਪਣੀ ਸੈਨਾ ਨੂੰ ਹੀ ਦਬ ਕੁਚਲ ਦੇਣਗੇ। ਜਦੋਂ ਪਿੱਛੋਂ ਸੈਨਾ ਨੇ ਉਹਨਾਂ ਦੇ ਹਾਥੀਆਂ ਤੇ ਹਮਲਾ ਕੀਤਾ ਤੇ ਹਾਥੀ ਪਿੱਛੇ ਨੂੰ ਨਹੀਂ ਜਾਣਗੇ, ਸਾਈਡ ਨੂੰ ਨਿਕਲਣਗੇ। ਜਦੋਂ ਸਾਈਡ ਨੂੰ ਨਿਕਲਣਗੇ ਤਾਂ ਸਾਈਡ ਤੇ ਛੋਟੇ ਟੋਏ ਪੁੱਟ ਦੋ, ਜਿਹਦੇ 'ਚ ਕਿ ਹਾਥੀਆਂ ਦੇ ਪੈਰ ਆ ਜਾਣ ਤੇ ਹਾਥੀ ਡਿੱਗਣੇ ਸ਼ੁਰੂ ਹੋ ਜਾਣ। ਸੋ ਇਹ ਬੜਾ ਸਟ੍ਰੈਟੇਜਿਕ ਜਿਹਾ ਮੈਥਡ ਸੀਗਾ, ਜਿਹੜਾ ਕਿ ਸ਼ਾਇਦ ਅੱਜ ਦੇ ਸਮੇਂ 'ਚ ਤਾਂ ਲੱਗਦਾ ਕਿ ਯਾਰ ਆਹ ਕਿੱਡੀ ਗੱਲ ਆ, ਪਰ ਜਦੋਂ ਪਹਿਲੀ ਵਾਰੀ ਕਿਸੇ ਮੈਥਡ ਨੂੰ ਅਡਾਪਟ ਕੀਤਾ ਜਾਵੇ ਕਿਸੇ ਜਗ੍ਹਾ ਤੇ, ਉਹ ਆਪਣੇ ਆਪ 'ਚ ਉਦੋਂ ਯੂਨੀਕ ਹੁੰਦਾ ਹੈ। ਸੋ ਇੱਕ ਬੜਾ ਰੂਮੀ ਮੈਥਡ ਵਾਰਫੇਅਰ ਦਾ, ਜਿਹਨੂੰ ਕਿ ਤੁਲਗੁਮਾ ਸਿਸਟਮ ਵੀ ਕਿਹਾ ਗਿਆ। ਇਹ ਗੱਲਾਂ ਪੇਪਰਾਂ 'ਚ ਪੁੱਛੀਆਂ ਜਾ ਸਕਦੀਆਂ ਕਿ ਉਹ ਕਿਹੜਾ ਮੈਥਡ ਸੀ ਜਿਹੜਾ ਯੂਜ਼ ਹੋਇਆ ਸੀਗਾ। ਠੀਕ ਆ, ਇਹਦੇ 'ਚ ਸਾਰੀ ਦੱਸਦੀ ਕਿ ਕਿਵੇਂ ਕੀਤਾ ਜਾਊਗਾ। ਹਾਂ, ਦੋ ਜਾਣੇ ਸੀਗੇ, ਉਸਤਾਦ ਅਲੀ ਤੇ ਮੁਸਤਫਾ, ਜਿਨ੍ਹਾਂ ਨੂੰ ਤੋਪਾਂ ਦੇ ਕੇ ਅੱਗੇ ਰੱਖਿਆ ਗਿਆ ਸੀਗਾ। ਜਿਹੜੇ, ਕਿਉਂਕਿ ਉਦੋਂ ਹਰ ਕੋਈ ਬੰਦਾ ਨਵੀਆਂ ਬਰੂਦ ਆਇਆ ਸੀਗਾ। ਠੀਕ ਆ, ਨਵੀਂ ਹਜੇ 1526 'ਚ ਇਹ ਕਹਿ ਲਓ ਕਿ ਬਰੂਦ ਬੜਾ ਫ੍ਰੀਕੁਐਂਟਲੀ ਵਰਤਿਆ ਜਾਂਦਾ ਸੀ, ਤੋਪ ਬੜੀ ਫ੍ਰੀਕੁਐਂਟਲੀ। ਇਹ ਵੀ ਨਹੀਂ ਕਹਿ ਸਕਦਾ ਕਿ ਪਹਿਲੀ ਵਾਰ ਤੋਪ ਆਈ ਸੀ। ਪਹਿਲੀ ਵਾਰੀ ਤੋਪਾਂ ਜਿਹੜੀਆਂ ਸੀ ਭਾਰਤ 'ਚ, ਉਹ ਵਿਜੇਨਗਰ ਅੰਪਾਇਰ ਦੇ ਵੇਲੇ 1325-26 'ਚ ਵਰਤੀਆਂ ਜਾ ਚੁੱਕੀਆਂ। ਇਹ ਕਿਹੜੇ ਸਮੇਂ ਦੀ ਗੱਲ ਆ ਭਲਾ? 1525-1526 ਦੀ। ਮੈਂ ਨਹੀਂ ਕਹਿੰਦਾ ਕਿ ਇਸ ਟਾਈਮ ਤੱਕ ਤੋਪਾਂ ਭਾਰਤ 'ਚ ਵਰਤੀਆਂ ਨਹੀਂ ਸੀ ਜਾਂਦੀਆਂ, ਪਰ ਇੰਨੀਆਂ ਫ੍ਰੀਕੁਐਂਟਲੀ ਨਹੀਂ ਸੀ ਵਰਤੀਆਂ ਜਾਂਦੀਆਂ। ਸੋ ਬੜੇ ਐਕਸਪਰਟ ਬੰਦਿਆਂ ਦੀ ਮਦਦ ਨਾਲ ਤੋਪਾਂ ਚਲਵਾਈਆਂ ਗਈਆਂ ਤੇ ਬੜੇ ਜ਼ਬਰਦਸਤ ਤਰੀਕੇ ਨਾਲ ਬੈਰੀਗੇਡਸ ਜਿਹੜੇ ਆ ਜੀ ਉਹ ਤੋੜੇ ਗਏ। ਠੀਕ ਆ, ਸੋ ਇਸ ਤਰੀਕੇ ਨਾਲ ਬਾਬਰ ਨੇ ਦਿੱਲੀ ਕਬਜ਼ਾ ਕੀਤੀ ਤੇ ਬਾਬਰ ਨੇ ਆਪਣੇ ਮੁੰਡੇ ਹਮਾਯੂ ਨੂੰ ਭੇਜਿਆ ਆਗਰਾ ਕਬਜ਼ਾ ਕਰਨ ਵਾਸਤੇ, ਤੇ ਫਾਈਨਲੀ ਉਹਨੇ ਆਪਣੇ ਆਪ ਨੂੰ ਐਂਪਰਰ ਆਫ ਹਿੰਦੁਸਤਾਨ ਡਿਕਲੇਅਰ ਕਰਤਾ 1526 'ਚ। ਇਸ ਤਰੀਕੇ ਨਾਲ, ਮਤਲਬ ਪਾਣੀਪਤ ਦੀ ਪਹਿਲੀ ਲੜਾਈ, ਅਸਲ 'ਚ ਦਿੱਲੀ ਦੇ ਰਾਜੇ ਜਿਹੜੇ ਸੀ ਉਹ ਬੜੇ ਚਲਾਕ ਹੁੰਦੇ ਸੀ। ਉਹ ਪਾਣੀਪਤ ਨੂੰ ਇਸ ਕਰਕੇ ਲੜਾਈ ਦੇ ਤੌਰ ਤੇ ਵਰਤਦੇ ਸੀ ਕਿਉਂਕਿ ਜਿਹੜਾ ਪਾਣੀਪਤ ਸੀ ਨਾ, ਉੱਥੇ ਆਇਰਨ ਸਮਿਥ, ਲੋਹੇ ਦਾ ਕੰਮ ਬਹੁਤ ਕੰਮ ਹੁੰਦਾ ਸੀਗਾ, ਲੋਹੇ ਦਾ ਜਾਂ ਇਸ ਤਰੀਕੇ ਦਾ। ਠੀਕ ਆ, ਦੂਜੀ ਗੱਲ
ਗੱਲ ਇਹ ਸੀ ਕਿ ਉੱਥੇ ਬੜੀ ਈਜ਼ਲੀ ਤੁਹਾਨੂੰ ਮਤਲਬ ਕਿ ਰਹਿਣ ਬਸੇਰੇ ਮਿਲ ਜਾਂਦੇ ਸੀ, ਪਲੇਨ ਏਰੀਆ ਹੋਣ ਕਰਕੇ ਤੁਸੀਂ ਬੜਾ ਵਧੀਆ ਤਰੀਕੇ ਨਾਲ ਉੱਥੇ ਆਪਣਾ ਪ੍ਰਬੰਧ ਕਰ ਸਕਦੇ ਸੀ। ਰਾਤ ਨੂੰ ਸੌਣਾ, ਫਿਰ ਸਵੇਰੇ ਉੱਠ ਕੇ ਲੜਾਈ ਸ਼ੁਰੂ ਹੋ ਜਾਂਦੀ ਸੀਗੀ। ਇਹ ਸਾਰਾ ਪ੍ਰੋਸੀਜਰ ਚੱਲਦਾ ਸੀਗਾ, ਠੀਕ ਆ। ਤੇ ਸਾਰੇ ਪਾਸਿਓਂ ਸਟ੍ਰੈਟੇਜਿਕਲੀ ਸਾਰੇ ਪਾਸਿਓਂ ਸੜਕਾਂ ਜੁੜਦੀਆਂ ਸੀ ਆ ਕੇ, ਇਸ ਕਰਕੇ ਕਿਸੇ ਵੀ ਚੀਜ਼ ਦੀ ਰਾਜੇ ਨੂੰ ਕਮੀ ਹੁੰਦੀ ਸੀ, ਕਿਸੇ ਪਾਸਿਓਂ ਸੈਨਾ ਦੀ ਕਮੀ ਲੱਗਦੀ ਸੀ ਤਾਂ ਉਹ ਸੈਨਾ ਬੜੀ ਈਜ਼ਲੀ ਉੱਥੇ ਅਵੇਲੇਬਲ ਕਰਾਈ ਜਾ ਸਕਦੀ ਸੀ। ਦੂਸਰੀ ਗੱਲ, ਇੱਕ ਕਲਾਈਮੇਟ ਜਿਹੜਾ ਕਿ ਬਹੁਤ ਜ਼ਿਆਦਾ ਐਕਸਟ੍ਰੀਮ ਹਾਰਡ ਕਲਾਈਮੇਟ ਨਹੀਂ ਸੀਗਾ, ਇਸ ਕਰਕੇ ਕਿਸੇ ਵੀ ਮੌਸਮ 'ਚ ਉੱਥੇ ਲੜਨਾ ਜਿਹੜਾ ਸੀਗਾ ਥੋੜਾ ਜਿਹਾ ਵਿੱਚ ਹਿੱਸਾ ਵਿੱਚੋਂ ਮੌਨਸੂਨ ਦਾ ਛੱਡ ਦਿੱਤਾ ਜਾਵੇ, ਅਦਰਵਾਈਜ਼ ਕੋਈ ਵੀ ਐਕਸਟ੍ਰੀਮ ਟਾਈਪ ਦਾ ਕਲਾਈਮੇਟ ਆਪਾਂ ਨੂੰ ਉੱਥੇ ਨਹੀਂ ਮਿਲਦਾ। ਸੋ ਇਸ ਕਰਕੇ ਆਪਾਂ ਇਹ ਗੱਲ ਕਹਿ ਦਈਏ ਕਿ ਉੱਥੇ ਇਸ ਤਰੀਕੇ ਦੀ ਵੀ ਕੋਈ ਪ੍ਰੋਬਲਮ ਨਹੀਂ ਸੀਗੀ। ਸੋ ਇਸ ਕਰਕੇ ਪਾਣੀਪਤ ਦੇ ਮੈਦਾਨ ਨੂੰ ਅਕਸਰ ਲੜਾਈਆਂ ਵਾਸਤੇ ਪਾਣੀਪਤ ਜਾਂ ਕਰਨਾਲ, ਇੱਥੋਂ ਦੇ ਮੈਦਾਨ ਇੱਕੋ ਜਿਹੀਆਂ ਪ੍ਰਤੀਸਥਿਤੀਆਂ ਦੋਵਾਂ ਮੈਦਾਨ ਇਲਾਕਿਆਂ ਦੀਆਂ। ਸੋ ਇਹਨਾਂ ਨੂੰ ਸਟ੍ਰੈਟੇਜਿਕਲੀ ਦਿੱਲੀ ਦੇ ਰਾਜਿਆਂ ਨੇ ਲੜਾਈ ਦੇ ਤੌਰ ਤੇ ਤਾਂ ਵਰਤਿਆ, ਠੀਕ ਆ। ਅਗਲੀ ਗੱਲ, ਯਮੁਨਾ ਨੇੜੇ ਹੋਣ ਕਰਕੇ ਪਾਣੀ ਦੇ ਪ੍ਰਬੰਧ 'ਚ ਵੀ ਕੋਈ ਬਹੁਤੀ ਦਿੱਕਤ ਨਹੀਂ ਸੀ, ਜਿਹੜਾ ਕਿ ਇੱਕ ਵਾਰੀ ਜੇ ਤੁਸੀਂ ਕਿਸੇ ਥੋੜੇ ਸਮੇਂ ਲਈ ਰਹਿਣਾ ਹੈ ਤਾਂ ਪਾਣੀ ਤਾਂ ਇੱਕ ਬਹੁਤ ਵੱਡੀ ਜ਼ਰੂਰਤ ਆ ਤੁਹਾਡੀ, ਤਾਂ ਉਹ ਸਾਰੀਆਂ ਚੀਜ਼ਾਂ ਪੂਰੀਆਂ ਹੋ ਜਾਂਦੀਆਂ ਸੀ ਇੱਥੇ, ਠੀਕ ਆ। ਸੋ ਕੁੱਲ ਮਿਲਾ ਕੇ ਕਿਸ ਤਰੀਕੇ ਨਾਲ ਇਹਨੇ ਮਤਲਬ ਕਿ ਆਪਣੇ ਆਪ ਨੂੰ ਕਵਰ ਕੀਤਾ ਉਹ ਤੁਹਾਨੂੰ ਦੱਸ ਹੀ ਦਿੱਤਾ, ਠੀਕ ਆ। ਸੋ ਨੈਕਸਟ ਉਸ ਤੋਂ ਬਾਅਦ ਆਪਣੇ ਕੋਲ ਅੱਗੇ ਆ ਗਿਆ ਕਿ ਇਹਨੂੰ ਰੋਕਣ ਵਾਸਤੇ ਕਈ ਫਿਰ ਜਿਹੜੇ ਇਹਦੇ ਉਹ ਸੀਗੇ ਰਾਣਾ ਸੰਘਾ ਜਾਂ ਉਹ ਜਿਹੜੇ ਕਿ ਸ਼ੁਰੂ 'ਚ ਇਹਦੇ ਸਾਥੀ ਸੀਗੇ, ਬਾਅਦ 'ਚ ਉਹਨਾਂ ਨੇ ਇਹਨੂੰ ਰੋਕਣ ਦੀ ਕੋਸ਼ਿਸ਼ ਵੀ ਕੀਤੀ, ਪਰ ਕਹਿ ਲਓ ਕਿ ਕੋਈ ਬਹੁਤ ਜ਼ਿਆਦਾ ਉਸ ਚੀਜ਼ ਦਾ ਹੱਲ ਨਿਕਲਿਆ ਨਹੀਂ, ਠੀਕ ਆ। ਸੋ ਇਸ ਤਰੀਕੇ ਨਾਲ ਬਾਬਰ ਨੇ 1526 ਤੱਕ ਪਹੁੰਚਦੇ ਆਪਣੀ ਜਿਹੜੀ ਫਤਿਹ ਆ ਉਹ ਭਾਰਤ ਤੇ ਕਰ ਲਈ, ਦਿੱਲੀ ਤੇ ਬੇਸਿਕਲੀ। ਇਹ ਨਹੀਂ ਕਹਿ ਸਕਦੇ ਕਿ ਦਿੱਲੀ ਦੇ ਨੇੜੇ ਉਹਨੇ ਸਾਰਾ ਭਾਰਤ ਆਪਣੇ ਕਬਜ਼ੇ 'ਚ ਕਰ ਲਿਆ, ਬਿਕੋਜ਼ ਦਿੱਲੀ ਦੇ ਨੇੜੇ ਜਿਹੜੇ ਛੋਟੇ ਛੋਟੇ ਰਾਜੇ ਸੀ, ਹੁਣ ਦਿੱਲੀ ਦੇ ਨਾਲ ਹੀ ਕਿਹੜਾ ਸੀਗਾ, ਕਾਰਾ, ਇਲਾਹਾਬਾਦ ਦਾ ਇਲਾਕਾ, ਉੱਥੇ ਹਜੇ ਵੀ ਆਲਮ ਖਾਨ ਬੈਠਾ ਸੀਗਾ। ਜੇ ਆਪਾਂ ਰਾਜਸਥਾਨ ਵਾਲੇ ਪਾਸੇ ਗੱਲ ਕਰੀਏ, ਠੀਕ ਆ, ਮੇਵਾੜ ਵਾਲਾ ਇਲਾਕਾ ਗੱਲ ਕਰੀਏ, ਉੱਥੇ ਹਜੇ ਵੀ ਰਾਣਾ ਸੰਘਾ ਬੈਠਾ ਸੀਗਾ। ਉਹ ਇੰਨੀ ਜਲਦੀ ਆਪਣਾ ਵੰਸ਼ ਜਾਂ ਆਪਣਾ ਰਾਜ ਨਹੀਂ ਛੱਡਣਗੇ, ਠੀਕ ਆ। ਤੇ ਜੇ ਕਹਿ ਦਈਏ ਕਿ ਸਾਊਥ ਇੰਡੀਆ ਤੱਕ ਤਾਂ ਪਤਾ ਹੀ ਨਹੀਂ ਸੀ ਕਿ ਬਾਬਰ ਆਇਆ ਹੈ, ਅਜੇ ਤਾਂ ਜਸਟ ਬਾਬਰ ਨੇ ਦਿੱਲੀ ਸ਼ਹਿਰ ਤੇ ਕੰਟਰੋਲ ਕੀਤਾ ਸੀਗਾ। ਅਸਲੀ ਚੈਲੰਜ ਤਾਂ ਉਹਨੂੰ ਇਸ ਤੋਂ ਬਾਅਦ ਦੇਖਣ ਨੂੰ ਮਿਲੂਗਾ, ਠੀਕ ਆ। ਤੇ ਤੁਸੀਂ ਆਪ ਸੋਚ ਕੇ ਦੇਖੋ, ਜਿਹੜੇ ਲੋਧੀਆਂ ਨੂੰ ਤੁਸੀਂ ਹਟਾਤਾ ਹੋਊਗਾ ਕੁਰਸੀਆਂ ਤੋਂ, ਠੀਕ ਆ, ਚਲੋ ਜਿਹੜੇ ਦਿੱਲੀ 'ਚ ਉਹਦੇ ਵਜ਼ੀਰ ਹੋਣਗੇ ਉਹ ਤਾਂ ਤੁਸੀਂ ਮਾਰਤੇ, ਪਰ ਜਿਹੜੇ ਵੱਖੋ-ਵੱਖ ਇਲਾਕਿਆਂ 'ਚ ਗਵਰਨਰ ਨੇ, ਬਿਹਾਰ ਦਾ ਗਵਰਨਰ ਆ ਜਿਹੜਾ, ਜਾਂ ਬੰਗਾਲ ਦਾ ਜਿਹੜਾ ਗਵਰਨਰ ਆ, ਜਾਂ ਗੁਜਰਾਤ ਦਾ ਜਿਹੜਾ ਗਵਰਨਰ ਲੋਧੀਆਂ ਨੇ ਲਾ ਕੇ ਭੇਜਿਆ ਹੋਊਗਾ, ਕੀ ਉਹ ਗਵਰਨਰ ਇੱਕੋ ਦਮ ਮੰਨ ਲੈਣਗੇ ਕਿ ਸਾਡਾ ਐਂਪਰਰ ਜਿਹੜਾ ਉਹ ਬਾਬਰ ਆ? ਨਹੀਂ। ਇਟ ਮੀਨਸ ਹਜੇ ਉਹਨਾਂ ਦੀਆਂ ਬਗਾਵਤਾਂ ਹੋਣੀਆਂ ਤਾਂ ਬਾਕੀ ਆ, ਠੀਕ ਆ। ਹੁਣ ਬਾਬਰ ਕੀ ਕਰੂਗਾ? ਬਾਬਰ ਦੀ ਇੱਕ ਸਭ ਤੋਂ ਵੱਡੀ ਪ੍ਰੋਬਲਮ ਸੀ ਕਿ ਬਾਬਰ ਦਾ ਜਿਹੜਾ ਟਾਈਮ ਪੀਰੀਅਡ ਆ ਨਾ ਬੜਾ ਥੋੜਾ ਰਿਹਾ ਹੈ, 1526 ਤੋਂ ਲੈ ਕੇ 1530 ਤੱਕ। ਸੋ ਇਹਨਾਂ 4 ਸਾਲਾਂ 'ਚ ਹੀ ਬਾਬਰ ਨੇ ਜੋ ਕਰਨਾ ਹੈ ਉਹ ਕਰਨਾ ਹੈ, ਠੀਕ ਆ। ਬਾਬਰ ਨੇ ਸਭ ਤੋਂ ਪਹਿਲੀ ਫਤਿਹ ਤਾਂ ਕਰ ਲਈ ਪਾਣੀਪਤ ਦੀ ਲੜਾਈ 'ਚ। ਉਸ ਤੋਂ ਬਾਅਦ ਆ ਜਾਓ ਅੱਗੇ ਜਾ ਕੇ ਬਾਬਰ ਲੜਦਾ ਹੈ ਬੈਟਲ ਆਫ ਖਾਨਵਾ, ਠੀਕ ਆ। ਅਸਲ 'ਚ ਬੈਟਲ ਆਫ ਖਾਨਵਾ ਕਿਹਦੇ ਖਿਲਾਫ ਸੀਗੀ? ਇਹ ਉਹੀ ਰਾਣਾ ਸੰਘਾ ਸੀਗਾ ਜਿਹੜੇ ਰਾਣਾ ਸੰਘਾ ਨੇ ਇਹਨੂੰ ਇਨਵਾਈਟ ਕੀਤਾ ਸੀਗਾ, ਠੀਕ ਆ। ਜਦੋਂ ਇਹਨਾਂ 'ਚ ਆਪਸ 'ਚ ਮਿਸਅੰਡਰਸਟੈਂਡਿੰਗਸ ਹੋ ਜਾਂਦੀਆਂ, ਬਾਬਰ ਉਹਨੂੰ ਕਹਿੰਦਾ ਹੈ ਕਿ ਮੈਨੂੰ ਮੁਗਲ ਐਂਪਰਰ ਮੰਨ, ਉਹ ਕਹਿੰਦਾ ਕਿ ਮੈਂ ਮੁਗਲ ਐਂਪਰਰ ਨਹੀਂ ਮੰਨੂਗਾ ਤੈਨੂੰ। ਇਹਨੂੰ ਲੈ ਕੇ ਦੋਵਾਂ ਦੇ ਵਿੱਚ ਨਾ ਮਿਸਅੰਡਰਸਟੈਂਡਿੰਗਸ ਹੋ ਜਾਂਦੀਆਂ ਤੇ ਇਸੇ ਮਿਸਅੰਡਰਸਟੈਂਡਿੰਗ 'ਚੋਂ ਨਿਕਲ ਕੇ ਆਉਂਦੀ ਹੈ ਬੈਟਲ ਆਫ ਖਾਨਵਾ। ਤੇ ਇਸੇ ਤਹਿਤ ਬਾਬਰ ਰਾਣਾ ਸੰਘਾ ਦੇ ਖਿਲਾਫ ਜਿਹਾਦ, ਇਸਲਾਮ ਦੇ ਵਿੱਚ ਜਦੋਂ ਧਰਮ ਦੇ ਨਾਂ ਤੇ ਲੜਾਈ ਲੜਨੀ ਹੋਵੇ ਤੇ ਮੁਸਲਿਮਸ ਦੀ ਸਪੋਰਟ ਚਾਹੀਦੀ ਹੋਵੇ ਤਾਂ ਇੱਕ ਗੱਲ ਦੇਖੋ, ਬਾਬਰ ਦੀ ਆਪਣੀ ਬਹੁਤ ਥੋੜੀ ਸੈਨਾ ਸੀਗੀ, ਠੀਕ ਆ। ਤੇ ਜੇ ਉਹਨੇ ਰਾਣੇ ਸੰਘੇ ਦੇ ਖਿਲਾਫ ਲੜਨਾ ਸੀਗਾ ਤੇ ਜਿਹੜੇ ਲੋਕਲ ਮੁਸਲਮਾਨ ਨੇ ਉਹਨਾਂ ਦੀ ਸਪੋਰਟ ਚਾਹੀਦੀ ਸੀ, ਤੇ ਲੋਕਲ ਮੁਸਲਮਾਨ ਜਿਹੜੇ ਆ ਉਹ ਬਾਬਰ ਤੋਂ ਨਫ਼ਰਤ ਇਸ ਕਰਕੇ ਕਰਦੇ ਸੀ, ਇਹ ਵਿਦੇਸ਼ੀ ਆ। ਇੱਕੋ ਲਿੰਕ ਸੀਗਾ ਲੋਕਲ ਮੁਸਲਮਾਨਾਂ ਤੇ ਬਾਬਰ 'ਚ ਕਿ ਸਾਰੇ ਮੁਸਲਮਾਨ ਸੀ, ਸਭ ਇਸਲਾਮ ਨੂੰ ਮੰਨਦੇ ਸੀ। ਇੱਕੋ ਹੀ ਚੀਜ਼ ਉਹਨਾਂ ਨੂੰ ਇੱਕੋ ਝੰਡੇ ਥੱਲੇ ਇਕੱਠੀ ਕਰ ਸਕਦੀ ਸੀ, ਉਹ ਸੀ ਇਸਲਾਮਿਕ ਹੋਣਾ ਇਹਨਾਂ ਦਾ। ਸੋ ਬਾਬਰ ਜਿਹਾਦ ਦਾ ਨਾਅਰਾ ਦਿੰਦਾ ਹੈ ਤੇ ਆਪਣੇ ਆਪ ਨੂੰ ਗਾਜ਼ੀ ਦਾ ਖਿਤਾਬ ਦੇ ਦਿੰਦਾ ਹੈ। ਗਾਜ਼ੀ ਮਤਲਬ ਅਜਿੱਤ, ਜਿਹਨੂੰ ਜਿੱਤਿਆ ਹੀ ਨਹੀਂ ਜਾ ਸਕਦਾ, ਠੀਕ ਆ, ਗਾਜ਼ੀ। ਸੋ ਕਈ ਵਾਰੀ ਆਪਾਂ ਨੇ ਇੱਕ ਪਣਡੁੱਬੀ ਸੀ ਗਾਜ਼ੀ, ਠੀਕ ਆ, ਪਾਕਿਸਤਾਨ ਦੀ ਪਣਡੁੱਬੀ ਸੀ, ਜਿਹਨੂੰ ਡੁੱਬਿਆ ਗਿਆ ਸੀਗਾ। ਉਹ ਗਾਜ਼ੀ ਸ਼ਬਦ ਦਾ ਮਤਲਬ ਹੀ ਇਹ ਆ ਕਿ ਜਿਹਨੂੰ ਜਿੱਤਿਆ ਨਾ ਜਾ ਸਕੇ, ਜਿਹੜਾ ਅਜਿੱਤ ਹੋਵੇ। ਸੋ ਇਹਨੇ ਇਸ ਲੜਾਈ ਤੋਂ ਬਾਅਦ ਗਾਜ਼ੀ ਨਾਮ ਦੇਤਾ ਤੇ ਦਿੱਲੀ ਤੋਂ ਲੈ ਕੇ ਆਗਰਾ ਜਿਹੜਾ ਸੀਗਾ ਉਹਨੂੰ ਪੂਰੇ ਤਰੀਕੇ ਨਾਲ ਸਿਕਿਉਰ ਕਰ ਲਿਆ, ਠੀਕ ਆ। ਇਸ ਤੋਂ ਬਾਅਦ ਅਗਲੀ ਲੜਾਈ ਇਹਦੀ ਸੀਗੀ
ਚੰਦੇਰੀ ਦੀ ਲੜਾਈ, ਬੈਟਲ ਆਫ ਚੰਦੇਰੀ, ਜਿਹੜੀ ਕਿ ਇੱਕ ਰਾਜਪੂਤ ਰਾਜਾ ਸੀਗਾ ਮੈਦੀਨੀ ਰਾਏ, ਉਹਦੇ ਨਾਲ ਲੜੀ ਗਈ। ਸੋ ਉਸ ਲੜਾਈ 'ਚ ਫਤਿਹ ਕਰ ਲੈਂਦਾ ਹੈ। ਉਸ ਤੋਂ ਬਾਅਦ ਯੂਪੀ ਦੇ ਵਿੱਚ ਇੱਕ ਨਦੀ ਆ ਘਾਘਰਾ ਨਦੀ, ਘੱਗਰ ਨਦੀ ਨਹੀਂ ਗੀ, ਘਾਘਰਾ, ਇਹ ਯੂਪੀ ਦੀ ਬੜੀ ਮਸ਼ਹੂਰ ਨਦੀ ਆ। ਉੱਥੇ ਫਿਰ ਲੜਾਈ ਲੜਦਾ ਹੈ ਬਾਬਰ, ਕਿਹਦੇ ਨਾਲ? ਮਹਿਮੂਦ ਲੋਧੀ ਨਾਲ। ਕਿਉਂਕਿ ਹੁਣ ਰੌਲਾ ਰਹਿ ਗਿਆ ਲੋਧੀ ਖਾਨਦਾਨ ਦਾ। ਲੋਧੀ ਖਾਨਦਾਨ 'ਚ ਹਜੇ ਵੀ ਇੱਕ ਦੋ ਭਰਾ ਪਏ ਹੋਏ ਸੀ। ਇਹ ਇਬਰਾਹਿਮ ਲੋਧੀ ਦਾ ਚਚੇਰਾ ਭਰਾ ਹੀ ਸੀਗਾ, ਨਾਮ ਸੀ ਮਹਿਮੂਦ ਲੋਧੀ, ਠੀਕ ਆ। ਸੋ ਇਹ ਤੇ ਹੋਰ ਛੋਟੇ ਮੋਟੇ ਗਵਰਨਰ ਜਿਹੜੇ, ਜਿਵੇਂ ਬੰਗਾਲ ਦਾ ਗਵਰਨਰ ਸੀ, ਬੰਗਾਲ ਦੇ ਗਵਰਨਰ ਨੇ ਸਪਸ਼ਟ ਕਹਿਤਾ ਸੀ ਕਿ ਮੈਂ ਬਾਬਰ ਨੂੰ ਆਪਣਾ ਐਂਪਰਰ ਨਹੀਂ ਮੰਨਣਾ, ਠੀਕ ਆ। ਸੋ ਉੱਥੋਂ ਦਾ ਹੋ ਗਿਆ। ਤੇ ਹੋਰ ਛੋਟੇ ਮੋਟੇ ਜਿਹੜੇ ਮਾੜੇ ਮੋਟੇ ਗਵਰਨਰ ਜਾਂ ਜ਼ਮੀਨਦਾਰ ਸੀ, ਉਹਨਾਂ ਸਾਰਿਆਂ ਨੇ ਮਹਿਮੂਦ ਲੋਧੀ ਨੂੰ ਸਪੋਰਟ ਕੀਤੀ ਤੇ ਮਹਿਮੂਦ ਲੋਧੀ ਤੇ ਬਾਬਰ 'ਚ ਲੜਾਈ ਹੋਈ। ਪਰ ਇਸ ਲੜਾਈ 'ਚ ਬਾਬਰ ਜਿਹੜਾ ਸੀਗਾ ਉਹਨੇ ਮਤਲਬ ਕਿ ਫਤਿਹ ਹਾਸਲ ਕੀਤੀ। ਤੇ ਜਿਹੜਾ ਉਹ ਸੀਗਾ ਬੰਗਾਲ ਦਾ ਗਵਰਨਰ, ਉਹਦੇ ਨਾਲ ਟ੍ਰੀਟੀ ਸਾਈਨ ਕਰ ਲਈ ਕਿ ਬਈ ਤੂੰ ਅੱਜ ਤੋਂ ਬਾਅਦ ਮੈਨੂੰ ਗਵਰਨਰ ਤੇ ਇੰਨੀ ਭੇਟਾਂ ਚੜਾਇਆ ਕਰੇਗਾ। ਸੋ ਇਸ ਤਰੀਕੇ ਨਾਲ ਬਾਬਰ ਜਿਹੜਾ ਸੀਗਾ ਉਹ ਸਭ ਤੋਂ ਪਹਿਲਾਂ ਕੀ ਕਰਦਾ ਹੈ, ਜੇ ਇੰਡੀਆ 'ਚੋਂ ਆਇਆ ਹੈ ਬਾਬਰ, ਜਿਹੜਾ ਇੰਡੀਆ 'ਚ ਆਇਆ ਹੈ, ਉਹ ਇਸ ਬੰਗਾਲ ਤੱਕ ਦੀ ਬੈਲਟ ਜਿਹੜੀ ਆ ਇਹਨੂੰ ਕਬਜ਼ੇ 'ਚ ਕਰਦਾ ਹੈ। ਇਸ ਤੋਂ ਵੱਡਾ ਏਰੀਆ ਹਜੇ ਉਹਦੇ ਕਬਜ਼ੇ 'ਚ ਨਹੀਂ ਸੀ ਆਇਆ। ਜਸਟ ਇਸੇ ਬੈਲਟ ਨੂੰ, ਜਿੱਥੇ ਕਿ ਮੇਵਾੜ, ਦਿੱਲੀ, ਲਾਹੌਰ, ਪੇਸ਼ਾਵਰ, ਇੱਥੇ ਯੂਪੀ ਤੇ ਇੱਥੇ ਬੰਗਾਲ, ਸੋ ਇਸ ਬੈਲਟ ਤੇ ਟਾਰਗੇਟ ਕਰ ਲੈਂਦਾ ਹੈ। ਇਹ ਬੈਲਟ ਉਹਦੇ ਕੰਟਰੋਲ 'ਚ ਆ ਜਾਂਦੀ ਹੈ, ਜਿਹਦੇ ਵਾਸਤੇ ਉਹ 2-3 ਲੜਾਈਆਂ ਲੜਦਾ ਹੈ, ਬੈਟਲ ਆਫ ਘਾਘਰਾ, ਬੈਟਲ ਆਫ ਚੰਦੇਰੀ, ਬੈਟਲ ਆਫ ਖਾਨਵਾ, ਠੀਕ ਆ। ਇਸ ਤੋਂ ਉੱਪਰ ਕਿਹੜੀ ਹੈ ਜੀ? ਬੈਟਲ ਆਫ ਪਾਣੀਪਤ, ਬੈਟਲ ਆਫ ਪਾਣੀਪਤ, ਬੈਟਲ ਆਫ ਖਾਨਵਾ, ਬੈਟਲ ਆਫ ਚੰਦੇਰੀ ਤੇ ਲਾਸਟ 'ਚ ਆ ਜਾਂਦੀ ਹੈ ਆਪਣੇ ਕੋਲ ਬੈਟਲ ਆਫ ਘਾਘਰਾ। ਇਹੀ ਲੜਾਈਆਂ ਨੇ ਬਾਬਰ ਦੀਆਂ ਜਿਹੜੀਆਂ ਇੰਪੋਰਟੈਂਟ ਆ। ਬਾਬਰ ਦੇ ਰਾਜ ਦੀ ਇੱਕ ਸਮੱਸਿਆ ਰਹੀ ਆ ਜਿਹੜੀ ਸਭ ਤੋਂ ਵੱਧ, ਕਿ ਬਾਬਰ ਨੇ ਇਹ 4 ਲੜਾਈਆਂ ਲੜ ਕੇ 4 ਸਾਲਾਂ 'ਚ ਭਾਰਤ ਦਾ ਇੱਕ ਸਭ ਤੋਂ ਸਟ੍ਰੈਟੇਜਿਕਲੀ ਇੰਪੋਰਟੈਂਟ ਹਿੱਸਾ ਆਪਣੇ ਕੰਟਰੋਲ 'ਚ ਕਰ ਲਿਆ। ਉਹਨੇ ਇੱਕ ਗਲਤੀ ਕੀਤੀ ਹੈ, ਜਿਹੜੇ ਹਿੱਸੇ ਨੂੰ ਲੜਿਆ ਤੇ ਜਿੱਤਿਆ ਉੱਥੇ ਪ੍ਰੋਪਰ ਕੰਸੋਲੀਡੇਸ਼ਨ ਨਹੀਂ ਕੀਤੀ। ਉਸ ਤੋਂ ਬਾਅਦ ਅਗਲਾ ਹਿੱਸਾ ਲੜਨ ਚਲੇ ਗਿਆ, ਉਸ ਤੋਂ ਬਾਅਦ ਅਗਲਾ ਹਿੱਸਾ, ਉਸ ਤੋਂ ਬਾਅਦ ਅਗਲਾ ਹਿੱਸਾ, ਮਤਲਬ ਕੰਸੋਲੀਡੇਸ਼ਨ ਕਰ ਲੈਂਦਾ ਤਾਂ ਜਿਹੜਾ ਰਾਜ ਇਹਨੇ ਸੀਗਾ ਇਹਦੇ ਕੋਲ, ਉਹਨੂੰ ਸਾਂਭਿਆ ਜਾਂਦਾ। ਸਾਂਭਣ ਦੀ ਬਜਾਏ ਅਗਲੇ ਨੂੰ ਕੰਟਰੋਲ ਕਰ ਰਿਹਾ ਸੀਗਾ। ਦੂਜੀ ਗਲਤੀ ਬਾਬਰ ਦੀ ਜਿਹੜੀ ਸਭ ਤੋਂ ਵੱਡੀ ਮੰਨੀ ਜਾਂਦੀ ਹੈ, ਬਾਬਰ ਦੇ 4 ਮੁੰਡੇ ਸੀ। ਦੁਨੀਆ ਦਾ ਕੋਈ ਐਂਪਰਰ ਐਵੇਂ ਨਹੀਂ ਹੁੰਦਾ ਜਿਹੜਾ ਕਿ ਆਪਣੀ ਜਾਇਦਾਦ ਜਿਹੜੀ ਆ ਉਹ ਆਪਣੇ ਮੁੰਡਿਆਂ 'ਚ ਬਰਾਬਰ ਵੰਡ ਜੇ। ਆਮ ਲੋਕ ਆਪਣੇ ਘਰਾਂ ਦੀ ਪ੍ਰਾਪਰਟੀ ਮੁੰਡਿਆਂ ਕੁੜੀਆਂ 'ਚ ਬਰਾਬਰ ਵੰਡ ਕੇ ਜਾਂਦੇ ਆ, ਪਰ ਇੱਕ ਰਾਜਾ ਜੇ ਆਪਣੀ ਸੰਪत्ति, ਆਪਣਾ ਰਾਜ ਭਾਗ ਆਪਣੇ ਮੁੰਡਿਆਂ 'ਚ ਬਰਾਬਰ ਵੰਡੂਗਾ ਤਾਂ ਯਾਦ ਰੱਖਿਓ 10 ਸਾਲ ਬਾਅਦ ਉਹ ਕਿਸੇ ਹਿੱਸੇ ਨਹੀਂ ਰਹਿਣਾ। ਕਿਉਂਕਿ 4 ਨੂੰ ਰਾਜ ਭਾਗ ਛੋਟਾ ਕਰਤਾ, ਸੈਨਿਕ ਵੰਡੇ ਗਏ, ਕੁਝ ਆਪ ਲੜਨਗੇ, ਕੁਝ ਦੁਸ਼ਮਣ ਨਾਲ ਬਾਹਰੋਂ, ਚੌਥਾ ਹਿੱਸਾ ਲੜੂਗਾ, ਕਮਜ਼ੋਰ ਪੈ ਜਾਣਗੇ। ਇਸ ਕਰਕੇ ਐਂਪਰਰ ਕਦੇ ਵੀ ਰਾਜ ਵੰਡ ਕੇ ਨਹੀਂ ਜਾਂਦੇ, ਉਹ ਕਿਸੇ ਇੱਕ ਨੂੰ ਆਪਣੀ ਗੱਦੀ ਦੇ ਕੇ ਜਾਂਦੇ ਆ। ਜੇ ਉਹ ਗੱਦੀ ਦਾ ਹਿੱਸਾ ਵੰਡਣ ਲੱਗ ਪਏ ਤਾਂ ਫਿਰ ਇਸ ਤਰੀਕੇ ਨਾਲ ਤੇ ਵੰਸ਼ ਅੱਗੇ ਫਿਰ ਉਹ ਅੰਪਾਇਰ ਅੱਗੇ ਨਹੀਂ ਚੱਲੂਗਾ। ਵੰਸ਼ ਬੇਸ਼ੱਕ 10 ਸਾਲ 20 ਸਾਲ 25 ਸਾਲ ਕੱਟ ਜੇ, ਪਰ ਅੰਪਾਇਰ ਜੇ ਕਹਿ ਦੇਣ ਕਿ ਅੱਗੇ ਚੱਲ ਪਊਗਾ, ਭੁੱਲ ਜਾਓ ਕਿ ਅੰਪਾਇਰ ਨਹੀਂ ਅੱਗੇ ਚੱਲ ਸਕਦਾ। ਸੋ ਇਹ ਕਹਾਣੀ ਸੀ। ਖੈਰ, ਜੇ ਕੋਈ ਮੈਨੂੰ ਪੁੱਛੇ ਕਿ ਬਾਬਰ ਨੇ 4 ਸਾਲ 'ਚ ਕੀ ਖੱਟਿਆ ਤੇ ਕੀ ਕਮਾਇਆ, ਬਾਬਰ ਇੱਕ ਬਹੁਤ ਤਗੜਾ ਇੰਟੈਲੈਕਚੁਅਲ ਸੀ। ਮੈਂ ਦੱਸਿਆ ਕਿ ਉਹਦੀ ਆਪਣੀ ਲਿਖੀ ਹੋਈ ਕਿਤਾਬ ਸੀ ਬਾਬਰਨਾਮਾ, ਜਿਹਨੂੰ ਤੁਜਕੇ ਬਾਬਰੀ ਵੀ ਕਹਿੰਦੇ ਆ, ਜਿਹੜੀ ਕਿ ਚਟਕਈ ਟਰਕੀ 'ਚ ਲਿਖੀ ਗਈ ਕਿਤਾਬ ਸੀ, ਠੀਕ ਆ। ਜਿਹਦੇ 'ਚ ਇਹਨੇ ਬਹੁਤ ਜ਼ਿਆਦਾ ਜ਼ਿਕਰ ਕੀਤਾ ਆਪਣੇ ਭਾਰਤ 'ਚ ਆਉਣ ਦਾ ਤੇ ਆਉਣ ਦੇ ਕਾਰਨਾਂ ਦਾ, ਠੀਕ ਆ। ਇਹਦੇ 'ਚ ਇਹੀ ਉਹ ਦੱਸਦਾ ਹੈ ਕਿ ਮੇਰੀ 12,000 ਦੀ ਸੈਨਾ ਜਿਹੜੀ ਆ ਉਹ ਕਿਵੇਂ ਹਰਾ ਦਿੰਦੀ ਆ। ਇਹਦੇ 'ਚ ਉਹ ਦੱਸਦਾ ਹੈ ਕਿ ਕਿਵੇਂ ਰੂਮੀ ਤਰੀਕਾ ਜਿਹੜਾ ਸੀਗਾ ਵਾਰਫੇਅਰ ਦਾ, ਆਟੋਮਨ ਤਰੀਕਾ ਜਿਹਨੂੰ ਤੁਲਗਮਾ ਵੀ ਕਹਿ ਜਾਂਦੇ ਸੀਗੇ, ਕਿ ਉਸ ਤਰੀਕੇ ਨਾਲ ਅਸੀਂ ਕਿਵੇਂ ਭਾਰਤ ਤੇ ਇੰਨੀ ਵੱਡੀ ਸੈਨਾ ਨੂੰ ਹਰਾਤਾ। ਉਸੇ ਕਿਤਾਬ 'ਚੋਂ ਹੀ ਪਤਾ ਲੱਗਦਾ ਹੈ ਕਿ ਕਿਸ ਤਰੀਕੇ ਨਾਲ ਉਹ ਆਪਣੇ ਮੁੰਡਿਆਂ ਤੇ ਆਪਣੀ ਜਾਇਦਾਦ ਦਾ ਬਟਵਾਰਾ ਕਰਦਾ ਹੈ। ਸੋ ਇਹ ਬਾਬਰ ਬਾਰੇ ਕੁਝ ਫੈਕਟਸ ਨੇ ਜਿਹੜੇ ਮੈਂ ਦੱਸਣਾ ਚਾਹੁੰਦਾ, ਠੀਕ ਆ। ਸਭ ਤੋਂ ਇੰਪੋਰਟੈਂਟ ਗੱਲ, ਕਹਿੰਦੇ ਬਾਬਰ ਜਿਹੜਾ ਸੀਗਾ ਉਹ ਨਕਸ਼ਬੰਦੀ ਸੂਫੀ ਖਵਾਜਾ ਉਬਾਦੁੱਲਾ ਅਰਹਰ ਦਾ ਬਹੁਤ ਖਾਸ ਉਹ ਸੀਗਾ, ਇੱਕ ਕਹਿ ਲਓ ਕਿ ਇੱਕ ਫੋਲੋਅਰ ਸੀਗਾ ਜਿਹਨੂੰ ਕਿ ਉਹ ਆਪਣੇ ਨਾਲ ਲੈ ਕੇ ਆਉਂਦਾ ਹੈ, ਠੀਕ ਆ। ਹੁਣ ਇਹ ਕਹਾਣੀ ਕੀ ਆ, ਆਹ ਚੀਜ਼ ਨਾ ਬੜੀ ਇੰਪੋਰਟੈਂਟ ਆ। ਚਲੋ ਠੀਕ ਆ, ਉਬਦੁੱਲਾ ਅਰਹਰ ਜਿਹੜਾ ਹੈ ਇਹ ਨਾਮ ਤਾਂ ਤੁਸੀਂ ਯਾਦ ਕਰ ਲੋਗੇ, ਪਰ ਵਟ ਇਜ਼ ਦਿਸ ਨਕਸ਼ਬੰਦੀ ਆ, ਇਹਦਾ ਮਤਲਬ ਕੀ ਆ? ਇਹ ਮੈਂ ਤੁਹਾਨੂੰ ਕੁਝ ਇੰਪੋਰਟੈਂਟ ਗੱਲ ਦੱਸਣੀ ਚਾਹੁੰਦਾ। ਵੈਸੇ ਤਾਂ ਇਹ ਚੀਜ਼ ਪੜ੍ਹਾਈ ਜਾਂਦੀ ਆ ਜਦੋਂ ਅਸੀਂ ਪੜ੍ਹਾਂਗੇ ਸੋਸ਼ੋ ਰਿਲੀਜੀਅਸ ਰਿਫਾਰਮਸ ਆਫ ਮੈਡੀਵਲ ਹਿਸਟਰੀ, ਮੱਧਕਾਲੀਨ ਭਾਰਤ ਦੇ ਸਮਾਜ ਸੁਧਾਰ ਲਹਿਰਾਂ। ਵੈਸੇ ਉਹਨੂੰ ਸਮਾਜ ਸੁਧਾਰ ਲਹਿਰਾਂ ਨਹੀਂ, ਮੈਂ ਸਹੀ ਸ਼ਬਦ ਵਰਤਦਾ, ਭਗਤੀ ਐਂਡ ਸੂਫੀ ਮੂਵਮੈਂਟ। ਮੈਡੀਵਲ ਹਿਸਟਰੀ ਦੇ ਵਿੱਚ ਨਾ 2 ਲਹਿਰਾਂ ਚੱਲੀਆਂ ਹੈ, ਇੱਕ ਭਗਤੀ ਮੂਵਮੈਂਟ ਚੱਲੀ ਆ ਤੇ ਇੱਕ ਕਿਹੜੀ ਚੱਲੀ ਆ? ਸੂਫੀ ਮੂਵਮੈਂਟ। ਇਹ ਭਗਤੀ ਲਹਿਰ ਤੇ ਸੂਫੀ ਲਹਿਰ ਪੈਰਲਲ ਚੱਲੀਆਂ ਹੈ।
ਕਹਿੰਦੇ ਭਾਰਤ 'ਚ ਆਦਿ ਸ਼ੰਕਰਾਚਾਰਿਆ ਜੀ ਜਿਹੜੇ ਆ ਉਹ ਸਾਊਥ ਇੰਡੀਆ 'ਚੋਂ ਭਗਤੀ ਲਹਿਰ ਚਲਾਉਂਦੇ ਆ, ਜਿਹਦੇ 'ਚੋਂ ਹਿੰਦੂਇਜ਼ਮ ਦਾ ਪ੍ਰਸਾਰ ਕਰਦੇ ਆ। ਫਿਰ ਇਹ ਭਗਤੀ ਲਹਿਰ ਹੌਲੀ ਹੌਲੀ 12ਵੀਂ 13ਵੀਂ 14ਵੀਂ ਸਦੀ ਤੱਕ ਜਾਂਦੇ ਜਾਂਦੇ ਨਾਰਥ ਇੰਡੀਆ 'ਚ ਆਉਂਦੀ ਹੈ, ਤੇ ਨਾਰਥ ਇੰਡੀਆ 'ਚ ਫਿਰ ਇੱਧਰਲੇ ਸੰਤ ਮੀਰਾ ਬਾਈ ਹੋ ਗਿਆ, ਕਬੀਰ, ਇਹ ਸਾਰੇ ਇਸ ਚੀਜ਼ ਨੂੰ, ਇਸ ਲਹਿਰ ਨੂੰ ਅੱਗੇ ਲੈ ਕੇ ਜਾਂਦੇ ਆ। ਠੀਕ ਆ, ਸੋ ਇਹ ਤਾਂ ਨਾਰਥ ਇੰਡੀਆ ਦੇ ਜਿਹੜੇ ਸੰਤ ਹੋ ਗਏ, ਇਹਨਾਂ ਦੀ ਮੈਂ ਗੱਲ ਕਰ ਰਿਹਾ ਕਿ ਕਿਸ ਤਰੀਕੇ ਨਾਲ ਭਗਤੀ ਲਹਿਰ ਨੂੰ ਮੂਵ ਕਰਾਉਂਦੇ ਆ। ਇਹਨਾਂ ਦੇ ਪੈਰਲਲ ਹੀ ਭਾਰਤ 'ਚ ਇੱਕ ਲਹਿਰ ਹੋਰ ਚੱਲਦੀ ਆ, ਸੂਫੀ ਲਹਿਰ, ਸੂਫੀਆਨਾ। ਇਸਲਾਮ ਦੇ ਦੋ ਹਿੱਸੇ ਦਾ ਤੁਸੀਂ ਮੈਡੀਵਲ ਹਿਸਟਰੀ ਦੇ ਸਟਾਰਟਿੰਗ 'ਚ ਸੁਣੋਗੇ ਮੇਰੇ ਲੈਕਚਰਾਂ 'ਚ, ਜਿਹਦੇ 'ਚ ਇੱਕ ਸੂਫੀ, ਇੱਕ ਸ਼ੀਆ ਹੈ ਤੇ ਇੱਕ ਕਿਹੜੇ ਆ, ਸੁੰਨੀ। ਇਹਨਾਂ 'ਚ ਆਪਸ 'ਚ ਵਿਚਾਰਕ ਮਤਭੇਦ ਰਹੇ ਆ, ਸ਼ੀਆ ਸੁੰਨੀ, ਪਰ ਇਹਨਾਂ ਦੋਵਾਂ 'ਚ ਇੱਕ ਗੱਲ ਬੜੀ ਕਾਮਨ ਆ, ਇਹ ਦੋਵੇਂ ਇਸਲਾਮ ਦੇ ਉਹ ਪੰਥ ਨੇ, ਉਹ ਸੈਕਟ ਨੇ ਜਿਹੜੇ ਦੋਵੇਂ ਨਾ ਬਹੁਤ ਜ਼ਿਆਦਾ ਆਰਥੋਡਾਕਸ ਨੇ, ਕੰਜ਼ਰਵੇਟਿਵ ਨੇ, ਧਰਮ ਦੇ ਬਹੁਤ ਨੇੜੇ ਆ ਤੇ ਧਰਮ ਨੂੰ ਲੈ ਕੇ ਬੜੇ ਪੋਜ਼ੈਸਿਵ ਵੀ ਨੇ। ਸੂਫੀ ਜਿਹੜੇ ਆ ਉਹ ਥੋੜੇ ਜਿਹੇ ਇਹਨਾਂ ਤੋਂ ਅੱਡ ਨੇ। ਸੂਫੀਜ਼ਮ ਇਸਲਾਮ ਦਾ ਹਿੱਸਾ ਇਸਲਾਮ ਦੇ ਆਉਣ ਤੋਂ 200-300 ਸਾਲ ਬਾਅਦ ਬਣਿਆ। ਸੂਫੀਜ਼ਮ ਇਸਲਾਮ ਦਾ ਇੱਕ ਉਹ ਪੰਥ ਆ, ਇੱਕ ਉਹ ਹਿੱਸਾ ਹੈ ਜਿਹਦੇ 'ਚ ਨੱਚਣਾ ਗਾਉਣਾ ਇਸਲਾਮ ਦਾ ਪਾਰਟ ਮੰਨਿਆ ਜਾਂਦਾ ਹੈ। ਤੇ ਜਦ ਕਿ ਜੇ ਤੁਸੀਂ ਟਿਪੀਕਲ ਇਸਲਾਮ ਨੂੰ ਦੇਖੋ ਤਾਂ ਉੱਥੇ ਨੱਚਣਾ ਗਾਉਣਾ, ਗਾ ਕੇ ਪ੍ਰਮਾਤਮਾ ਦੇ ਨੇੜੇ ਜਾਣਾ ਜਾਂ ਖੁਦਾ ਦੇ ਨੇੜੇ ਜਾਣਾ, ਇਹ ਚੀਜ਼ਾਂ ਵਰਜਿਤ ਨੇ। ਸੋ ਇਹ ਸੂਫੀਜ਼ਮ ਇੱਕ ਤੀਸਰੇ ਟਾਈਪ ਦਾ ਇਸਲਾਮ ਦੀ ਮੂਵਮੈਂਟ ਸੀਗੀ, ਜਿਹਨੂੰ ਨਾ ਹਿੰਦੂਆਂ ਨੇ ਵੀ ਬਹੁਤ ਪਸੰਦ ਕੀਤਾ। ਜਦੋਂ ਇਹ ਇੰਡੀਆ 'ਚ ਆਈ ਨਾ ਮੂਵਮੈਂਟ, ਸੂਫੀ ਮੂਵਮੈਂਟ, ਬਾਬਾ ਫਰੀਦ ਤੇ ਹੋਰ ਕਈ ਸੰਤ, ਸੂਫੀ ਸੰਤ ਇਹਨੂੰ ਲੈ ਕੇ ਆਏ। ਠੀਕ ਆ, ਤਾਂ ਇਹ ਭਾਰਤ 'ਚ ਬਹੁਤ ਪ੍ਰਚਲਿਤ ਹੋ ਗਈ। ਹੁਣ ਭਾਰਤ 'ਚ ਦੋ ਮੂਵਮੈਂਟਸ ਜਿਹੜੀਆਂ ਸੀਗੀਆਂ ਕਾਮਯਾਬ ਹੋਈਆਂ, ਇੱਕ ਭਗਤੀ ਮੂਵਮੈਂਟ ਤੇ ਇੱਕ ਕਿਹੜੀ ਸੀਗੀ, ਸੂਫੀ। ਭਗਤੀ ਕਿਉਂ ਕਾਮਯਾਬ ਹੋ ਗਈ? ਕਹਿੰਦੇ ਭਗਤੀ ਮੂਵਮੈਂਟ ਤੋਂ ਪਹਿਲਾਂ ਜਿਹੜਾ ਧਰਮ ਸੀ ਨਾ, ਸਨਾਤਨ ਧਰਮ, ਉਹ ਸਿਰਫ ਬ੍ਰਾਹਮਣਸ ਦੇ ਕੰਟਰੋਲ 'ਚ ਸੀਗਾ। ਅੱਜ ਜਦੋਂ ਭਗਤੀ ਮੂਵਮੈਂਟ ਭਾਰਤ 'ਚ ਆਈ, ਫਿਰ ਹਰ ਵਰਗ ਦਾ ਬੰਦਾ ਜਿਹੜਾ ਸੀ, ਚਾਹੇ ਕੋਈ ਦਲਿਤ ਸੀ, ਚਾਹੇ ਕੋਈ ਕਹਿ ਲਓ ਕਿ ਕੋਈ ਕੱਪੜੇ ਦਾ ਕੰਮ ਕਰਨ ਵਾਲਾ ਜੁਲਾਹਾ ਸੀ, ਕਿ ਕੋਈ ਵੀ ਸੀਗਾ, ਹਰ ਕੋਈ ਬੰਦਾ ਭਗਤੀ ਲਹਿਰ ਦੇ ਵਿੱਚ ਸੰਤ ਬਣਿਆ। ਮੀਰਾ ਬਾਈ ਜਿਹੜੀ ਕਿ ਇੱਕ ਉਹ ਸੀਗੀ, ਛਤਰੀਆ ਸੀ, ਰਾਣੀ ਸੀਗੀ, ਉਹਨੇ ਕ੍ਰਿਸ਼ਨ ਦੇ ਨਾਲ ਜਿਹੜਾ ਇੱਕ ਕਹਿ ਲਓ ਕਿ ਇੱਕ ਪਵਿੱਤਰ ਪਿਆਰ ਦਾ ਇਜ਼ਹਾਰ ਸੀ, ਉਹ ਕਿੰਨਾ ਜ਼ਿਆਦਾ ਦੁਨੀਆ 'ਚ ਫੇਮਸ ਹੋਇਆ ਤੇ ਲੋਕਾਂ ਨੇ ਉਹਨੂੰ ਪਸੰਦ ਵੀ ਕੀਤਾ ਉਸ ਚੀਜ਼ ਨੂੰ। ਤਾਂ ਸੂਫੀਜ਼ਮ ਤੇ ਭਗਤੀਜ਼ਮ ਜਿਹੜਾ ਸੀਗਾ, ਸੂਫੀ ਲਹਿਰ ਤੇ ਭਗਤੀ ਲਹਿਰ, ਇਹ 11ਵੀਂ 12ਵੀਂ ਸਦੀ ਤੋਂ ਬਾਅਦ ਹਿੰਦੂਇਜ਼ਮ ਤੇ ਇਸਲਾਮ ਦੇ ਵਿੱਚ ਉਹ ਦੋ ਲਹਿਰਾਂ ਸੀ ਜਿਹੜੀਆਂ ਨਾ ਆਪੋ ਆਪਣੇ ਧਰਮ 'ਚ ਬੜੀਆਂ ਸੌਫਟ ਸੀਗੀਆਂ। ਸੌਫਟ ਮਤਲਬ ਇਹ ਓਨੀਆਂ ਕੱਟੜ ਨਹੀਂ ਸੀ ਜਿੰਨੇ ਇਹਨਾਂ ਦੇ ਓਰੀਜਨਲ ਧਰਮ ਕੱਟੜ ਸੀਗੇ। ਸੋ ਇਹਨਾਂ ਨੂੰ ਬਹੁਤ ਮਸ਼ਹੂਰੀ ਮਿਲਦੀ ਆ, ਇਹਨਾਂ ਲਹਿਰਾਂ ਨੂੰ ਬੜੀ ਕਾਮਯਾਬੀ ਮਿਲਦੀ ਆ। ਠੀਕ ਆ, ਇਹਨਾਂ ਲਹਿਰਾਂ 'ਚੋਂ ਇੱਕ ਲਹਿਰ ਸੂਫੀ ਲਹਿਰ ਆ, ਇੱਕ ਕਿਹੜੀ ਆ, ਭਗਤੀ ਲਹਿਰ। ਸੂਫੀ ਲਹਿਰ ਕੌਣ ਸੀ? ਸੂਫੀ ਲਹਿਰ ਨੂੰ ਚਲਾਉਣ ਵਾਲੇ ਜਿਹੜੇ ਸੀਗੇ ਉਹ ਕੌਣ ਸੀਗੇ? ਉਹ ਸੂਫੀ ਸੰਤ ਸੀ। ਸੂਫੀ ਸੰਤ ਵੀ ਇੱਕ ਪ੍ਰਕਾਰ ਦੇ ਨਹੀਂ ਸੀ। ਸੂਫੀ ਸੰਤਾਂ ਵਾਲੇ ਪਾਸੇ ਆ ਜਾਓ, ਸੂਫੀ ਸੰਤ ਵੀ ਅੱਗੇ ਵਿਚਾਰਧਾਰਾ ਦੇ ਆਧਾਰ ਤੇ 14 ਹਿੱਸਿਆਂ 'ਚ ਵੰਡੇ ਸੀ। ਮਤਲਬ ਉਹਨਾਂ ਦੇ ਵੀ ਅੱਗੇ 14 ਸਿਲਸਿਲੇ ਸੀਗੇ। ਜਿਵੇਂ ਇੱਕ ਸੀ ਚਿਸ਼ਤੀਜ਼, ਕਿਹੜੇ ਸੀ? ਚਿਸ਼ਤੀਜ਼, ਜਿਹੜੇ ਕਿ ਖੁਦਾ ਦੇ ਵਾਸਤੇ ਇੰਨਾ ਕੁ ਜ਼ਿਆਦਾ ਮਤਲਬ ਕਿ ਪ੍ਰੇਮ ਸੀ ਉਹਨਾਂ ਦਾ ਕਿ ਉਹਨਾਂ ਨੂੰ ਮਹਿਲ ਮਨਾਰਿਆਂ ਨਾਲ ਕੋਈ ਮਤਲਬ ਨਹੀਂ ਸੀਗਾ। ਉਹ ਇੱਕ ਇਸ ਟਾਈਪ ਦੇ ਸੂਫੀ ਸੰਤ ਸੀ ਜਿਹੜੇ ਖਾਨਕਾ, ਝੋਪੜੀਆਂ 'ਚ ਰਹਿਣਾ ਪਸੰਦ ਕਰਦੇ ਸੀ, ਉਹਨੂੰ ਖਾਨਕਾ ਕਹਿੰਦੇ ਸੀਗੇ। ਠੀਕ ਆ, ਇੱਕ ਸੀ ਕਲੰਦਰਜ਼, ਉਹ ਜਮਾ ਹੀ ਮਸਤਮੌਲੇ, ਉਹ ਤਾਂ ਐਂਡ ਲੈਵਲ ਦੇ ਮਸਤਮੌਲੇ, ਮਤਲਬ ਕਿ ਉਹ ਤਾਂ ਤੁਸੀਂ ਮੰਨ ਕੇ ਚੱਲੋ ਕਿ ਉਹਨਾਂ ਨੂੰ ਦੀਨ ਦੁਨੀਆ ਨਾਲ ਕੋਈ ਮਤਲਬ ਹੀ ਨਹੀਂ ਸੀਗਾ। ਠੀਕ ਆ, ਕਲੰਦਰਜ਼ ਕਿ ਨੱਚ ਕੇ ਖੁਦਾ ਨੂੰ ਮਨਾਉਣਾ, ਇਸ ਟਾਈਪ ਦੇ ਲੋਕ ਸੀ ਉਹ ਕਲੰਦਰਜ਼ ਜਿਹੜੇ ਸੀਗੇ, ਜਿਨ੍ਹਾਂ ਦੇ ਵਿੱਚ ਵਾਰੇ ਸ਼ਾਹ ਹੁਣੀ ਆ ਜਾਂਦੇ ਆ, ਉਸ ਟਾਈਪ ਦੇ ਸੂਫੀ ਸੰਤ। ਕਈ ਇਹੋ ਜਿਹੇ ਸੀਗੇ ਜਿਨ੍ਹਾਂ ਦੇ ਲਿੰਕ, ਕਈ ਸੂਫੀ ਸੰਤ ਇਹੋ ਜਿਹੇ ਸੀ ਜਿਨ੍ਹਾਂ ਦੇ ਲਿੰਕ ਰਾਜਿਆਂ ਨਾਲ ਬੜੇ ਵਧੀਆ ਸੀ, ਮੁਗਲ ਰਾਜਿਆਂ ਨਾਲ, ਜਿਹੜੇ ਰਾਜ ਭਾਗ 'ਚ ਰਹਿਣਾ ਪਸੰਦ ਕਰਦੇ ਸੀ। ਉਹਨਾਂ 'ਚੋਂ ਇੱਕ ਸਿਲਸਿਲਾ ਸੀ ਨਕਸ਼ਬੰਦੀਆਂ ਦਾ। ਕਿਹਨਾਂ ਦਾ? ਨਕਸ਼ਬੰਦੀਆਂ ਦਾ। ਉਹ ਜ਼ਰੂਰ ਇਹਨਾਂ ਦੇ ਨੇੜੇ ਰਹਿਣਾ ਪਸੰਦ ਕਰਦੇ ਸੀ। ਸਾਰੇ ਹੀ ਸੂਫੀ ਸੰਤ ਜਿਹੜੇ ਸੀਗੇ, ਹੁਣ ਇੱਕ ਗੱਲ ਦੇਖੋ, ਹਰ ਧਰਮ 'ਚ ਸੰਤ ਹੁੰਦੇ ਆ। ਠੀਕ ਆ, ਕਈ ਇਹੋ ਜਿਹੇ ਫੱਕਰ ਫਕੀਰ ਨੇ ਜਾਂ ਬਾਬੇ ਨੇ ਗੁਰੂ ਘਰਾਂ 'ਚ ਵੀ, ਜਿਹੜੇ ਬੜੀ ਅਲੱਗ ਜੀ ਜਗ੍ਹਾ ਤੇ ਆਪਣਾ ਪਾਠ ਪੂਜਾ ਕਰਨਾ ਚਾਹੁੰਦੇ ਆ ਤੇ ਪਰਮਾਤਮਾ ਨਾਲ ਸਵੇਰੇ ਸ਼ਾਮ ਪਾਠ ਕਰਦੇ ਆ, ਬਿਰਤੀ ਲਾਈ ਰੱਖਦੇ ਆ। ਕਈ ਇਹੋ ਜਿਹੇ ਆ ਜਿਹੜੇ ਸੋਨੇ ਦੇ ਪੱਥਰਾਂ ਦੇ ਮਹਿਲਾਂ 'ਚ ਰਹਿਣਾ ਪਸੰਦ ਕਰਦੇ ਆ, ਹੈ ਤਾਂ ਉਹ ਵੀ ਸਾਡੇ ਧਰਮ 'ਚ ਹੀ ਆ। ਸੋ ਹਰ ਪ੍ਰਕਾਰ ਦੇ ਸੂਫੀ ਸੰਤ ਜਿਹੜੇ ਆ ਤੁਹਾਨੂੰ ਮਿਲ ਜਾਣਗੇ। ਠੀਕ ਆ, ਸੋ ਨਕਸ਼ਬੰਦੀ ਇੱਕ ਅਜਿਹੇ
ਇਹ ਪ੍ਰਕਾਰ ਦੇ ਸੂਫੀ ਸੀ ਜਿਹੜੇ ਰਾਜਿਆਂ ਦੇ ਨੇੜੇ ਰਹਿਣਾ ਪਸੰਦ ਕਰਦੇ ਸੀਗੇ। ਤੁਸੀਂ ਨੋਟਿਸ ਕਰੋਗੇ ਇਹ ਪਹਿਲਾਂ ਜਦੋਂ ਦਿੱਲੀ ਸਲਤਨਤ ਸੀ ਨਾ ਤਾਂ ਇਹ ਸਲਤਨਤ ਦੇ ਰਾਜਿਆਂ ਦੇ ਨੇੜੇ ਸੀਗੇ, ਫਿਰ ਜਦੋਂ ਮੁਗਲ ਆਏ ਭਾਰਤ 'ਚ ਮੁਗਲਾਂ ਦੇ ਨੇੜੇ ਹੋ ਗਏ। ਹਾਂ, ਜਿਹੜੇ ਚਿਸ਼ਤੀ ਵੰਸ਼ ਵਾਲੇ ਸੀ ਨਾ, ਜਿਹੜੇ ਚਿਸ਼ਤੀ ਵੰਸ਼ ਵਾਲੇ ਸੀ ਉਹ ਨਹੀਂ ਸੀ ਦੱਬਦੇ, ਉਹ ਤਾਂ ਫੱਕਰ ਫਕੀਰ ਸੀਗੇ। ਉਹ ਤਾਂ ਦਿੱਲੀ ਦੇ ਮੁਗਲ ਸ਼ਾਸਕਾਂ ਨੂੰ ਵੀ ਕਈ ਵਾਰੀ ਕਹਿ ਜਾਂਦੇ ਸੀ ਕਿ ਤੇਰਾ ਮਰਨਾ ਤੈਅ ਆ, ਮਤਲਬ ਉਹ ਨਹੀਂ ਸੀ ਦੱਬਦੇ। ਉਹ ਕਈ ਵਾਰੀ ਕਿਸੇ ਨੂੰ ਕਹਿ ਦਿੰਦੇ ਸੀ ਕਿ ਤੂੰ ਜੇ ਉੱਥੇ ਲੜਨ ਗਿਆ ਤੂੰ ਨਹੀਂ ਬਚ ਕੇ ਆਉਂਦਾ। ਮਤਲਬ ਐਵੇਂ ਦੇ ਵੀ ਸੂਫੀ ਸੰਤ ਹੋਏ ਆ, ਉਹ ਚਿਸ਼ਤੀ ਸਿਲਸਿਲੇ ਦੇ ਆ, ਚਿਸ਼ਤੀ ਆਰਡਰ ਵਾਲੇ ਆ। ਸੋ ਸੂਫੀ ਤੇ ਭਗਤੀ ਲਹਿਰ ਸਮਝ ਆ ਗਈ ਨਾ, ਜਿਨ੍ਹਾਂ ਨੂੰ ਕਿ ਆਪਾਂ ਇੱਕ ਵੱਖਰੇ ਲੈਕਚਰਾਂ 'ਚ ਫਰੇਮ ਕਰ ਸਕਦੇ ਹਾਂ। ਇੱਥੇ ਫਰੇਮ ਨਹੀਂ ਕਰਾਂਗੇ ਆਪਾਂ ਸੂਫੀ ਲਹਿਰ ਤੇ ਭਗਤੀ ਲਹਿਰ ਨੂੰ। ਆਜੋ ਅੱਗੇ, ਠੀਕ ਆ। ਇਹਨੇ ਟਰਕੀ ਭਾਸ਼ਾ 'ਚ ਤੁਝਕੇ ਬਾਬਰੀ ਜਾਂ ਬਾਬਰਨਾਮਾ ਜਿਹੜੀ ਆ ਉਹ ਲਿਖੀ ਆ, ਇੰਪੋਰਟੈਂਟ। ਇਹਨੂੰ ਪਰਸ਼ੀਅਨ ਫਾਰਸੀ ਭਾਸ਼ਾ 'ਚ ਟਰਾਂਸਲੇਟ ਕੀਤਾ ਹੈ ਅਬਦੁਰ ਰਹੀਮ ਖਾਨ ਏ ਖਾਨਾ ਨੇ, ਮੋਸਟ ਇੰਪੋਰਟੈਂਟ। ਇਹ ਅਕਬਰ ਦੇ ਵੇਲੇ ਟਰਾਂਸਲੇਟ ਹੋਈ ਆ ਤੇ ਕਿਹਦੇ ਦੁਆਰਾ ਟਰਾਂਸਲੇਟ ਕੀਤੀ ਗਈ ਆ? ਅਬਦੁਰ ਰਹੀਮ ਖਾਨ ਏ ਖਾਨਾ। ਇਹ ਅਬਦੁਰ ਰਹੀਮ ਖਾਨ ਏ ਖਾਨਾ ਕੌਣ ਸੀਗਾ? ਠੀਕ ਆ, ਇਹ ਜ਼ਿਕਰ ਆਊਗਾ, ਇਹ ਉਦੋਂ ਆਊਗਾ ਜ਼ਿਕਰ ਜਦੋਂ ਆਪਾਂ ਨਾ ਪੜਾਂਗੇ ਅਕਬਰ ਬਾਰੇ, ਠੀਕ ਆ। ਤੇ ਤੁਹਾਨੂੰ ਪਤਾ ਹੀ ਹੋਊਗਾ, ਤੇ ਜੇ ਨਹੀਂ ਪਤਾ ਤਾਂ ਮੈਂ ਦੱਸੂਗਾ ਕਿ ਅਕਬਰ ਦੀ ਜਿਹੜੀ ਪਾਲਣ ਪੋਸ਼ਣ ਆ ਨਾ ਉਹ ਹਮਾਯੂ ਦੇ ਪਿਓ ਨੇ ਨਹੀਂ ਕੀਤਾ, ਉਹਦਾ ਬਹਿਰੇਮ ਖਾਨ ਨੇ ਹੀ ਪਾਲਣ ਪੋਸ਼ਣ ਕੀਤਾ ਹੈ ਜਾਂ ਲੜਾਈ ਵਗੈਰਾ ਸਿਖਾਈ ਹੈ, ਠੀਕ ਆ। ਬਹਿਰੇਮ ਖਾਨ ਅਕਬਰ ਦੇ ਪਿਤਾ ਹਮਾਯੂ ਦਾ ਬੜਾ ਖਾਸ ਸੀ ਤੇ ਅਕਬਰ ਦੀ ਸ਼ੁਰੂ ਵਾਲੀ ਜ਼ਿੰਦਗੀ 'ਚ ਉਹਦਾ ਸਾਥੀ ਵੀ ਰਿਹਾ ਹੈ, ਜਿੰਨੇ ਕਿ ਉਹਨੂੰ ਸਾਰਾ ਕੁਝ ਸਿਖਾਇਆ ਹੈ, ਠੀਕ ਆ। ਉਸੇ ਦਾ ਹੀ ਮੁੰਡਾ ਹੈ ਅਬਦੁਰ ਰਹਿਮਾਨ ਖਾਨ ਏ ਖਾਨਾ, ਠੀਕ ਆ, ਜਿਹਨੂੰ ਅਕਬਰ ਤੇ ਹੀ ਆਰੋਪ ਲੱਗਦੇ ਆ ਕਿ ਇਹਨੇ ਹੀ ਬਹਿਰੇਮ ਖਾਨ ਨੂੰ ਮਰਵਾਤਾ ਸੀਗਾ, ਠੀਕ ਆ। ਤੇ ਸ਼ਾਇਦ ਬਹਿਰੇਮ ਖਾਨ ਦੀ ਵਾਈਫ ਨਾਲ ਉਹਨੇ ਮੈਰਿਜ ਕਰਵਾਉਣੀ ਸੀ, ਜਦ ਕਿ ਅਕਬਰ ਤੋਂ ਕਾਫੀ ਵੱਡੀ ਉਮਰ ਦਾ ਸੀ ਬਹਿਰੇਮ ਖਾਨ, ਪਰ ਉਹਦੀ ਵਾਈਫ ਤਾਂ ਕਾਫੀ ਛੋਟੀ ਉਮਰ ਦੀ ਸੀ ਕਿਉਂਕਿ ਉਹ ਕਾਫੀ ਛੋਟੀ ਏਜ ਤੱਕ ਲੜਕੀਆਂ ਨਾਲ ਮੈਰਿਜ ਕਰਵਾ ਲੈਂਦੇ ਸੀ। ਸੋ ਫਿਰ ਉਹਦੇ ਜਿਹੜੇ ਮੁੰਡੇ ਸੀਗੇ, ਉਹਨਾਂ 'ਚ ਹੀ ਉਹਦਾ ਇੱਕ ਮੁੰਡਾ ਸੀ ਅਬਦੁਰ ਰਹਿਮੀਮ ਖਾਨ ਏ ਖਾਨਾ, ਫਿਰ ਉਹਨੂੰ ਵੀ ਉਹ ਅਡਾਪਟ ਕਰ ਲੈਂਦਾ ਹੈ ਤੇ ਆਪਣੇ ਜਿਹੜੇ 9 ਰਤਨ ਆ ਉਹਨਾਂ ਦੇ ਵਿੱਚ ਜਗ੍ਹਾ ਵੀ ਦਿੰਦਾ ਹੈ, ਨੋ ਡਾਊਟ ਉਹਦੇ 'ਚ ਜਗ੍ਹਾ ਦਿੰਦਾ ਹੈ। ਸੋ ਇਹ ਬੜਾ ਇੰਟੈਲੈਕਚੁਅਲ ਬੰਦਾ ਸੀ ਅਬਦੁਰ ਰਹੀਮ ਖਾਨ ਏ ਖਾਨਾ, ਅਕਬਰ ਦੇ ਵੇਲੇ ਆ, ਅਕਬਰ ਦਾ ਸਮਕਾਲੀ ਆ, ਅਕਬਰ ਦੇ ਦਰਬਾਰੀਆਂ 'ਚੋਂ ਇੱਕ ਦਰਬਾਰੀ ਆ। ਉਹ ਇਹਦੀ ਕਿਤਾਬ ਬਾਬਰਨਾਮਾ ਕਹਿ ਲਓ, ਤੁਝਕੇ ਬਾਬਰੀ ਕਹਿ ਲਓ, ਉਹਨੂੰ ਚਟਕਈ ਟਰਕਿਸ਼ ਤੋਂ ਕਿਹਦੇ 'ਚ ਕਨਵਰਟ ਕਰਦਾ ਹੈ? ਫਾਰਸੀ ਭਾਸ਼ਾ, ਯਾਨੀ ਕਿ ਪਰਸ਼ੀਅਨ ਭਾਸ਼ਾ 'ਚ। ਸੋ ਆਹ ਗੱਲ ਬੜੀ ਕਲੀਅਰ ਹੈ ਜਿਹੜੀ ਕਿ ਸਾਨੂੰ ਪਤਾ ਹੋਣੀ ਚਾਹੀਦੀ ਹੈ, ਠੀਕ ਆ। ਸੋ ਆਹ ਤੁਹਾਨੂੰ ਮੈਂ ਦੱਸ ਹੀ ਦਿੱਤਾ ਕਿ ਮੁਸਲਿਮ ਲਾਜ਼ ਵਗੈਰਾ ਵਿੱਚ ਵੀ ਇਹਦੀ ਚੰਗੀ ਸਮਝ ਸੀਗੀ। ਇਹਦਾ ਹੀ ਇੱਕ ਉਹ ਸੀਗਾ ਸੈਨਾਪਤੀ ਜਿਹਨੂੰ ਆਪਾਂ ਕਹਿ ਸਕਦੇ ਹਾਂ ਮੀਰ ਬਾਕੀ, ਇਹ ਬੜਾ ਮਸ਼ਹੂਰ ਹੋਇਆ। ਇਹਨੇ ਹੀ ਅੱਜ ਜਿੱਥੇ ਅਯੋਧਿਆ ਹੈ, ਠੀਕ ਆ ਨਾ, ਜਿਹਨੂੰ ਫੈਜ਼ਾਬਾਦ ਵੀ ਕਿਹਾ ਜਾਂਦਾ ਹੈ, ਅਯੋਧਿਆ, ਉੱਥੇ ਬਾਬਰ ਦੇ ਨਾਂ ਤੇ ਮਸਜਿਦ ਬਣਵਾਉਂਦਾ ਹੈ। ਇਸੇ ਮਸਜਿਦ ਨੂੰ ਬਾਬਰੀ ਮਸਜਿਦ ਕਿਹਾ ਗਿਆ। ਤੋਂ ਬਾਬਰੀ ਮਸਜਿਦ ਦਾ ਨਿਰਮਾਣ ਜਿਹੜਾ ਸੀਗਾ ਉਹ 1528 ਈਸਵੀ 'ਚ 1528 ਈਸਵੀ 'ਚ ਬਾਬਰ ਨੇ ਨਹੀਂ ਕਰਵਾਇਆ, ਬਾਬਰ ਦੇ ਇੱਕ ਸੈਨਾਪਤੀ ਮੀਰ ਬਾਕੀ ਨੇ ਕਰਵਾਇਆ ਸੀਗਾ। ਕਿਸੇ ਨੂੰ ਕੋਈ ਡਾਊਟ ਇਹਦੇ 'ਚ? ਇਹ ਮੀਰ ਬਾਕੀ ਹੁਣ ਉਸ ਮਸਜਿਦ ਦਾ ਨਿਰਮਾਣ, ਦੇਖੋ ਇੱਕ ਗੱਲ ਤਾਂ ਬੜੀ ਕਲੀਅਰ ਆ ਕਿ ਮਸਜਿਦ ਦਾ ਨਿਰਮਾਣ ਮੰਦਰਾਂ ਨੂੰ ਤੜਵਾ ਕੇ ਹੀ ਹੁੰਦਾ ਸੀ ਉਦੋਂ, ਠੀਕ ਆ। ਉਹਨਾਂ ਟਾਈਮਾਂ 'ਚ ਮੰਦਰ ਤੜਵਾਏ ਜਾਂਦੇ ਸੀ। ਹੁਣ ਇਸ ਮਸਜਿਦ ਨੂੰ ਤੋੜਨ ਤੋਂ ਪਹਿਲਾਂ ਉੱਥੇ ਰਾਮ ਮੰਦਰ ਸੀ ਕਿ ਨਹੀਂ, ਇਹ ਤਾਂ ਆਰਕੋਲੋਜੀਕਲ ਸਰਵੇ ਆਫ ਇੰਡੀਆ ਵਾਲੇ ਜਾਂ ਉਹ ਲੋਕ ਜਿਹੜੇ ਇਸ ਵਿਸ਼ੇ ਤੇ ਜ਼ਿਆਦਾ ਸਮਝ ਰੱਖਦੇ ਆ ਉਹ ਦੱਸ ਸਕਦੇ ਆ। ਹਾਂ, ਉਹਨਾਂ ਸਮਿਆਂ ਤੋਂ ਪਹਿਲਾਂ ਦੇ ਸਮਿਆਂ 'ਚ ਵੀ ਕਈ ਮਸਜਿਦਾਂ ਦਾ ਨਿਰਮਾਣ ਮੰਦਰ ਤੋੜ ਕੇ ਹੋਇਆ ਹੈ, ਠੀਕ ਆ। ਇਹਦੇ ਬਾਰੇ ਜਦੋਂ ਤੁਸੀਂ ਮੈਡੀਵਲ ਹਿਸਟਰੀ ਪੜ੍ਹੋਗੇ ਨਾ, ਅਰਲੀ ਮੈਡੀਵਲ, ਤੇ ਜਦੋਂ ਤੁਸੀਂ ਪੜ੍ਹੋਗੇ ਭਲਾ ਉਹ ਵਾਲੀ ਹਿਸਟਰੀ ਆਪਣਾ ਦਿੱਲੀ ਸਲਤਨਤ ਦੀ ਸ਼ੁਰੂਆਤ ਪੜ੍ਹੋਗੇ ਤਾਂ ਤੁਸੀਂ ਉਦੋਂ ਦੇਖੋਗੇ ਕਿ ਦਿੱਲੀ ਸਲਤਨਤ ਦੀ ਸ਼ੁਰੂਆਤ ਦੇ ਵਿੱਚ ਵੀ ਕਈ ਜੈਨ ਮੰਦਰ ਤੋੜ ਕੇ ਜਾਂ ਕਈ ਹਿੰਦੂ ਮੰਦਰ ਤੋੜ ਕੇ ਜਿਹੜੇ ਆ ਉਹ ਮਸਜਿਦਾਂ ਬਣਵਾਈਆਂ ਗਈਆਂ। ਈਵਨ ਕਿ ਬੰਗਾਲ ਦੀ ਇੱਕ ਯੂਨੀਵਰਸਿਟੀ ਆ ਵਿਕਰਮਸ਼ੀਲਾ, ਉਹਨੂੰ ਵੀ ਤੋੜਿਆ ਗਿਆ ਸੀਗਾ, ਠੀਕ ਆ। ਬੰਗਾਲ ਬਿਹਾਰ ਦੇ ਏਰੀਏ 'ਚ ਵਿਕਰਮਸ਼ੀਲਾ ਯੂਨੀਵਰਸਿਟੀ, ਉਹਨੂੰ ਵੀ ਡਿਸਟਰੋਏ ਕੀਤਾ ਗਿਆ ਸੀ। ਜੇ ਤੁਸੀਂ ਇਹ ਕਹਿ ਦਿਓ ਕਿ ਮੁਗਲਾਂ ਤੋਂ ਪਹਿਲਾਂ ਜਿਹੜੇ ਦਿੱਲੀ ਸਲਤਨਤ ਦੇ ਮੁਸਲਮਾਨ ਸੀ ਉਹਨਾਂ ਨੇ ਕੋਈ ਹਿੰਦੂ ਮੰਦਰ ਤੜਵਾਏ ਆ, ਤਾਂ ਮੈਂ ਕਹੂੰਗਾ ਬਿਲਕੁਲ ਤੜਵਾਏ ਆ, ਤੇ ਤੜਵਾ ਕੇ ਕੁਤਬ ਮੀਨਾਰ ਵਰਗਿਆਂ ਦਾ ਨਿਰਮਾਣ ਵੀ ਉਸੇ ਤਰੀਕੇ ਨਾਲ ਹੀ ਹੋਇਆ ਹੈ। ਕਈ ਮੰਦਰਾਂ ਨੂੰ ਤੋੜਿਆ ਗਿਆ ਉੱਥੋਂ। ਹਾਂ, ਰਾਮ ਮੰਦਰ ਹੀ ਤੋੜਿਆ ਗਿਆ ਹੈ। ਇਹ ਉਹੀ ਰਾਮ ਮੰਦਰ ਆ ਜਿੱਥੇ ਰਾਮਚੰਦਰ ਦਾ ਜਨਮ ਹੋਇਆ ਸੀ, ਉਹਦੀ ਜਗ੍ਹਾ ਤੇ ਇਹ ਬਣੀ ਆ। ਇਸ ਚੀਜ਼ ਨੂੰ ਲੈ ਕੇ ਕੰਟਰੋਵਰਸੀ 'ਚ ਪਿਆ ਹੀ ਨਹੀਂ ਜਾ ਸਕਦਾ। ਜੋ ਹੈਗਾ ਏ ਉਹ ਹੋ ਗਿਆ, ਇਸ ਤੋਂ ਬਿਨਾਂ ਆਪਾਂ ਬਦਲ ਨਹੀਂ ਸਕਦੇ ਉਸ ਚੀਜ਼ ਨੂੰ। ਆਹ ਦੱਸੋ ਜੀ, ਕਹਾਣੀ ਕਲੀਅਰ ਹੋ ਗਈ ਆਪਣੇ ਕੋਲ? ਹਾਂਜੀ, ਇਹ ਬੰਦਾ ਆਰਕੀਟੈਕਚਰ ਦਾ ਬਹੁਤ ਮਤਲਬ ਕਿ ਇਹਨੂੰ ਪਸੰਦ ਸੀਗਾ ਸਾਰਾ ਸਿਸਟਮ ਜਿਹਾ। ਬਿਕੋਜ਼ ਇੱਕ ਗੱਲ ਹੋਰ, ਇਸਲਾਮ ਜਿਹੜਾ ਹੈ ਨਾ ਉਹਦੇ 'ਚ ਨਾ ਇੱਕ ਕਾਮਨ ਸੈਂਸ ਆ। ਕਾਮਨ ਸੈਂਸ ਦੀ ਗੱਲ ਆ ਕਿ ਇਸਲਾਮ ਦੇ ਵਿੱਚ ਹਰਾ ਰੰਗ ਬਹੁਤ ਪਿਆਰਾ ਕੀਤਾ ਜਾਂਦਾ ਹੈ।
ਪਿਆਰ ਪਿਆਰ ਕੀਤਾ ਜਾਂਦਾ ਹੈ, ਕਿਉਂਕਿ ਇਸਲਾਮ ਦੀ ਸ਼ੁਰੂਆਤ ਕਿੱਥੋਂ ਹੋਈ ਹੈ? ਜੇ ਆਪਾਂ ਦੇਖਿਆ ਜਾਵੇ ਅਰਬ ਦੇ ਇਲਾਕੇ 'ਚ ਰੇਗਿਸਤਾਨ ਹੀ ਰੇਗਿਸਤਾਨ ਆ। ਜਦੋਂ ਉਹਨਾਂ ਨੂੰ ਹਰਿਆਲੀ ਲੱਭੀ ਤਾਂ ਉਹਨਾਂ ਨੇ ਹਰਿਆਲੀ ਨੂੰ ਉਹ ਇੰਪੋਰਟੈਂਸ ਦਿੱਤੀ ਜਿਹੜੀ ਇੰਪੋਰਟੈਂਸ ਆਪਾਂ ਸੋਨੇ ਨੂੰ ਦੇ ਦਿੰਦੇ ਆ, ਠੀਕ ਆ। ਸੋ ਉਹਨਾਂ ਦੇ ਆਰਕੀਟੈਕਚਰ ਦੇ ਵਿੱਚ ਹਰਾ ਰੰਗ, ਬਾਗ, ਬਗੀਚੇ, ਇਹ ਨੈਚੁਰਲ ਜੀ ਗੱਲ ਸੀ। ਜਿੰਨੇ ਵੀ ਇਸਲਾਮਿਕ ਲੋਕ ਨੇ ਨਾ ਉੱਥੇ ਆਹ ਚੀਜ਼, ਸੋ ਪਹਿਲੀ ਵਾਰ ਚਾਰ ਬਾਗ ਦਾ ਕਨਸੈਪਟ ਜਿਹੜਾ ਜੀ ਭਾਰਤ 'ਚ ਉਹ ਐਵੇਂ ਇਹ ਲੈ ਕੇ ਆਇਆ, ਇਸ ਤਰੀਕੇ ਨਾਲ ਬਾਗ ਬਣਾਉਣਾ, ਵਿੱਚ ਸੜਕ ਬਣਾਉਣੀ ਇਸ ਤਰੀਕੇ ਨਾਲ, ਤੇ ਇਧਰਲੇ ਪਾਸੇ ਇੱਧਰ ਤੇ ਇੱਧਰ ਗਾਰਡਨ ਕਰਨਾ, ਠੀਕ ਆ। ਸੋ ਇਹ ਕਨਸੈਪਟ ਜਿਹੜਾ ਸੀਗਾ ਇਹ ਲੈ ਕੇ ਆਇਆ। ਇਹਨੇ ਪਾਣੀਪਤ ਵਗੈਰਾ 'ਚ ਜਾਂ ਰੋਹੀਲਖੰਡ 'ਚ ਮੌਸਕਿਊਜ਼ ਵਗੈਰਾ ਬਣਾਈਆਂ। ਇਹਦੀ ਦੱਸਿਆ ਜਾਂਦਾ ਇਹਦੇ ਬਾਰੇ ਕਿ ਕੀ ਆ। ਇਹਦੀ ਮੌਤ 1530 'ਚ ਹੋ ਜਾਂਦੀ ਹੈ, ਠੀਕ ਆ। 4 ਕੇ 5 ਸਾਲ ਹੀ ਇਹ ਕੱਟ ਪਾਉਂਦਾ ਹੈ ਤੇ ਗੱਦੀ ਦੇ ਬਹਿੰਦਾ ਹੈ। ਇਹਦਾ ਮੁੰਡਾ ਨਾਮ ਸੀ ਹਮਾਯੂ। ਮੋਸਟ ਇੰਪੋਰਟੈਂਟ 1530 ਤੋਂ ਲੈ ਕੇ 1556 ਤੱਕ, ਇੱਕ ਵੈਰੀ ਐਗਜ਼ੈਕਟਲੀ ਜੇ ਆਪਾਂ ਲਿਖੀਏ ਤਾਂ 1530 ਤੋਂ ਲੈ ਕੇ 1540, 1555 ਤੋਂ 1556, ਮਾਤਰ 11 ਸਾਲ। ਦੇਖਣ ਨੂੰ ਲੱਗਦੇ ਆ 25 ਸਾਲ, ਪਰ ਅਸਲੀਅਤ 'ਚ ਕਿੰਨੇ ਸਾਲ ਆ? ਸਿਰਫ ਇਹ 11 ਸਾਲ। ਸੋ ਇਸ ਬੰਦੇ ਦਾ 11 ਸਾਲ ਦਾ ਵਿਚਲੇ 14 ਸਾਲ ਦਾ ਗੈਪ ਕੀ ਆ ਉਹ ਵੀ ਆਪਾਂ ਦੇਖਾਂਗੇ। 23 ਸਾਲ ਦੀ ਉਮਰ 'ਚ ਜਿਹੜਾ ਆ ਜੀ ਇਹ ਗੱਦੀ ਤੇ ਬਹਿ ਜਾਂਦਾ ਹੈ, ਠੀਕ ਆ। ਪਰ ਹਾਂ ਸਮੱਸਿਆ, ਠੀਕ ਆ, ਇਹਦੀ ਸਭ ਤੋਂ ਵੱਡੀ ਸਮੱਸਿਆ ਕੀ ਸੀ ਉਹ ਮੈਂ ਤੁਹਾਨੂੰ ਜ਼ਰੂਰ ਦੱਸ ਦਿੰਦਾ। ਇਹਦੀ ਸਭ ਤੋਂ ਵੱਡੀ ਸਮੱਸਿਆ ਸੀਗੀ ਬਾਬਰ, ਇਹਦੇ ਫਾਦਰ ਸਾਹਿਬ, ਜਿਹੜੇ ਇਹਦੇ ਜਾਣ ਤੋਂ ਬਾਅਦ ਇਹਦੇ ਰਾਜ ਭਾਗ ਨੂੰ ਇਹਦੇ ਭਰਾਵਾਂ ਨਾਲ ਵੰਡ ਗਏ, ਠੀਕ ਆ। ਇਹਦਾ ਭਰਾ ਅੱਗੇ ਆਉਣਗੇ, ਕਰਮਨ ਵਗੈਰਾ ਹੋਣੀ ਸਾਰੇ, ਠੀਕ ਆ। ਇਹਦਾ ਰਾਜ ਭਾਗ ਜਿਹੜਾ ਸੀਗਾ ਇਹਦੇ ਭਰਾਵਾਂ 'ਚ ਬਰਾਬਰ ਵੰਡ ਗਏ। ਦੂਜੀ ਗੱਲ, ਇਹਦੇ ਜਾਣ ਤੋਂ ਬਾਅਦ ਇਹਦੇ ਫਾਦਰ ਦੇ ਜਿਹੜੇ ਨੋਬਲ ਸੀਗੇ, ਵਜ਼ੀਰ ਸੀਗੇ, ਉਹਨਾਂ ਨਾਲ ਹਮਾਯੂ ਦੀ ਉਨੀ ਵਧੀਆ ਨਹੀਂ ਸੀ ਬਣਦੀ, ਉਨੀ ਪਕੜ ਨਹੀਂ ਸੀ, ਕਮਾਂਡ ਹੈ ਨਹੀਂ ਸੀ ਉਹਦੀ ਜਿੰਨੀ ਇਹਦੇ ਭਰਾ ਕਮਰਾਨ ਦੀ ਸੀ। ਤੀਸਰੀ ਗੱਲ, ਬਾਬਰ ਇਹਦੇ ਤੋਂ ਜਦੋਂ ਇਹਨੂੰ ਰਾਜ ਭਾਗ ਦੇ ਕੇ ਗਿਆ ਤਾਂ ਕਈ ਰਾਜਿਆਂ ਨਾਲ ਬਾਬਰ ਦੀ ਲੜਾਈ ਚੱਲਦੀ ਸੀ। ਉਹਨਾਂ ਸਮਿਆਂ 'ਚ ਇੱਕ ਨਾ ਗੁਜਰਾਤ ਇਲਾਕੇ ਦਾ ਰਾਜਾ ਸੀ ਬਹਾਦਰ ਸ਼ਾਹ ਗੁਜਰਾਤ ਦਾ ਰਾਜਾ। ਜੇ ਤੁਹਾਡੇ ਚੋਂ ਕਿਸੇ ਨੂੰ ਕੋਈ ਯਾਦ ਆ ਜੇ ਕਿ ਅੱਛਾ ਕਦੀ ਪੜ੍ਹਿਆ ਜ਼ਿੰਦਗੀ 'ਚ ਤਾਂ ਆ ਜਾਊਗਾ ਯਾਦ ਕਿ ਉਹਨੂੰ ਪੁਰਤਗਾਲੀਆਂ ਨੇ ਮਾਰਿਆ ਸੀ ਬਾਅਦ 'ਚ, ਠੀਕ ਆ। ਜੇ ਕਿਸੇ ਨੂੰ ਲਿੰਕ ਯਾਦ ਆ ਜਾਣ ਮਾਡਰਨ ਹਿਸਟਰੀ ਨਾਲ, ਉਹ ਵੀ ਸਪੈਸ਼ਲੀ ਜਿਨ੍ਹਾਂ ਨੇ PCS ਦੇ ਵਿੱਚ ਮਾਡਰਨ ਹਿਸਟਰੀ ਨੂੰ ਚੰਗੀ ਤਰ੍ਹਾਂ ਥੋਰੋਲੀ ਥੋੜਾ ਬਹੁਤਾ ਕਰਿਆ ਹੋਵੇ, ਖੈਰ ਆ ਜਾਓ। ਗੁਜਰਾਤ ਦਾ ਰਾਜਾ ਸੀ ਇੱਕ ਬਹਾਦਰ ਸ਼ਾਹ, ਠੀਕ ਆ। ਉਹਦੇ ਨਾਲ ਰੌਲਾ ਚੱਲਦਾ ਸੀ। ਇੱਧਰ ਬਿਹਾਰ ਦੇ ਵਿੱਚ ਇੱਕ ਰਾਜਾ ਸੀ ਬਿਹਾਰ। ਮੈਨੂੰ ਇੱਕ ਗੱਲ ਦੱਸੋ ਕਿ ਬਾਬਰ ਹੁਣਾਂ ਤੋਂ ਪਹਿਲਾਂ ਦਿੱਲੀ 'ਚ ਰਾਜ ਕਿਹਨਾਂ ਦਾ ਸੀਗਾ? ਲੋਧੀਆਂ ਦਾ। ਲੋਧੀ ਕਿੱਥੋਂ ਦੇ ਸੀ? ਅਫਗਾਨ। ਕੀ ਤੁਸੀਂ ਜਦੋਂ ਅਖੀਰਲੇ ਰਾਜੇ ਲੋਧੀ ਨੂੰ ਮਾਰਤਾ ਹੋਊਗਾ, ਇਬਰਾਹਿਮ ਲੋਧੀ ਨੂੰ, ਕੀ ਭਾਰਤ 'ਚ ਬਟਨ ਦੱਬ ਕੇ ਸਾਰੇ ਲੋਧੀ ਜਾਂ ਸਾਰੇ ਅਫਗਾਨ ਮਰ ਗਏ? ਇਜ਼ ਇਟ ਪੋਸੀਬਲ? ਨਹੀਂ। ਕੀ ਸਾਰੇ ਲੋਧੀ ਜਿਹੜੇ ਆ ਉਹ, ਜਾਂ ਸਾਰੇ ਲੋਧੀ ਛੱਡੋ, ਸਾਰੇ ਅਫਗਾਨ ਜਿਹੜੇ ਭਾਰਤ 'ਚ ਉਸ ਟਾਈਮ ਦੇ ਹੋਣਗੇ ਕੀ ਮਰ ਗਏ ਹੋਣਗੇ? ਨਹੀਂ ਮਰੇ ਨਾ। ਤਾਂ ਭਾਰਤ 'ਚੋਂ ਹਜੇ ਅਫਗਾਨ ਨਹੀਂ ਮਰੇ, ਇਹ ਗੱਲ ਉਨੀ ਹੀ ਸੱਚ ਆ। ਕਿਸੇ ਨੂੰ ਕੋਈ ਡਾਊਟ ਇਹਦੇ 'ਚ? ਕਲੀਅਰ ਆ ਕਨਸੈਪਟ? ਤਾਂ ਭਾਰਤ 'ਚ ਹਜੇ ਅਫਗਾਨ ਜਿੰਦਾ ਸੀਗੇ। ਉਹਨਾਂ 'ਚੋਂ ਹੀ ਇੱਕ ਅਫਗਾਨ ਦਾ ਨਾਮ ਸੀ ਸ਼ੇਰ ਖਾਨ। ਕੀ ਨਾਮ ਸੀਗਾ? ਸ਼ੇਰ ਖਾਨ, ਜਿਹੜਾ ਅੱਗੇ ਜਾ ਕੇ ਸ਼ੇਰਸ਼ਾਹ ਸੂਰੀ ਬਣੂਗਾ। ਉਹ ਸ਼ੇਰ ਖਾਨ ਉਦੋਂ ਤੱਕ ਤਾਂ ਦਬਿਆ ਰਿਹਾ ਜਦੋਂ ਤੱਕ ਭਾਰਤ 'ਚ ਬਾਬਰ ਸੀ। ਬਾਬਰ ਦੇ ਮਰਨ ਤੋਂ ਬਾਅਦ ਜਦੋਂ ਬਾਬਰ ਦੇ ਚਾਰੇ ਮੁੰਡੇ ਆਪਸ 'ਚ ਲੜ ਪਏ, ਹਮਾਯੂ, ਕਮਰਾਨ ਹੋ ਗਿਆ, ਅਸਕਨੀ ਹੋ ਗਿਆ, ਇੱਕ ਚੌਥਾ ਹੋਰ ਸੀਗਾ, ਚਾਰੇ ਆਪਸ 'ਚ ਲੜ ਪਏ, ਤਾਂ ਫਿਰ ਉਹਨੂੰ ਸਮਝ ਆ ਗਈ ਕਿ ਮੈਨੂੰ ਇੱਕ ਮੌਕਾ ਹੈਗਾ ਕਿ ਇਹਨਾਂ ਚਾਰਾਂ ਦੀ ਡਿਸਟਰਬੈਂਸ ਦਾ ਫਾਇਦਾ ਚੱਕਿਆ ਜਾਵੇ ਤੇ ਦਿੱਲੀ ਤੇ ਕਿਉਂ ਨਾ ਦਾਅ ਲਾਇਆ ਜਾਵੇ। ਤਾਂ ਸ਼ੇਰਸ਼ਾਹ ਸੂਰੀ ਚਾਹੂਗਾ ਨਹੀਂ ਕਿ ਮੈਂ ਆਪਣਾ ਵੰਸ਼ ਜਿਹੜਾ ਸੁਰ ਵੰਸ਼ ਆ, ਮੇਰਾ ਅਫਗਾਨ ਵੰਸ਼ ਆ ਜਿਹੜਾ, ਉਹਨੂੰ ਦੁਬਾਰਾ ਫਿਰ ਮਤਲਬ ਕਿ ਰੀਲਾਂਚ ਕਰ ਦਿੱਤਾ ਜਾਵੇ, ਨਵੇਂ ਸਿਰੇ ਤੋਂ ਦਿੱਲੀ ਤੇ ਕਬਜ਼ਾ ਕਰ ਲਿਆ ਜਾਵੇ। ਸੋ ਇੱਕ ਮਨ ਦੇ ਵਿੱਚ ਮਨਸ਼ਾ ਆ ਗਈ ਨਾ ਉਹਦੇ। ਸੋ ਉਹ ਕਨਸੈਪਟ ਕਲੀਅਰ ਹੋ ਗਿਆ। ਤਾਂ ਦੇਖੋ ਕਈ ਜਾਣੇ ਸੀ ਜਿਨ੍ਹਾਂ ਨੂੰ ਲੱਗਦਾ ਸੀ ਸ਼ੇਰ ਖਾਨ ਉਹਨਾਂ ਦੇ ਵਿੱਚੋਂ ਇੱਕ ਸੀਗਾ, ਜਿਹੜਾ ਕਿ ਬਿਹਾਰ ਦਾ ਉਸ ਟਾਈਮ ਦਾ ਛੋਟਾ ਜਿਹਾ ਗਵਰਨਰ ਸੀ। ਕਿਸੇ ਟਾਈਮ ਤੇ ਇਹਨਾਂ ਨੇ ਜਦੋਂ ਬਾਬਰ ਭਾਰਤ 'ਚ ਆ ਗਿਆ, ਇਹਨੇ ਬਾਬਰ ਨੂੰ ਐਕਸੈਪਟ ਕਰ ਲਿਆ ਕਿ ਠੀਕ ਆ ਤੂੰ ਹੀ ਸਾਡਾ ਮੁਗਲ ਐਂਪਰਰ ਆ, ਪਰ ਕਿਤੇ ਨਾ ਕਿਤੇ ਰੜਕਦਾ ਜ਼ਰੂਰ ਸੀ। ਇਸੇ ਤਰੀਕੇ ਨਾਲ ਬਹਾਦਰ ਸ਼ਾਹ ਜਿਹੜਾ ਕਿੱਥੋਂ ਦਾ ਸੀਗਾ, ਮਤਲਬ ਕਿ ਆ ਰਿਹਾ ਜੀ, ਠੀਕ ਆ, ਗੁਜਰਾਤ ਦਾ ਰਾਜਾ ਸੀਗਾ, ਜਿਹੜਾ ਕਿ ਗੁਜਰਾਤ ਵਾਲੇ ਪਾਸੇ ਕਦੇ ਵੀ ਬਾਬਰ ਨੂੰ ਹਮਾਯੂ ਨੂੰ ਚੈਨ ਦੀ ਨੀਂਦ ਨਹੀਂ ਸੌਣ ਦਊਗਾ। ਇਸ ਤੋਂ ਵੱਧ ਰੌਲਾ ਸੀ ਬਾਦਲ ਦੇ ਭਰਾਵਾਂ ਦਾ। 4 ਭਰਾ ਸੀਗੇ, ਮਿਰਜ਼ਾ ਅਕਸਰੀ, ਹਿੰਦਲ, ਕਾਮਰਾਨ। ਬਾਬਰ ਜਿਹੜਾ ਸੀਗਾ ਉਹਨੇ ਆਪਣੇ ਮੁੰਡਿਆਂ ਨੂੰ, ਜੋ ਵੀ ਉਹਦੇ ਪੁਰਾਣੇ ਜਿੱਥੋਂ ਉਹ ਆਏ ਸੀ, ਜਿਸ ਓਰੀਜਨਲ ਇਲਾਕੇ ਤੋਂ ਆਏ ਸੀ, ਮਤਲਬ ਕਿ ਤੈਮੂਰ ਖਾਨਦਾਨ ਦੇ ਸੀ, ਉੱਥੋਂ ਦੇ ਕਾਇਦੇ ਕਾਨੂੰਨਾਂ ਦੇ ਹਿਸਾਬ ਨਾਲ ਉਹਨੇ ਆਪਣੀ ਜਾਇਦਾਦ ਆਪਣੇ ਮੁੰਡਿਆਂ 'ਚ ਬਰਾਬਰ ਵੰਡਤੀ, ਠੀਕ ਆ। ਜਿਵੇਂ ਹਿੰਦਲ ਨੂੰ ਦੇਤਾ ਮੇਵਾੜ ਦਾ ਇਲਾਕਾ, ਅਕਸਰੀ ਨੂੰ ਦੇਤਾ ਸੰਭਲ ਦਾ ਇਲਾਕਾ, ਇਹਨੂੰ ਕੰਧਾਰ ਪੰਜਾਬ ਦਾ ਇਲਾਕਾ, ਤੇ ਓਵਰਆਲ ਦਿੱਲੀ ਤੇ ਸਾਰੇ ਕੰਟਰੋਲ ਦੇਤਾ ਕਿਹਨੂੰ?
ਹਮਾਯੂ ਨੂੰ। ਸੋ ਹਮਾਯੂ ਤਾਂ ਓਬਵੀਅਸ ਜੀ ਗੱਲ ਆ, ਇਹ ਕਦੇ ਵੀ ਮਤਲਬ ਕਿ ਨਹੀਂ ਇਸ ਚੀਜ਼ ਨੂੰ ਸਵੀਕਾਰ ਕਰੂਗਾ, ਨਾ ਹੀ ਉਹਦੇ ਛੋਟੇ ਭਰਾ, ਇਹਨਾਂ 'ਚ ਆਪਸ 'ਚ ਕੋਈ ਰੂਟ ਬਣਿਆ, ਠੀਕ ਆ। ਸੋ ਇਹੀ ਪ੍ਰੋਬਲਮ ਰਹੀ ਇੱਥੇ ਸਭ ਤੋਂ ਵੱਡੀ ਕਿ ਬਾਬਰ ਜਿਹੜਾ ਹਮਾਯੂ ਸੀ ਜਿਹੜਾ, ਉਹਨੂੰ ਦੋ ਪਾਸੇ ਦੇਖਣਾ ਪੈ ਰਿਹਾ ਸੀਗਾ। ਇੱਕ ਪਾਸੇ ਉਹਨੂੰ ਜੀਣ ਨਹੀਂ ਦਿੱਤਾ ਉਹਨੇ, ਕੀ ਨਾਂ ਉਹਦਾ, ਸ਼ੇਰ ਖਾਨ ਨੇ, ਤੇ ਦੂਜੇ ਪਾਸੇ ਉਹਦੇ ਲਈ ਸਭ ਤੋਂ ਵੱਡੀ ਦਿੱਕਤ ਕਿਹਨੇ ਪੈਦਾ ਕੀਤੀ, ਬਹਾਦਰ ਸ਼ਾਹ ਨੇ। ਆ ਸਟੋਰੀ ਸੁਣੋ, ਕਹਿੰਦੇ ਬਹਾਦਰ ਸ਼ਾਹ ਜਿਹੜਾ ਗੁਜਰਾਤ ਦਾ ਰਾਜਾ ਸੀਗਾ, ਠੀਕ ਆ, ਉਹ ਮਾਲਵਾ ਤੇ ਰਾਜਪੂਤ, ਕਿਉਂਕਿ ਗੁਜਰਾਤ ਦਾ ਸੀ, ਉਹਨੇ ਰਾਜਸਥਾਨ ਵਾਲੇ ਪਾਸਿਓਂ ਜਿਹੜਾ ਸੀਗਾ ਬਾਬਰ ਨੂੰ ਮਤਲਬ ਕਿ ਤੰਗ ਕਰਨਾ ਸ਼ੁਰੂ ਕਰਤਾ। ਬਾਬਰ ਉਸ ਟਾਈਮ ਬਿਹਾਰ ਵਾਲੇ ਪਾਸੇ ਸੀਗਾ, ਉਹ ਕਿਹਦੇ ਰਿਵੋਲਟ ਨੂੰ ਜਾਂ ਕਿਹਦੀ ਬਗਾਵਤ ਨੂੰ ਸਪਰੈਸ ਕਰ ਰਿਹਾ ਸੀਗਾ, ਆਪਣਾ ਸ਼ੇਰ ਸ਼ਾਹ ਸੂਰੀ, ਜਿਹਦਾ ਕਿ ਉਦੋਂ ਤੱਕ ਨਾਮ ਕੀ ਸੀਗਾ, ਸ਼ੇਰ ਖਾਨ, ਠੀਕ ਆ। ਉਹਦਾ ਅਸਲੀ ਨਾਮ ਤਾਂ ਫਰੀਦ ਸੀਗਾ, ਪਰ ਉਹਨੇ ਆਪਣਾ ਨਾਮ ਰੱਖਿਆ ਸੀ ਸ਼ੇਰ ਖਾਨ। ਕਹਿੰਦੇ ਬਚਪਨ 'ਚ ਉਹਦੀ ਕਿਸੇ ਸ਼ੇਰ ਨਾਲ ਲੜਾਈ ਹੋਈ ਸੀ ਤਾਂ ਉਹਨੂੰ ਪਾੜਤਾ ਸੀ ਉਹਨੇ, ਇਸ ਕਰਕੇ ਉਹਦਾ ਨਾਮ ਸ਼ੇਰ ਖਾਨ ਪਿਆ। ਉਸ ਤੋਂ ਬਾਅਦ ਉਹਦਾ ਜਦੋਂ ਉਹ ਰਾਜਾ ਬਣਿਆ ਤੇ ਉਹਦਾ ਨਾਮ ਬਣ ਗਿਆ ਸ਼ੇਰ ਸ਼ਾਹ ਸੂਰੀ, ਕਿਉਂਕਿ ਸੁਰ ਵੰਸ਼ ਤੋਂ ਬਿਲੋਂਗ ਕਰਦੇ ਸੀ, ਅਫਗਾਨਿਸਤਾਨ ਦੇ। ਕਹਿੰਦੇ ਜੀ ਉਹਦਾ ਇੱਕੋ ਹੀ ਰੌਲਾ ਸੀਗਾ, ਉਹ ਚਾਹੁੰਦਾ ਸੀ ਕਿ ਬੰਗਾਲ ਮਿਲ ਜੇ ਮੈਨੂੰ, ਕਿਉਂਕਿ ਉਹ ਬੰਗਾਲ ਦੇ ਥਰੂ ਨਾ ਸਾਊਥ ਇੰਡੀਆ 'ਚ ਵਪਾਰ ਕਰਨਾ ਚਾਹੁੰਦਾ ਸੀ, ਸਮੁੰਦਰ ਵਾਲਾ ਬੇ ਆਫ ਬੰਗਾਲ ਦੇ ਥਰੂ। ਪਰ ਕਿਸੇ ਵੀ ਹਾਲਤ 'ਚ ਜਿਹੜਾ ਉਹ ਸੀਗਾ ਹਮਾਯੂ, ਉਹਨੂੰ ਬੰਗਾਲ ਨਹੀਂ ਸੀ ਦੇਣਾ ਚਾਹੁੰਦਾ, ਇਸ ਕਰਕੇ ਉਹ ਵਾਰ-ਵਾਰ ਤੰਗ ਕਰਦਾ ਸੀ ਹਮਾਯੂ ਨੂੰ। ਹਮਾਯੂ ਜਿਹੜਾ ਕਿ ਬਹਾਦਰ, ਇੱਕ ਪਾਸੇ ਗੁਜਰਾਤ ਵਾਲੇ ਪਾਸੇ ਬਹਾਦਰ ਸ਼ਾਹ ਨੂੰ ਦੇਖੇ, ਜਾਂ ਉਹ ਇੱਧਰ ਬਿਹਾਰ ਤੇ ਬੰਗਾਲ ਵਾਲੇ ਪਾਸੇ ਸ਼ੇਰ ਖਾਨ ਨੂੰ ਦੇਖੇ। ਸੋ ਬਾਬਰ ਜਿਹੜਾ ਸੀ, ਹਮਾਯੂ ਸੀ ਜਿਹੜਾ, ਉਹ ਬੜਾ ਕਨਫਿਊਜ਼ ਹੋ ਗਿਆ, ਠੀਕ ਆ। ਸੋ ਹਮਾਯੂ ਨੇ ਆਪਣੇ ਭਰਾ ਅਸਕਰੀ ਜਿਹੜਾ ਸੀਗਾ, ਉਹਨੂੰ ਗੁਜਰਾਤ ਦਾ ਮਤਲਬ ਕਿ ਗਵਰਨਰ ਬਣਾਤਾ। ਕਿਵੇਂ ਭਲਾ, ਗਿਆ ਬਹਾਦਰ ਸ਼ਾਹ ਨੂੰ ਹਰਾਤਾ, ਉੱਥੋਂ ਦਾ ਕੰਟਰੋਲ ਇਹਨੂੰ ਦੇਤਾ, ਤੇ ਐਡਾ ਨਲਾਇਕ ਕੰਟਰੋਲ ਛੱਡ ਕੇ ਵਾਪਸ ਆ ਗਿਆ, ਠੀਕ ਆ। ਉਹਨੂੰ ਦੁਬਾਰਾ ਫੇਰ ਮੌਕਾ ਮਿਲ ਗਿਆ ਜਦੋਂ ਅਸਕਰੀ ਜਿਹੜਾ ਸੀਗਾ ਉਹਨੂੰ ਛੱਡ ਕੇ ਵਾਪਸ ਆ ਗਿਆ, ਤੇ ਬਹਾਦਰ ਸ਼ਾਹ ਨੂੰ ਦੁਬਾਰਾ ਫੇਰ ਮੌਕਾ ਮਿਲ ਗਿਆ, ਉਹਨੇ ਦੁਬਾਰਾ ਫੇਰ ਰਾਜਪੂਤਾਨਾ ਤੇ ਦਿੱਲੀ ਵੱਲ ਨੂੰ ਕੂਚ ਕਰ ਲਿਆ। ਇਹਨਾਂ ਸਮਿਆਂ 'ਚ ਬਾਬਰ ਜਿਹੜਾ ਹਮਾਯੂ ਸੀਗਾ, ਉਹ ਬੜੇ ਵਧੀਆ ਤਰੀਕੇ ਨਾਲ ਬਿਹਾਰ ਤੇ ਬੰਗਾਲ ਨੂੰ ਕੰਟਰੋਲ ਕਰ ਰਿਹਾ ਸੀ। ਸੋ ਆਪਣੇ ਭਰਾਵਾਂ ਦੀ ਪ੍ਰੋਪਰ ਸਪੋਰਟ ਨਹੀਂ ਸੀ ਹੈਗੀ। ਕਾਮਰਾਨ ਜਿਹੜਾ ਉਧਰਲੇ ਪਾਸੇ ਸੀ, ਕੰਧਾਰ ਵਾਲੇ ਪਾਸੇ, ਉਹਨੂੰ ਕਿਹਾ ਕਿ ਮੇਰੀ ਮਦਦ ਕਰ ਇੱਥੇ ਆ ਕੇ, ਉਹ ਕਹਿੰਦਾ ਮੈਂ ਨਹੀਂ ਮਦਦ ਕਰਨੀ। ਇਟ ਮੀਨਸ ਸੈਨਾ ਦਾ ਇੱਕ ਹਿੱਸਾ ਜਿਹੜਾ ਉਹਦੇ ਕੋਲ, ਜੇ ਉਹ ਵੀ ਮਦਦ ਵਾਸਤੇ ਹੁੰਦਾ ਤਾਂ ਕਿੰਨੀ ਸੌਖੀ ਲੜਾਈ ਫਤਿਹ ਹੋ ਸਕਦੀ ਸੀ। ਹਮਾਯੂ ਦੇ ਲੜਾਈਆਂ ਹਾਰਨ ਦੇ ਬੇਸਿਕਲੀ ਕਾਰਨ ਸੀ ਇਹਦੀ ਆਪਣੇ ਨੋਬਲਸ ਵਜ਼ੀਰਾਂ ਨਾਲ ਨਾ ਬਣਨੀ, ਆਪਣੇ ਭਰਾਵਾਂ 'ਚ ਨਾਲ ਇਹਦੀ ਕੋਆਰਡੀਨੇਸ਼ਨ ਨਾ ਹੋ ਪਾਉਣੀ, ਠੀਕ ਆ। ਤੇ ਇੱਕ ਇਹਦੇ ਫਾਦਰ ਦਾ ਰਾਜ ਨੂੰ ਪ੍ਰੋਪਰ ਤਰੀਕੇ ਨਾਲ ਕੰਸੋਲੀਡੇਟ ਕਰਕੇ ਨਾ ਜਾਣਾ। ਉਹ ਸਾਰੀਆਂ ਚੀਜ਼ਾਂ, ਜਿਵੇਂ ਜੇ ਰਾਜ ਇਹਦਾ ਡੈਡੀ ਕੰਸੋਲੀਡੇਟ ਕਰਕੇ ਨਹੀਂ ਸੀ ਗਿਆ ਤਾਂ ਵੀ ਕੋਈ ਦਿੱਕਤ ਨਹੀਂ ਸੀ, ਜਿੰਨੀ ਪਾਵਰ ਇਹਦੇ ਫਾਦਰ ਕੋਲ ਸੀ, ਜੇ ਉਨੀ ਪਾਵਰ ਵੀ ਇਹਦੇ ਕੋਲ ਰਹਿੰਦੀ, ਇਹਦੇ ਕੋਲ ਪਾਵਰ ਤਾਂ ਰਹਿ ਗਈ 1/4, ਜੇ ਉਨੀ ਪਾਵਰ ਵੀ ਇਹਦੇ ਕੋਲ ਰਹਿੰਦੀ, ਇਹਨੇ ਉਨੀ ਪਾਵਰ ਨਾਲ ਹੀ ਸਾਰਾ ਕੁਝ ਕੰਟਰੋਲ ਕਰ ਲੈਣਾ ਸੀਗਾ। ਬਟ ਇਹਦੇ ਕੋਲ ਪਾਵਰ ਹੀ ਨਹੀਂ ਸੀ ਹੈਗੀ, ਇਹ ਕੰਟਰੋਲ ਕਿੱਥੋਂ ਕਰਦਾ। ਸੋ ਆਹ ਚੀਜ਼ ਜਿਹੜੀ ਆ ਨਾ ਸਭ ਤੋਂ ਵੱਧ ਇੰਪੋਰਟੈਂਟ ਹੋਈ। ਜਿਹੜੇ ਸਮੇਂ 'ਚ ਇਹ ਬਾਬਰ ਨੂੰ, ਉਹਨੂੰ ਬਹਾਦਰ ਸ਼ਾਹ ਨੂੰ ਕੰਟਰੋਲ ਕਰਨ ਗਿਆ, ਉਸੇ ਸਮੇਂ 'ਚ ਸ਼ੇਰ ਖਾਨ ਜਿਹੜਾ ਸੀਗਾ, ਉਹ ਬਿਹਾਰ 'ਚ ਆਪਣੀ ਤਾਕਤ ਜਿਹੜੀ ਸੀਗੀ ਉਹਨੂੰ ਕਈ ਗੁਣਾ ਵਧਾ ਗਿਆ, ਠੀਕ ਆ। ਤੇ ਜਦੋਂ ਉਹਨੂੰ ਵਾਪਸ ਆਇਆ, ਉਦੋਂ ਤੱਕ ਜਿਹੜਾ ਸ਼ੇਰ ਖਾਨ ਸੀਗਾ, ਉਹਨੇ ਰੋਹਤਾਸ, ਇਹ ਵੀ ਯੂਪੀ ਦਾ ਏਰੀਆ ਹੈ, ਤੇ ਹੋਰ ਵੀ ਕਈ ਇਲਾਕੇ ਜਿਹੜੇ ਆ ਜੀ ਬੰਗਾਲ ਦੇ ਨੇੜੇ ਨੇੜੇ, ਉਹਨੇ ਕੰਟਰੋਲ ਕਰ ਲਏ। ਉਹਨੇ ਫਿਰ ਬਾਬਰ ਨੂੰ ਕਿਹਾ, ਇਹਨੂੰ ਕਿਹਾ ਹਮਾਯੂ ਨੂੰ, ਕਿ ਜੇ ਤੂੰ ਮੈਨੂੰ ਪ੍ਰੋਪਰਲੀ ਬੰਗਾਲ ਦਾ ਸਾਰਾ ਕੰਟਰੋਲ ਦੇ ਦੇ, ਠੀਕ ਆ, ਕਿਉਂਕਿ ਹੁਣ ਤਾਂ ਮੈਂ ਬੰਗਾਲ ਦੇ ਕਈ ਹਿੱਸੇ ਕੰਟਰੋਲ 'ਚ ਕਰ ਹੀ ਲਏ ਆ, ਜੇ ਤੂੰ ਮੈਨੂੰ ਪ੍ਰੋਪਰ ਬੰਗਾਲ ਦੇ ਦੇ, ਮੈਂ ਬਾਕੀ ਸਾਰੀਆਂ ਜਗ੍ਹਾ ਤੋਂ ਕਲੇਮ ਛੱਡ ਦੂੰਗਾ। ਪਰ ਹਮਾਯੂ ਨੂੰ ਇਹ ਸੀ ਕਿ ਜੇ ਮੈਂ ਕਿਸੇ ਛੋਟੇ-ਮੋਟੇ ਰਾਜੇ ਨੂੰ ਬੰਗਾਲ ਦੇਤਾ ਤਾਂ ਬਾਕੀ ਪੂਰੇ ਭਾਰਤ 'ਚ ਕੀ ਇੰਪ੍ਰੈਸ਼ਨ ਜਾਊਗਾ ਕਿ ਹਮਾਯੂ ਜਿਹੜਾ ਇਹ ਸਮਝੌਤਾ ਕਰਨ ਵਾਸਤੇ ਪੂਰੀ ਦੀ ਪੂਰੀ ਟੈਰੀਟਰੀ ਤੋਂ ਆਪਣਾ ਕਲੇਮ ਛੱਡ ਸਕਦਾ ਹੈ। ਸੋ ਉਹਨੇ ਇਸ ਚੀਜ਼ ਤੋਂ ਡਿਨਾਈ ਕਰਤਾ, ਤੇ ਫਿਰ ਦੋ ਲੜਾਈਆਂ ਹੋਈਆਂ, ਇੱਕ ਬੈਟਲ ਆਫ ਚੌਸਾ ਤੇ ਇੱਕ ਬੈਟਲ ਆਫ ਕਨੌਜ। ਕਨੌਜ ਵੀ ਯੂਪੀ 'ਚ ਆ, ਚੌਸਾ ਵੀ ਉੱਥੇ ਹੀ ਹੈ, ਠੀਕ ਆ। ਇਹਨਾਂ ਦੋਵਾਂ ਲੜਾਈਆਂ 'ਚ ਜਾਂ ਜਿਹੜੀ ਬੈਟਲ ਆਫ ਕਨੌਜ ਆ ਜਿਹੜੀ, ਇਹ ਕਨੌਜ ਦੇ ਨੇੜੇ ਇੱਕ ਪਿੰਡ ਬਿਲਗ੍ਰਿਮ 'ਚ ਲੜੀ ਗਈ ਹੈ। ਸੋ ਇਹਨੂੰ ਬੈਟਲ ਆਫ ਬਿਲਗ੍ਰਿਮ ਜਾਂ ਬੈਟਲ ਆਫ ਕਨੌਜ ਵੀ ਕਹਿ ਦਿੰਦੇ ਆ। ਬੈਟਲ ਆਫ ਕਨੌਜ ਤੇ ਬੈਟਲ ਆਫ ਚੌਸਾ, ਇਹ ਜਿਹੜੀਆਂ ਦੋ ਲੜਾਈਆਂ ਹੈ, ਇਹ ਦੋਵੇਂ ਲੜਾਈਆਂ ਹਮਾਯੂ ਦੀਆਂ ਕਿਹਦੇ ਨਾਲ ਹੋਈਆਂ ਹੈ, ਸ਼ੇਰ ਖਾਨ ਨਾਲ। ਪਹਿਲੀ ਲੜਾਈ 'ਚ ਸ਼ੇਰ ਖਾਨ ਜਿਹੜਾ ਸੀਗਾ ਉਹ ਜਿੱਤ ਕੇ ਉਹਨੇ ਆਪਣੇ ਆਪ ਨੂੰ ਸ਼ੇਰ ਸ਼ਾਹ ਦਾ ਖਿਤਾਬ ਦੇ ਦਿਆ, ਠੀਕ ਆ। ਦੂਜੀ ਲੜਾਈ ਜਿਹੜੀ ਬਿਲਗ੍ਰਿਮ ਦੀ ਲੜਾਈ ਆ, ਇਸ ਲੜਾਈ 'ਚ ਹਮਾਯੂ ਜਿਹੜਾ ਸੀਗਾ ਉਹਨੇ ਆਪਣੇ ਭਰਾਵਾਂ ਨਾਲ ਸਮਝੌਤਾ ਕੀਤਾ ਕਿ ਆਪਾਂ ਮਿਲ ਕੇ ਸ਼ੇਰ ਸ਼ਾਹ ਸੂਰੀ ਨੂੰ, ਯਾਨੀ ਕਿ ਸ਼ੇਰ ਖਾਨ ਨੂੰ ਮਾਰਾਂਗੇ ਜਾਂ ਸ਼ੇਰ ਸ਼ਾਹ ਨੂੰ ਮਾਰਾਂਗੇ ਆਪਾਂ। ਪਰ ਉਹਦੇ ਭਰਾ ਜਿਹੜੇ ਆ ਉਹ ਉਹਨਾਂ ਕੋਆਰਡੀਨੇਟ ਨਹੀਂ ਕਰ ਸਕੇ ਜਿੰਨੀ ਉਹਨੂੰ ਉਮੀਦ ਸੀ, ਇਸੇ ਕਰਕੇ ਵਿਚਾਰਾ ਇਕੱਲਾ ਲੜਿਆ, ਠੀਕ ਆ, ਕਨੌਜ ਦੀ ਲੜਾਈ। ਤੇ ਇਸ ਕਨੌਜ ਦੀ ਲੜਾਈ 'ਚ ਸ਼ੇਰ ਸ਼ਾਹ ਸੂਰੀ, ਯਾਨੀ ਕਿ ਸ਼ੇਰ ਸ਼ਾਹ ਕਹਿ ਲਓ, ਇਹਨੇ ਮੁਗਲਾਂ ਨੂੰ ਬੁਰੇ ਤਰੀਕੇ ਨਾਲ ਹਰਾਤਾ। ਤੇ ਸ਼ੇਰ ਸ਼ਾਹ ਤੋਂ ਹਾਰਨ ਤੋਂ ਬਾਅਦ ਹਮਾਯੂ ਜਿਹੜਾ ਸੀਗਾ ਉਹ ਉਜੜ ਗਿਆ। ਇਹ ਕਹਿ ਲਓ ਕਿ ਭਾਰਤ 'ਚੋਂ ਉਹ ਵਿਚਾਰਾ ਪਤਾ ਨਹੀਂ ਕਿਵੇਂ ਯਮਨਾ ਨਦੀ ਕ੍ਰੋਸ ਕਰਕੇ
ਦਿੱਲੀ ਵਾਲੇ ਪਾਸੇ ਆਇਆ ਤੇ ਫਿਰ ਉੱਥੋਂ ਫਿਰ ਨਿਕਲਦਾ ਇਹ ਕਿਵੇਂ ਵਿਚਾਰਾ ਇੱਥੋਂ ਰਾਜਸਥਾਨ ਗਿਆ, ਰਾਜਪੂਤਾਨਾ, ਮਤਲਬ ਇਹ ਉਧਰ ਨੂੰ ਨਹੀਂ ਭੱਜਿਆ ਕੰਧਾਰ ਵੱਲ ਨੂੰ ਜਾਂ ਉਜ਼ਬੇਕਿਸਤਾਨ ਵੱਲ ਨੂੰ ਨਹੀਂ ਭੱਜਿਆ, ਇਹ ਭੱਜਿਆ ਸਿੰਧ ਵੱਲ ਨੂੰ। ਜੇ ਆ ਇੰਡੀਆ ਹੈ, ਇਹਦੇ ਕੋਲ ਭੱਜਣ ਦੇ ਕਈ ਰੂਟ ਸੀਗੇ, ਇਹ ਇੱਧਰ ਨੂੰ ਵੀ ਭੱਜ ਸਕਦਾ ਸੀ, ਇੱਥੋਂ ਕਨੌਜ ਤੋਂ ਲੜਾਈ ਹਾਰ ਕੇ ਇਹ ਸਿੰਧ ਵੱਲ ਨੂੰ ਭੱਜਿਆ, ਇਸ ਪਾਸੇ ਨੂੰ ਰਾਜਪੂਤਾਨਾ ਯਾਨੀ ਕਿ ਰਾਜਸਥਾਨ ਕ੍ਰਾਸ ਕਰਕੇ ਨਾਲ ਹੀ ਸਿੰਧ ਆ ਪਾਕਿਸਤਾਨ 'ਚ, ਠੀਕ ਆ। ਇਹ ਸਿੰਧ ਦਾ ਇਲਾਕਾ ਹੈ ਅਮਰਕੋਟ, ਕੀ ਨਾਮ ਆ ਜੀ, ਅਮਰਕੋਟ। ਸੋ ਇਹ ਅਮਰਕੋਟ ਵੱਲ ਭੱਜਿਆ, ਉੱਥੇ ਇੱਕ ਇਹਦਾ ਬੜਾ ਖਾਸ ਦੋਸਤ ਸੀਗਾ, ਠੀਕ ਆ, ਅਮਰਕੋਟ ਦਾ ਰਾਜਾ ਜਿਹਨੇ ਇਹਦੀ ਹੈਲਪ ਕੀਤੀ ਬਾਅਦ, ਸਿੰਧ ਦਾ ਰਾਜਾ ਸੀਗਾ ਜਾਂ ਸਿੰਧ ਦੇ ਨੇੜੇ ਅਮਰਕੋਟ ਦੇ ਇਲਾਕੇ ਦਾ ਰਾਜਾ ਸੀਗਾ। ਸੋ ਉਹਨੇ ਇਹਨੂੰ ਫਿਰ ਅਗਲੇ 15 ਸਾਲਾਂ ਵਾਸਤੇ ਪਨਾਹ ਦਿੱਤੀ ਆ। ਕਹਿੰਦੇ ਅਮਰਕੋਟ ਜਾ ਕੇ ਜਿਹੜਾ ਇੱਕ ਹਿੰਦੂ ਕਿੰਗਡਮ ਸੀ ਜਿੱਥੋਂ ਦਾ ਰਾਣਾ ਸੀ ਰਾਣਾ ਪ੍ਰਸਾਦ, ਠੀਕ ਆ, ਉੱਥੇ ਜਾ ਕੇ ਇਹਨੇ ਆਪਣੀ ਵਾਈਫ ਨੂੰ ਉੱਥੇ ਸੰਭਾਤਾ, ਠੀਕ ਆ। ਇਹਦੀ ਵਾਈਫ ਸੀ ਜਿਹੜੀ ਹਮੀਦਾ ਬੇਗਮ, ਆਈ ਥਿੰਕ ਸ਼ਾਇਦ ਉਹਦਾ ਨਾਮ ਹਮੀਦਾ ਬੇਗਮ ਸੀ, ਠੀਕ ਆ। ਉਹ ਇਹਦੀ ਵਾਈਫ, ਹਾਂ ਆ ਲਿਆ, ਹਮੀਦਾ ਬਾਨੂ ਬੇਗਮ, ਠੀਕ ਆ। ਇਹ ਸ਼ਾਇਦ ਇਹਦੇ ਟੀਚਰ ਦੀ ਇਹਦੇ ਜਾਂ ਇਹਦੇ ਬ੍ਰਦਰ ਦਾ ਕੋਈ ਟੀਚਰ ਸੀਗਾ, ਉਹਦੀ ਬੇਟੀ ਸੀ, ਉਹ ਹਿੰਦਲ ਦੇ, ਸ਼ਾਇਦ ਹਿੰਦਲ ਦਾ ਟੀਚਰ ਸੀਗਾ ਉਹ, ਇਹਦੇ ਬ੍ਰਦਰ ਦਾ, ਉਹਦੀ ਬੇਟੀ ਸੀ, ਉਹਦੇ ਨਾਲ ਇਹਦੀ ਮੈਰਿਜ ਹੁੰਦੀ ਹੈ। ਸੋ ਉਹ ਉਸ ਟਾਈਮ ਪ੍ਰੈਗਨੈਂਟ ਸੀ। 1540 'ਚ ਕਨੌਜ ਯਾਨੀ ਕਿ ਬਿਲਗ੍ਰੀਮ ਦੀ ਲੜਾਈ ਹਾਰ ਗਿਆ। ਲੜਾਈ ਹਾਰਨ ਤੋਂ ਬਾਅਦ 1542 'ਚ ਰਾਣਾ ਪ੍ਰਸਾਦ ਕੋਲ ਅਮਰਕੋਟ, ਜੋ ਕਿ ਸਿੰਧ ਦੇ ਨੇੜੇ ਦਾ ਰਾਜਾ ਸੀ, ਉਹਦੇ ਕੋਲ ਪਹੁੰਚਿਆ। ਉਹਦੇ ਕੋਲ ਪਹੁੰਚ ਕੇ ਉੱਥੇ ਆਪਣੀ ਵਾਈਫ ਨੂੰ ਠਹਿਰਾਇਆ, ਉੱਥੇ ਉਹਨੂੰ ਸ਼ੈਲਟਰ ਮਿਲੀ। ਉਸ ਤੋਂ ਬਾਅਦ ਉਹ ਉੱਥੇ ਹੀ ਉਹਦੇ ਘਰੇ ਬੇਟਾ ਜਿਹੜਾ ਸੀਗਾ ਜਲਾਲੂਦੀਨ ਅਕਬਰ, ਉਹਦਾ ਜਨਮ ਹੁੰਦਾ ਹੈ ਉਸੇ ਅਮਰਕੋਟ ਦੇ ਇਲਾਕੇ 'ਚ ਹੀ, ਠੀਕ ਆ। ਬਿਕੋਜ਼ ਉਹਦੀ ਵਾਈਫ ਉੱਥੇ ਰਹਿ ਜੂਗੀ, ਆਪ ਸਿੰਧ ਕ੍ਰਾਸ ਕਰਕੇ ਅੱਗੇ ਆ ਜਾਊਗਾ ਈਰਾਨ, ਅੱਜ ਦਾ ਈਰਾਨ। ਜੇ ਤੁਸੀਂ ਪਾਕਿਸਤਾਨ ਕ੍ਰਾਸ ਕਰੋ ਅੱਗੇ ਬਲੋਚ, ਤੇ ਬਲੋਚ ਤੋਂ ਬਾਅਦ ਈਰਾਨ ਆ ਜਾਂਦਾ, ਬਲੋਚਿਸਤਾਨ, ਤੇ ਬਲੋਚਿਸਤਾਨ ਤੋਂ ਬਾਅਦ ਈਰਾਨ। ਉਦੋਂ ਗੱਲ ਕਰੀਏ ਤਾਂ ਉਦੋਂ ਬਲੋਚ, ਤੇ ਬਲੋਚ ਤੋਂ ਬਾਅਦ ਪਰਸ਼ੀਆ। ਪਰਸ਼ੀਆ ਮਤਲਬ ਈਰਾਨ ਦਾ ਹੀ ਦੂਜਾ ਨਾਮ ਆ। ਈਰਾਨ ਦਾ ਰਾਜਾ ਸੀ ਸੂਫੀ, ਨਾਮ ਨੂੰ ਯਾਦ ਕਰਨ ਦੀ ਲੋੜ ਨਹੀਂ। ਜਿਹੜਾ ਉਸ ਟਾਈਮ ਦਾ ਰਾਜਾ ਸੀਗਾ, ਠੀਕ ਆ, ਉਹ ਸੀ ਸ਼ੀਆ ਸੈਕਟ ਦਾ। ਜਿਹੜਾ ਆ ਸੀਗਾ ਹਮਾਯੂ, ਇਹ ਕੀ ਸੀਗੇ, ਸੁੰਨੀ। ਸ਼ੀਆ ਤੇ ਸੁੰਨੀਜ਼ ਦੇ ਵਿੱਚ ਜੇ ਕੋਈ ਮੈਨੂੰ ਥੋੜਾ ਜਿਹਾ ਫਰਕ ਸਮਝੇ ਨਾ, ਸ਼ੀਆ ਤੇ ਸੁੰਨੀਜ਼ ਦੇ ਵਿੱਚ ਇੱਕ ਫਰਕ ਇਹ ਵੀ ਆ ਕਿ ਜਿਹੜੇ ਸੁੰਨੀ ਹੁੰਦੇ ਆ ਨਾ, ਥੋੜੇ ਜਿਹੇ ਜ਼ਿਆਦਾ ਤਾਂ ਚਲੋ ਮੈਨੂੰ ਇਸਲਾਮ ਬਾਰੇ ਨਹੀਂ ਸਮਝ ਹੈਗੀ, ਪਰ ਥੋੜੇ ਜਿਹੇ ਜ਼ਿਆਦਾ ਧਰਮ ਨੂੰ ਲੈ ਕੇ ਕੰਜ਼ਰਵੇਟਿਵ ਨੇ। ਸ਼ੀਆਜ਼ ਰੈਲੇਟਿਵਲੀ ਸੌਫਟ ਨੇ, ਰੈਲੇਟਿਵਲੀ ਐਜ਼ ਕੰਪੇਅਰ ਟੂ ਸੁੰਨੀਜ਼, ਠੀਕ ਆ। ਸੋ ਇਹ ਕਹਿੰਦਾ ਕਿ ਤੈਨੂੰ ਮੈਂ ਮਦਦ ਵੀ ਕਰੂੰਗਾ, ਤੇਰੀ ਮੈਂ ਇੰਨੀ ਹੈਲਪ ਵੀ ਕਰੂੰਗਾ ਕਿ ਤੂੰ ਆਪਣਾ ਪੁਰਾਣਾ ਅੰਪਾਇਰ, ਆਪਣੇ ਦਾਦੇ ਦਾ ਜਿਹੜਾ ਅੰਪਾਇਰ ਆ ਉੱਥੋਂ ਵਾਲਾ ਉਜ਼ਬੇਕਿਸਤਾਨ ਵਾਲਾ ਤੇ ਅਫਗਾਨਿਸਤਾਨ ਦੇ ਕਾਬਲ ਵਾਲਾ, ਉਹਨੂੰ ਜਿੱਤਣ 'ਚ ਤੇਰੀ ਮਦਦ ਵੀ ਕਰੂੰਗਾ, ਪਰ ਤੂੰ ਸ਼ੀਆ 'ਚ ਤਬਦੀਲ ਹੋ ਜਾ, ਠੀਕ ਆ। ਸੋ ਉਹ ਇਹਨੂੰ ਸ਼ੀਆ 'ਚ ਕਨਵਰਟ ਕਰਵਾ ਲੈਂਦਾ ਸੁੰਨੀ ਤੋਂ। ਤਾਂ ਉਸ ਤੋਂ ਬਾਅਦ ਉਹਨੂੰ ਸੈਨਿਕ ਵੀ ਦਿੰਦਾ ਹੈ, ਪ੍ਰਸ਼ਿਕਸ਼ਣ ਵੀ ਦਿੰਦਾ ਹੈ, ਹੋਰ ਹੈਲਪ ਵੀ ਕਰਦਾ, ਪੈਸਾ ਵੀ ਦਿੰਦਾ ਹੈ। ਉਹਦੀ ਸਪੋਰਟ ਨਾਲ ਦੁਬਾਰਾ ਫਿਰ ਉਹ ਕਾਬਲ ਤੇ ਹਮਲਾ ਕਰਦਾ ਹੈ। ਕਿੱਥੇ ਹਮਲਾ ਕਰਦਾ ਹੈ? ਕਾਬਲ ਤੇ ਹਮਲਾ ਕਰਕੇ ਕਾਬਲ ਨੂੰ ਜਿੱਤਦਾ ਹੈ। ਕਾਬਲ ਨੂੰ ਜਿੱਤ ਕੇ ਉਹ ਦੁਬਾਰਾ ਫਿਰ ਕਾਬਲ ਤੋਂ ਵਾਪਸ ਇੰਡੀਆ ਵੱਲ ਨੂੰ ਆਉਂਦਾ ਹੈ। ਤੇ ਇਸ ਸਾਰੇ ਸਮੇਂ ਦੇ ਵਿੱਚ 15 ਕੁ ਸਾਲਾਂ ਦਾ ਸਮਾਂ ਲੱਗ ਜਾਂਦਾ ਹੈ। ਇਹਨਾਂ 15 ਸਾਲਾਂ 'ਚ ਭਾਰਤ 'ਚ ਕੀ ਹੋ ਰਿਹਾ ਹੋਊਗਾ ਭਲਾ? ਇਹਨਾਂ 15 ਸਾਲਾਂ 'ਚ ਭਾਰਤ 'ਚ ਕਿਹੜਾ ਵੰਸ਼ ਰਾਜ ਕਰ ਰਿਹਾ ਸੀ? 1540 ਤੋਂ ਲੈ ਕੇ 1555, 1540 ਤੋਂ ਲੈ ਕੇ 1555 ਤੱਕ ਸੁਰ ਡਾਇਨੈਸਟੀ। ਕਿਹੜੀ ਡਾਇਨੈਸਟੀ? 15 ਸਾਲ ਮੁਗਲ ਅੰਪਾਇਰ ਦੇ ਵਿੱਚੋਂ ਡਿਲੀਟ ਕਰ ਦਿਓ, ਕਿਉਂਕਿ ਇਹ ਮੁਗਲਾਂ ਦੇ ਸਾਲ ਨਹੀਂਗੇ, ਇਹ ਕਿਹਨਾਂ ਦੇ ਸਾਲ ਆ ਭਲਾ? ਸੁਰ ਡਾਇਨੈਸਟੀ ਵਾਲਿਆਂ ਦੇ ਸਾਲ ਆ। ਸੋ ਇਹਨਾਂ ਸਮਿਆਂ ਦੇ ਦੌਰਾਨ ਆ ਸਾਰੀ ਕਹਾਣੀ ਮੈਂ ਕਲੀਅਰ ਕਰਤੀ। 1555 'ਚ ਹਮਾਯੂ ਵਾਪਸ ਆਉਂਦਾ ਹੈ, ਠੀਕ ਆ। ਉਹ ਆ ਕੇ ਆਪਣਾ ਜਿਹੜਾ ਰਾਜ ਆ ਉਹਨੂੰ ਰਿਕਵਰ ਕਰਦਾ ਹੈ। ਜਦੋਂ ਉਹ ਆਪਣਾ ਰਾਜ ਰਿਕਵਰ ਕਰਦਾ ਹੈ, ਉਸ ਟਾਈਮ ਭਾਰਤ ਦਾ ਸਟੇਟਸ ਕੀ ਸੀਗਾ? ਸ਼ੇਰ ਸ਼ਾਹ ਸੂਰੀ ਤਾਂ 1540 ਤੋਂ 1545 'ਚ 5 ਸਾਲਾਂ 'ਚ ਹੀ ਮਾਰਿਆ ਗਿਆ। ਕਿੰਨੇ ਸਾਲਾਂ 'ਚ? 5 ਸਾਲਾਂ 'ਚ। ਮਰਦਾ ਮੁਰਦਾ ਨਹੀਂ ਸੀ ਉਹ ਤਾਂ ਐਕਚੁਅਲੀ ਕੋਈ ਬੰਬ ਵਗੈਰਾ ਟੈਸਟ ਹੋ ਰਿਹਾ ਸੀਗਾ, ਉਹਦੇ ਚਪੇਟ 'ਚ ਆ ਗਿਆ ਤੇ ਉਹਦੀ ਮੌਤ ਹੋ ਗਈ। ਇਸਮਾਇਲ ਸ਼ਾਹ ਸੂਰੀ ਉਹਦਾ ਮੁੰਡਾ ਸੀ, ਉਹ ਵੀ ਵਾਲਾ ਚਿਰ ਨਹੀਂ ਰਹਿ ਸਕਿਆ। ਫਿਰ ਉਹਦਾ ਦੂਜਾ ਮੁੰਡੇ ਨੇ ਰਾਜ ਕੀਤਾ। ਤਾਂ ਅਲਟੀਮੇਟਲੀ ਕੀ ਹੋਇਆ? 15 ਸਾਲਾਂ ਦੇ ਅੰਦਰ ਅੰਦਰ ਸੁਰ ਡਾਇਨੈਸਟੀ ਇੰਨੀ ਵੀਕ ਹੋ ਗਈ, ਕਿਉਂਕਿ ਸ਼ੇਰ ਸ਼ਾਹ ਸੂਰੀ ਆਪ ਨਹੀਂ ਰਿਹਾ, ਮੁੰਡਾ ਵੀ ਨਹੀਂ ਰਿਹਾ, ਤੇ ਬਾਕੀ ਕੋਈ ਬਹੁਤ ਸਿਆਣਾ ਰਾਜਾ ਨਹੀਂ ਸੀਗਾ। ਸੋ ਸ਼ੇਰ ਸ਼ਾਹ ਸੂਰੀ ਹਮਾਯੂ ਆਇਆ 1555 'ਚ, ਦੁਬਾਰਾ ਫਿਰ ਉਹਨੇ ਆ ਕੇ ਇੱਥੇ ਕਬਜ਼ਾ ਕਰ ਲਿਆ ਦਿੱਲੀ ਤੇ। ਇਸ ਤਰੀਕੇ ਨਾਲ 15 ਸਾਲਾਂ ਬਾਅਦ ਹਮਾਯੂ ਦੁਬਾਰਾ ਫਿਰ ਦਿੱਲੀ ਦਾ ਰਾਜਾ ਬਣ ਗਿਆ। ਜਦੋਂ ਹਮਾਯੂ ਦਿੱਲੀ ਦਾ ਰਾਜਾ ਬਣਿਆ, ਉਸ ਸਮੇਂ ਤੱਕ ਇੱਕ ਨਾ ਉੱਥੇ ਲਾਇਬ੍ਰੇਰੀ ਸੀਗੀ, ਬੜੀ ਇੰਪੋਰਟੈਂਟ ਆ। ਕਹਿੰਦਾ ਜੀ ਉਹਦੀ ਜਿਹੜੀ ਲਾਇਬ੍ਰੇਰੀ ਸੀ ਉਹਦਾ ਨਾਮ ਸੀ ਸ਼ੇਰ ਮੰਡਲ। ਲਾਇਬ੍ਰੇਰੀ ਦਾ ਉਹਦਾ ਨਾਮ ਸ਼ੇਰ ਮੰਡਲ ਕਿਉਂ ਸੀਗਾ? ਕਿਉਂਕਿ ਉਹ ਸ਼ੇਰ ਸ਼ਾਹ ਸੂਰੀ ਦੀ ਬਣਾਈ ਹੋਈ ਬਿਲਡਿੰਗ ਸੀ। ਉਸੇ ਬਿਲਡਿੰਗ ਨੂੰ ਬਾਅਦ 'ਚ ਹਮਾਯੂ ਨੇ ਲਾਇਬ੍ਰੇਰੀ ਦਾ ਕਨਵਰਟ ਕਰਾਤਾ, ਠੀਕ
ठीक है, उन्होंने शेर मंडल कहा जाता। ਉਹਦੀਆਂ ਸਟੇਅਰਸ ਤੋਂ ਡਿੱਗ ਕੇ ਇਹਦੀ ਮੌਤ ਹੋ ਜਾਂਦੀ ਹੈ ਜਸਟ 1 ਸਾਲ ਬਾਅਦ। 1555 ਚ ਦਿੱਲੀ ਦਾ ਰਾਜਾ ਬਣਿਆ ਤੇ 1556 1556 ਚ ਇਹਦੀ ਦਿੱਲੀ ਚ ਉੱਥੋਂ ਡਿੱਗ ਕੇ ਇਹਦੀ ਮੌਤ ਹੋ ਜਾਂਦੀ ਹੈ। ਮਤਲਬ ਕੁੱਲ ਮਿਲਾ ਕੇ ਕੀ ਕਿਹਾ ਜਾ ਸਕਦਾ ਹੈ ਕਿ ਸਾਰੀ ਉਮਰ ਤੜਫਦਾ ਰਿਹਾ ਤੇ ਜ਼ਿੰਦਗੀ ਜਿਹੜੀ ਸੀਗੀ, ਠੀਕ ਆ, ਇਸੇ ਤਰੀਕੇ ਨਾਲ ਜ਼ਿੰਦਗੀ ਚੋਂ ਨਿਕਲ ਗਿਆ। ਮਤਲਬ ਕਿ ਐਕਸਕਲੂਡ ਕਰਤਾ ਜ਼ਿੰਦਗੀ ਨੇ ਇਹਨੂੰ। ਮਤਲਬ ਤੜਫਦਾ ਤੜਫਦਾ ਕਿਤੇ ਵੀ ਸ਼ਾਂਤੀ ਨਹੀਂ ਮਿਲੀ ਇਸ ਸ਼ਖਸ ਨੂੰ। ਜਦੋਂ ਸ਼ਾਂਤੀ ਲੈਣ ਦਾ ਟਾਈਮ ਸੀਗਾ ਉਦੋਂ ਪਰਮਾਨੈਂਟ ਸ਼ਾਂਤੀ ਮਿਲ ਗਈ। ਸੋ ਕਹਿਣ ਦਾ ਮਤਲਬ ਆ ਕਿ ਕਿਸ ਤਰੀਕੇ ਨਾਲ 1556 ਤੱਕ ਜਾਂਦੇ ਜਾਂਦੇ ਦਿੱਲੀ ਦੇ ਵਿੱਚ ਦੁਬਾਰਾ ਫਿਰ ਕਿਹੜੇ ਵੰਸ਼ ਦਾ ਰਾਜ ਆ ਗਿਆ? ਮੁਗਲ ਐਂਪਰਰਸ ਦਾ, ਮੁਗਲ ਅੰਪਾਇਰ ਦਾ। 1556 ਚ ਜਦੋਂ ਇਹਦੀ ਅਚਾਨਕ ਮੌਤ ਹੋ ਗਈ, ਉਸ ਟਾਈਮ ਇਹਦਾ ਮੁੰਡਾ ਕਿੱਥੇ ਸੀ? ਅਮਰਕੋਟ ਨਹੀਂ, ਅਮਰਕੋਟ ਤੋਂ ਇਹਦੇ ਮੁੰਡੇ ਨੂੰ ਕਲਾਨੌਰ ਲਿਆਂਦਾ ਗਿਆ ਸੀਗਾ। ਕਲਾਨੌਰ ਪੰਜਾਬ ਦੇ ਵਿੱਚ ਉਹ ਜਗ੍ਹਾ ਹੈ ਜਿਹੜੀ ਕਿ ਗੁਰਦਾਸਪੁਰ ਜ਼ਿਲ੍ਹੇ 'ਚ ਆ, ਜਿਹਨੂੰ ਲੈ ਕੇ ਪੰਜਾਬ ਪੁਲਿਸ ਨੇ ਸਬ ਇੰਸਪੈਕਟਰ 'ਚ 2 ਸਵਾਲ ਪੁੱਛੇ ਸੀ, ਠੀਕ ਆ, ਕਿ ਅਕਬਰ ਦਾ ਪਤਾ ਨਹੀਂ ਮਹਿਲ ਕਿੱਥੇ ਆ, ਪੰਜਾਬ 'ਚ ਕਿਹੜੇ ਜ਼ਿਲ੍ਹੇ 'ਚ ਆ। ਪਹਿਲੇ ਹੈੱਡ ਕਾਂਸਟੇਬਲ 'ਚ 1 ਦਿਨ ਪਹਿਲਾਂ ਸਵਾਲ ਆਇਆ ਕਿ ਉਹ ਕਿਹੜੇ ਜ਼ਿਲ੍ਹੇ 'ਚ ਆ, ਕਿ ਅਕਬਰ ਦਾ ਜਿਹੜਾ ਅਕਬਰੀ ਮਹਿਲ ਆ ਜਿਹੜਾ ਪੰਜਾਬ 'ਚੋਂ ਕਿੱਥੇ ਆ। ਆਪਸ਼ਨ ਸੀ ਪਟਿਆਲਾ, ਗੁਰਦਾਸਪੁਰ, ਅੰਮ੍ਰਿਤਸਰ ਕੇ ਚੌਥੀ ਆਪਸ਼ਨ। ਫਿਰ ਅਗਲੇ ਦਿਨ ਪੇਪਰ ਸਬ ਇੰਸਪੈਕਟਰ ਦਾ ਸੀ, ਉਹਦੇ 'ਚ ਸਵਾਲ ਆਇਆ ਕਿ ਉਹ ਕਿਹੜੇ ਸ਼ਹਿਰ 'ਚ ਆ, ਠੀਕ ਆ। ਪਹਿਲੇ 'ਚ ਜ਼ਿਲ੍ਹਾ ਪੁੱਛ ਲਿਆ ਗੁਰਦਾਸਪੁਰ ਤੇ ਦੂਜੇ 'ਚ ਉਸ ਜ਼ਿਲ੍ਹੇ 'ਚ ਉਹ ਸ਼ਹਿਰ ਪੁੱਛ ਲਿਆ, ਉਹ ਸ਼ਹਿਰ ਸੀਗਾ ਕਲਾਨੌਰ, ਠੀਕ ਆ। ਬੇਸਿਕਲੀ ਕਹਾਣੀ ਕੀ ਆ? ਬਹਿਰੇਮ ਖਾਨ ਨੇ ਉੱਥੇ ਹੀ ਕਲਾਨੌਰ 'ਚ ਹੀ ਇਹਨੂੰ ਟ੍ਰੇਨਿੰਗ ਦਿੱਤੀ ਸੀ, ਮਤਲਬ ਉਹਦੀ ਹਥਿਆਰ ਚਲਾਉਣ ਦੀ। ਤੇ 1556 ਚ ਅਕਬਰ ਜਿਹੜਾ ਸੀ ਮਸਾਂ 14 ਸਾਲਾਂ ਦਾ ਹੋਊਗਾ, ਸਿਰਫ 14 ਸਾਲਾਂ ਦਾ, 14 ਸਾਲਾਂ ਦਾ ਸੀ। ਤੇ 14 ਸਾਲਾਂ ਦੇ ਬੱਚੇ ਨੂੰ ਪਤਾ ਲੱਗਿਆ ਕਿ ਅਚਾਨਕ ਦਿੱਲੀ 'ਚ ਤੇਰੇ ਫਾਦਰ ਸਾਹਿਬ ਦੀ ਜਿਹੜੀ ਪਲੇਸ ਆ ਉਹ ਖਾਲੀ ਹੋ ਗਈ ਆ, ਵੈਕਿਊਮ ਆ ਗਿਆ ਉਹਦੇ 'ਚ। ਹੁਣ ਉਹ 15 ਸਾਲਾਂ 'ਚ ਉਹਦੀ ਪਲੇਸ ਜਿਹੜੀ ਵੈਕਿਊਮ ਹੋਈ ਸੀ, ਉਹਦੇ ਵਾਸਤੇ ਅਚਾਨਕ ਤੁਹਾਨੂੰ ਲੱਗਦਾ ਕਿ ਕੋਈ ਦੁਸ਼ਮਣ ਆ ਸਕਦਾ ਹੋਊਗਾ? ਬਿਲਕੁਲ ਆਉਣਗੇ। 15 ਸਾਲ ਜਿੱਥੇ ਵੈਕਿਊਮ ਰਿਹਾ ਹੋਊਗਾ 1540 ਤੋਂ 55 ਤੱਕ, ਛੋਟੇ ਮੋਟੇ ਗਵਰਨਰ ਨੇੜੇ ਤੇੜੇ ਦੇ ਕਿੰਨੇ ਗਵਰਨਰ ਹੋਣਗੇ ਜਿਨ੍ਹਾਂ ਨੂੰ ਲੱਗਦਾ ਹੋਊਗਾ ਕਿ ਦਿੱਲੀ ਫੇਰ ਮੁਗਲਾਂ ਦੇ ਹੱਥੋਂ ਖਿਸਕ ਗਈ ਆ ਤੇ ਜਾ ਕੇ ਦਾਅ ਲਾ ਲਈਏ, ਤਾਂ ਕੋਈ ਨਾ ਕੋਈ ਬੰਗਾਲ, ਯੂਪੀ ਦਾ ਗਵਰਨਰ ਲਾਲਚ ਕਰੂਗਾ ਹੀ। ਤਾਂ ਉਹ ਆ ਕੇ ਜਦੋਂ ਕਬਜ਼ਾ ਕਰਨ ਦੀ ਕੋਸ਼ਿਸ਼ ਕਰੂਗਾ, ਉਹਨੇ ਚਿਰ 'ਚ ਮੁਗਲ ਆਪਣੇ ਆਪ ਸੰਭਲ ਲੈਣਗੇ ਤੇ ਜਲਦੀ ਜਲਦੀ ਕਲਾਨੌਰ ਬੈਠੇ ਅਕਬਰ ਦੀ ਤਾਜਪੋਸ਼ੀ ਕਰ ਦਿੱਤੀ ਜਾਊਗੀ, ਠੀਕ ਆ। ਮਤਲਬ ਉਹਨੂੰ ਐਂਪਰਰ ਡਿਕਲੇਅਰ ਕਰ ਦਿੱਤਾ ਜਾਊਗਾ। ਬਹਿਰਾਮ ਖਾਨ ਤਿਲਕ ਲਾਊਗਾ ਤੇ ਐਂਪਰਰ ਡਿਕਲੇਅਰ ਹੋਊਗਾ, ਤਿਲਕ ਜਾਂ ਜੋ ਵੀ ਕਰਦੇ ਹੋਣਗੇ ਉਹਨਾਂ ਦੇ ਹਿਸਾਬ ਨਾਲ। ਫਿਰ ਉਹਨੂੰ ਨਾਲ ਦੀ ਨਾਲ ਦਿੱਲੀ ਲਿਜਾਇਆ ਜਾਊਗਾ। ਉਹਨੇ ਚਿਰ 'ਚ ਇੱਕ ਲੋਕਲ ਜਿਹਾ ਗਵਰਨਰ, ਠੀਕ ਆ, ਹੇਮੂ, ਹਮਲਾ ਕਰ ਦੂਗਾ ਤੇ ਉਸੇ ਹਮਲੇ ਦਾ ਜਵਾਬ ਕੌਣ ਦਊਗਾ ਭਲਾ? ਫਿਰ ਹੁਣ ਮੁਗਲ ਅੰਪਾਇਰ। ਤੇ ਇਸੇ 'ਚੋਂ ਨਿਕਲ ਕੇ ਆਊਗੀ ਕਿਹੜੀ ਲੜਾਈ ਭਲਾ? ਪਾਣੀਪਤ ਦੀ ਦੂਸਰੀ ਲੜਾਈ, ਜਿਹੜੀ ਇੱਕ ਪਾਸੇ ਹੇਮੂ ਆ ਤੇ ਦੂਜੇ ਪਾਸੇ ਕੌਣ ਆ? ਅਕਬਰ। ਛੋਟਾ ਏ ਇਸ ਕਰਕੇ ਬਹਿਰੇਮ ਖਾਨ ਵੀ ਕਹਿ ਸਕਦੇ ਹੋ। ਇਹ ਉਹੀ ਬਹਿਰੇਮ ਖਾਨ ਆ ਜਿਹਦੇ ਮੁੰਡੇ ਦਾ ਨਾਮ ਕੀ ਆ? ਅਬਦੁਰ ਰਹੀਮ ਖਾਨ ਏ ਖਾਨਾ, ਜਿਹੜਾ ਕਿ ਅੱਗੇ ਜਾ ਕੇ ਤੁਝਕੇ ਬਾਬਰੀ ਨੂੰ ਟਰਾਂਸਲੇਟ ਵੀ ਕਰੂਗਾ। ਆਹ ਕਹਾਣੀ ਸਮਝ ਆ ਗਈ, ਠੀਕ ਆ। ਸੋ ਇਸੇ ਤੋਂ ਅੱਗੇ ਆ ਅਕਬਰ ਦਾ ਜਿਹੜਾ ਹਮਾਯੂ ਦਾ ਟੌਂਬ ਆ, ਠੀਕ ਆ, ਜਿਹਨੂੰ ਕਿ ਇਹਦੇ ਮਰਨ ਤੋਂ ਬਾਅਦ ਇਹਦੀ ਭੈਣ ਗੁਲਬਦਨ ਬੇਗਮ ਨੇ ਬਣਵਾਇਆ ਸੀਗਾ। ਸੌਰੀ, ਇਹ ਹਮਾਯੂ ਦੀ ਜਿਹੜੀ ਕਿਤਾਬ ਸੀ ਹਮਾਯੂਨਾਮਾ, ਇਹ ਉਹਨੇ ਲਿਖੀ ਆ, ਠੀਕ ਆ। ਹਮਾਯੂ ਨੇ ਦਿੱਲੀ ਦੇ ਵਿੱਚ ਇੱਕ ਸ਼ਹਿਰ ਵਸਾਇਆ ਸੀਗਾ ਜਿਹਦਾ ਨਾਮ ਸੀ ਦੀਨ ਪਨਾਹ, ਠੀਕ ਆ। ਦੀਨ ਪਨਾਹ ਉਸ ਸ਼ਹਿਰ ਦਾ ਨਾਮ ਸੀ। ਮੈਂ ਅੱਗੇ ਜਾ ਕੇ ਇੱਕ ਸਟੋਰੀ ਸਮਝਾਈ ਆ, ਠੀਕ ਆ। ਜਦੋਂ ਤੁਸੀਂ ਨਾ ਮੇਰੇ ਪੁਰਾਣੇ ਲੈਕਚਰ ਸੁਣੋਗੇ ਦਿੱਲੀ ਸਲਤਨਤ ਦੇ, ਤਾਂ ਦਿੱਲੀ ਸਲਤਨਤ ਦਾ ਇੱਕ ਲਾਸਟ ਲੈਕਚਰ ਆ, ਉਹਦੇ 'ਚ ਮੈਂ ਇੱਕ ਗੱਲ ਦੱਸੀ ਆ ਕਿ ਦਿੱਲੀ 'ਚ 7 ਸ਼ਹਿਰ ਵਸੇ ਆ। 8ਵਾਂ ਸ਼ਹਿਰ ਦਿੱਲੀ 'ਚ ਨਿਊ ਦਿੱਲੀ ਆ। ਉਸ ਤੋਂ ਪਹਿਲਾਂ ਦਿੱਲੀ 'ਚ 7 ਸ਼ਹਿਰ ਬਣੇ ਆ। 7 ਸ਼ਹਿਰ ਕਿੱਥੋਂ ਤੋਂ ਲੈ ਕੇ ਕਿੱਥੋਂ ਤੱਕ ਬਣੇ ਆ? ਪ੍ਰਿਥਵੀ ਰਾਜ ਚੌਹਾਨ ਦੇ ਅਰਾਊਂਡ ਤੋਂ ਸ਼ੁਰੂ ਕਰ ਲਓ ਤੇ ਆਪਣੇ ਹਮਾਯੂ ਤੋਂ ਬਾਅਦ ਸ਼ਾਹਜਹਾਨ ਆਊਗਾ, ਉੱਥੋਂ ਤੱਕ ਦਿੱਲੀ 'ਚ 7 ਸ਼ਹਿਰ ਛੋਟੇ ਛੋਟੇ ਬਣੇ ਆ। ਉਹਨਾਂ 7 ਸ਼ਹਿਰਾਂ ਨੂੰ ਜਦੋਂ ਕੰਟੀਨਿਊਸਲੀ ਦੇਖਦੇ ਆ ਨਾ, ਲਗਾਤਾਰ ਦੇਖਦੇ ਆ, ਫਿਰ ਉਹਨੂੰ ਕਿਹਾ ਜਾਂਦਾ ਹੈ ਪੁਰਾਣੀ ਦਿੱਲੀ। ਪੁਰਾਣੀ ਦਿੱਲੀ ਕੋਈ ਇੱਕ ਸ਼ਹਿਰ ਨਹੀਂਗਾ। ਸੀਰੀ, ਦੀਨਪਨਾ, ਸ਼ੇਰਗੜ੍ਹ, ਇਹੋ ਜਿਹੇ ਕਈ ਸ਼ਹਿਰ ਨੇ। ਸ਼ੇਰਗੜ੍ਹ ਕੌਣ ਬਣਾਊਗਾ? ਸ਼ੇਰਸ਼ਾਹ ਸੂਰੀ, ਠੀਕ ਆ। ਸ਼ਾਹਜਹਾਨਾਬਾਦ ਕੌਣ ਬਣਾਊਗਾ? ਜਿਹ 'ਚ ਲਾਲ ਕਿਲਾ ਵਗੈਰਾ ਹੈ? ਸ਼ਾਹਜਹਾਨ, ਠੀਕ ਆ। ਦੀਨਪਨਾ ਸ਼ਹਿਰ ਕਿੰਨੇ ਬਣਾਇਆ? ਹਮਾਯੂ ਨੇ। ਸੋ ਇਹ ਛੋਟੇ ਛੋਟੇ ਸ਼ਹਿਰ ਮਿਲ ਕੇ ਪੁਰਾਣੀ ਦਿੱਲੀ ਬਣਨਗੇ। ਫਿਰ 1912 ਚ ਇਹਦੇ ਨਾਲ ਇੱਕ ਨਵੀਂ ਦਿੱਲੀ ਐਡ ਹੋ ਜੂਗੀ ਤੇ ਓਵਰਆਲ ਇਹ ਦਿੱਲੀ ਬਣ ਜੂਗੀ। ਆ ਮੇਰੀ ਗੱਲ ਸਮਝ ਗਏ? ਤਾਂ ਇੱਕ ਦੀਨਪਨਾ ਸ਼ਹਿਰ, ਇਹ ਸ਼ਹਿਰ ਐਵੇਂ ਨਹੀਂ ਸੀ ਬਸ ਇਹ ਅਰਬਨ ਸਟੇਟ ਜਾਂ ਥੋੜਾ ਜਿਹਾ ਵੱਡਾ ਏਰੀਆ ਹੋ ਸਕਦਾ ਉਹ, ਜਿਹਦੀ ਕਿਲੇਬੰਦੀ ਕੀਤੀ ਹੋਊਗੀ ਤਾਂ ਕਿ ਉਹ ਸੁਰੱਖਿਅਤ ਰਹਿ ਸਕੇ। ਹਰ ਇੱਕ ਰਾਜੇ ਨੇ ਆਪਣੇ ਆਪਣੇ ਵਾਸਤੇ ਛੋਟੇ ਛੋਟੇ ਸ਼ਹਿਰ ਉੱਥੇ ਡਿਵੈਲਪ ਕਰਾਏ ਸੀ। ਉਹੀ ਸ਼ਹਿਰ ਅੱਗੇ ਜਾ ਕੇ ਕੀ ਬਣ ਜਾਂਦੇ ਆ? ਫਿਰ ਪੁਰਾਣੀ ਦਿੱਲੀ ਦਾ ਰੂਪ ਲੈ ਲੈਂਦੇ ਆ, ਠੀਕ ਆ। ਇਹਦੀ ਵਾਈਫ ਨੇ ਹਮਾਯੂਨਾਮਾ, ਇਹਨੇ ਆਪਣੀ ਬਾਇਓਗ੍ਰਾਫੀ ਆਪ ਨੇ ਲਿਖੀ। ਇਹਦੀ ਆਟੋਬਾਇਓਗ੍ਰਾਫੀ ਨਹੀਂ, ਇਹਦੀ ਬਾਇਓਗ੍ਰਾਫੀ ਆ। ਤਾਂ 2 ਮੌਸਕਿਊਜ਼ ਬਣਾਈਆਂ ਸੀ ਦਿੱਲੀ 'ਚ, ਈਸਾ ਖਾਨ ਤੇ ਇੱਕ ਜ਼ਮਾਲੀ ਮੌਸਕਿਊ। ਸੋ ਇਹ ਚੀਜ਼ਾਂ ਛੋਟੀਆਂ ਮੋਟੀਆਂ ਨੇ, ਪੇਪਰ 'ਚ ਆ ਸਕਦੀਆਂ। ਆ ਹਮਾਯੂ ਦਾ ਮਕਬਰਾ ਹੈ। ਹਮਾਯੂ ਦੇ ਮਕਬਰੇ ਨੂੰ ਸਮਝੋ ਕਿ ਇਹਦਾ ਜਿਹੜਾ ਮਕਬਰਾ ਸੀ ਨਾ,
ਇਹਦੇ 'ਚ ਜਿਹੜਾ ਡੋਮ ਸ਼ੇਪ ਆ ਗਈ, ਠੀਕ ਆ, ਇਹਦੇ ਅੰਦਰ ਆਹ ਦੋ ਚੀਜ਼ਾਂ ਸੀਗੀਆਂ, ਇੱਥੋਂ ਤੱਕ ਡੋਮ ਅੱਡ ਬਣਾਇਆ ਗਿਆ ਸੀ, ਇੱਥੋਂ ਤੱਕ ਡੋਮ ਅੱਡ ਬਣਾਇਆ ਸੀ, ਦੋ ਡੋਮ ਯੂਜ਼ ਹੋਏ ਆ। ਕਹਿੰਦੇ ਜਿਹੜਾ ਇਹ ਕਨਸੈਪਟ ਸੀ ਨਾ ਡੋਮ ਦੇ ਯੂਜ਼ ਕਰਨ ਵਾਲਾ, ਕਿ ਇਸ ਤਰੀਕੇ ਨਾਲ ਇੱਕ ਆਹ ਚੀਜ਼ ਸੀਗੀ, ਫਿਰ ਆਹ ਚੀਜ਼ ਬਣੀ ਸੀ ਇਹਦੇ ਮਕਬਰੇ ਤੇ, ਠੀਕ ਆ। ਇਹਦੇ 'ਚ ਨਾ ਦੋ ਐਡੀਸ਼ਨ, ਥੱਲੇ ਵਾਲਾ ਡੋਮ ਉਹਨਾਂ ਵੱਡਾ ਨਹੀਂ ਸੀਗਾ, ਜਸਟ ਇੱਕ ਕਰਵ ਦਿੱਤੀ ਗਈ ਸੀ, ਉਹਦੇ ਉੱਪਰ ਇੱਕ ਵੱਡਾ ਡੋਮ ਬਣਾਇਆ ਗਿਆ ਸੀ। ਅਸਲ 'ਚ ਇਹੀ ਚੀਜ਼ ਅੱਗੇ ਜਾ ਕੇ ਤਾਜ ਮਹਿਲ 'ਚ ਆ ਜਾਊਗੀ। ਤਾਜ ਮਹਿਲ ਐਵੇਂ ਬਣੂਗਾ ਨਾ, ਆਪਣੇ ਕੋਲ ਆਹ ਚੀਜ਼ ਬਣੂਗੀ ਤਾਜ ਮਹਿਲ 'ਚ, ਆਹ ਚੀਜ਼, ਠੀਕ ਆ। ਇਹ ਬਿਸ ਐਗਜ਼ੈਕਟਲੀ ਇਹ ਬਣਦਾ ਐਗਜ਼ੈਕਟਲੀ ਡਬਲ ਡੋਮ, ਦੋ ਗੁੰਬਦ ਦੀ ਜਿਹੜੀ ਬਿਲਡਿੰਗ ਆ। ਹਾਂ, ਉਹਦਾ ਇੱਕ ਭੁਲੇਖਾ ਜਾਂ ਕਿਹਦੇ 'ਚ ਦੇਖਣ ਨੂੰ ਮਿਲੂਗਾ ਤੁਹਾਨੂੰ, ਇਹਦੇ 'ਚ, ਠੀਕ ਆ, ਆਪਣਾ ਹਮਾਯੂ ਦੇ ਮਕਬਰੇ 'ਚ। ਸੋ ਹਮਾਯੂ ਦੇ ਮਕਬਰੇ ਨੂੰ ਆਪਾਂ ਕਹਿ ਸਕਦੇ ਹਾਂ ਕਿ ਤਾਜ ਮਹਿਲ ਦੇ ਬਣਨ ਤੋਂ ਪਹਿਲਾਂ ਉਹਦਾ ਇੱਕ ਨਮੂਨਾ ਇਹਦੇ 'ਚ ਦਿਖ ਗਿਆ ਸੀ ਕਿ ਜਿਵੇਂ ਦਾ ਆਪਣਾ ਹਮਾਯੂ ਦਾ ਮਕਬਰਾ ਹੈ ਨਾ, ਉਵੇਂ ਦਾ ਹੀ ਅੱਗੇ ਜਾ ਕੇ ਕੀ ਬਣੂਗਾ ਭਲਾ, ਇਵੇਂ ਦੀ ਇੱਕ ਪੂਰੀ ਗੋਲ ਸ਼ੇਪ ਦੀ ਬਿਲਡਿੰਗ, ਗੋਲ ਗੁੰਬਦ ਵਾਲੀ ਬਿਲਡਿੰਗ ਜਿਹੜੀ ਪਹਿਲਾਂ ਬਣੀ ਆ, ਉਹ ਕਿਹੜੀ ਹੈ ਭਲਾ, ਹਮਾਯੂ ਦਾ ਮਕਬਰਾ। ਇਸੇ ਕਰਕੇ ਲੋਕ ਅਕਸਰ ਕਹਿ ਦਿੰਦੇ ਆ ਕਿ ਹਮਾਯੂ ਦਾ ਮਕਬਰਾ ਤਾਜ ਮਹਿਲ ਦੇ ਇੱਕ ਨਮੂਨੇ ਵਜੋਂ ਜਾਣਿਆ ਜਾਂਦਾ ਹੈ। ਹਮਾਯੂ ਟੌਂਬ ਇਜ਼ ਪ੍ਰੋਟੋਟਾਈਪ ਆਫ ਤਾਜ ਮਹਿਲ, ਕਿ ਉਹ ਤਾਜ ਮਹਿਲ ਦਾ ਇੱਕ ਪ੍ਰੋਟੋਟਾਈਪ ਆ, ਇੱਕ ਨਮੂਨਾ ਭਰਾ। ਆ ਗੱਲ ਸਮਝ ਆ ਗਈ। ਸੋ ਇਸ ਤਰੀਕੇ ਨਾਲ ਸਾਨੂੰ ਇਹ ਸਾਰੀ ਕਹਾਣੀ ਜਿਹੜੀ ਆ ਪਤਾ ਹੋਣੀ ਚਾਹੀਦੀ ਹੈ। ਹੁਣ ਹਮਾਯੂ ਦੀ ਮੌਤ ਹੋ ਗਈ, ਹਮਾਯੂ ਤੋਂ ਬਾਅਦ ਸਾਨੂੰ ਪੜ੍ਹਨਾ ਚਾਹੀਦਾ ਹੈ ਕੌਣ ਭਲਾ, ਇੱਕ ਸ਼ੇਰਸ਼ਾਹ ਸੂਰੀ ਤੇ ਇੱਕ ਕੌਣ, ਅਕਬਰ। ਸ਼ੇਰਸ਼ਾਹ ਸੂਰੀ ਤੇ ਅਕਬਰ ਨੂੰ ਪੜ੍ਹਨ ਲੱਗੇ ਵਾਕਈ ਮੰਨਦੇ ਆਪਾਂ ਕਿ એનર્ਜੀ ਬਹੁਤ ਵੇਸਟ ਹੋਊਗੀ, ਵੇਸਟ ਤਾਂ ਨਹੀਂ ਕਹਿ ਸਕਦੇ, એનર્ਜੀ ਬਹੁਤ ਲੱਗੂਗੀ, ਕਿਉਂਕਿ ਇਹਨਾਂ ਨੂੰ ਪੜ੍ਹਨ ਦਾ ਮਤਲਬ ਇਹਨਾਂ ਰਾਜਿਆਂ ਰੂਜਿਆਂ ਨੂੰ ਪੜ੍ਹਨਾ ਨਹੀਂ ਕਿ ਔਖਾ, ਕੋਈ ਲੜਾਈ ਲੜੂਈ ਨਹੀਂ ਪੜ੍ਹਨੀ ਇਹਨਾਂ ਨੇ, ਮੈਨੂੰ ਲੱਗਦਾ ਕੋਈ ਲੜਾਈ ਚੱਜ ਦੀ ਕਰੀ ਹੋਈ ਨਹੀਂ। ਇਹਨਾਂ ਵਾਸਤੇ ਪੜ੍ਹਿਆ ਜਾਊਗਾ ਇਹਨਾਂ ਦਾ ਰੈਵਨਿਊ ਸਿਸਟਮ, ਠੀਕ ਆ, ਮਨਸਬਦਾਰੀ ਸਿਸਟਮ, ਫਲਾਣਾ ਸਿਸਟਮ। ਇਹਨਾਂ ਨੇ ਜਿਹੜੇ ਸਿਸਟਮ ਚਲਾਏ ਆ ਨਾ, ਬਿਸਵੇ ਬੁਸਵੇ ਚਲਾਏ ਆ, ਉਹ ਅੱਜ ਤੱਕ ਸਾਡੇ ਜ਼ਮੀਨਾਂ ਮਾਪਣ ਦੇ ਉਹੀ ਤਰੀਕੇ ਆ। ਸੋ ਇਹਨਾਂ ਦੇ ਸਮੇਂ ਜਿਹੜੀ ਐਡਵਾਂਸਮੈਂਟ ਹੋਈ ਆ ਨਾ, ਉਹਨੂੰ ਇੰਨਾ ਕੁ ਜ਼ਿਆਦਾ PPSC ਪੁੱਛਦੀ ਆ ਜਾਂ ਛੋਟੇ ਮੋਟੇ ਪੇਪਰਾਂ ਵਾਲੇ ਪੁੱਛਦੇ ਆ। ਪਹਿਲਾਂ ਨਹੀਂ ਸੀ ਪੁੱਛਦੇ ਛੋਟੇ ਮੋਟੇ ਪੇਪਰਾਂ ਵਾਲੇ, ਉਹ ਪੁੱਛਣ ਲੱਗ ਪਏ ਆ। ਹਾਂ, ਜਿੰਨਾਂ ਵਿੱਚੋਂ ਕਲਚਰ ਦੇ ਕੰਟੈਂਟ ਦੀ ਡੈਪਥ ਆ ਕਿ ਆ ਡਬਲ ਡੋਮ ਕੀ ਹੁੰਦਾ ਹੈ, ਫਲਾਣਾ ਕੀ ਆ, ਦਿਸ ਇਜ਼ ਅ ਪਾਰਟ ਆਫ ਕਲਚਰ। ਇਹੀ ਉਹ ਕਲਚਰ ਆ ਜਿਹੜਾ ਮੇਨਸ ਦੇ ਐਂਗਲ ਤੋਂ ਕਵਰ ਕੀਤਾ ਜਾਊਗਾ, ਠੀਕ ਆ। ਉਹ ਇਸ ਕਲਾਸ ਨਹੀਂ, ਉਹ ਮੇਨਸ ਦੇ ਐਂਗਲ ਤੋਂ ਕਵਰ ਕੀਤਾ ਜਾਊਗਾ। ਹਾਂ, ਉੱਚੋਂ ਸਵਾਲ ਜਿਹੜੇ ਆਬਜੈਕਟਿਵ ਬਣ ਜਾਣਗੇ ਉਹਨਾਂ ਦੀ ਕਿਸਮਤ ਆ, ਠੀਕ ਆ। ਤਾਂ ਇੱਥੇ ਤਾਂ ਆਪਾਂ ਇੱਕ ਡਾਇਰੈਕਸ਼ਨ 'ਚ ਪੜ੍ਹ ਰਹੇ ਆ, ਰਾਜੇ ਰਾਣੀਆਂ ਦੀਆਂ ਕਹਾਣੀਆਂ, ਉਹਨੂੰ ਪੜ੍ਹਦੇ ਹੋਏ ਸਾਨੂੰ ਇੱਕ ਸਮਝ ਪੈਦਾ ਹੋ ਰਹੀ ਹੈ ਕਿ ਅੱਛਾ ਮੈਡੀਵਲ ਹਿਸਟਰੀ 'ਚ ਬਸ ਆ ਹੀ ਆ, ਠੀਕ ਆ। ਸੋ ਇਹਨੂੰ ਆਪਾਂ ਬੜੀ ਵਧੀਆ ਤਰੀਕੇ ਨਾਲ ਕਵਰ ਕੀਤਾ ਜਾ ਸਕਦਾ ਹੈ। ਚੰਗੀ ਮੈਡੀਵਲ ਹਿਸਟਰੀ ਕਵਰ ਕਰਨੀ ਆ ਤਾਂ ਮੇਰੀ ਇੱਕ ਨੇਕ ਸਲਾਹ ਹੈ, ਇਹਦੇ ਨਾਲ ਤੁਸੀਂ ਘਟਨਾ ਚੱਕਰ ਦੀ ਕਿਤਾਬ ਜਿਹੜੀ ਆ, ਹਿਸਟਰੀ ਵਾਲੀ ਕਿਤਾਬ, ਉਹਦੇ ਚੋਂ ਮੈਡੀਵਲ ਹਿਸਟਰੀ ਪੜ੍ਹ ਸਕਦੇ ਹੋ। ਹੁਣ ਤੁਹਾਡੇ ਚੋਂ ਕਈ ਕਹਿਣਗੇ ਕਿ ਦ੍ਰਿਸ਼ਟੀ IAS ਦੀ ਕਿਤਾਬ ਚੋਂ MCQs ਕਿਉਂ ਨਾ ਕਰੀਏ, ਕਿਉਂਕਿ ਉਹਦੇ 'ਚ ਮੈਡੀਵਲ ਹਿਸਟਰੀ ਨਹੀਂ ਦਿੱਤੀ, ਉਹਦੇ 'ਚ ਦਿੱਤਾ ਹੈ ਆਰਟ ਐਂਡ ਕਲਚਰ। ਉਹ ਸਿਰਫ ਉਹੀ ਪੜ੍ਹ ਸਕਣਗੇ ਜਿਹੜੇ ਮਤਲਬ ਕਿ ਮੇਨਸ ਦੇ ਐਂਗਲ ਤੋਂ ਇਹਨੂੰ ਤਿਆਰ ਕਰਨਗੇ, ਉਹ ਵਾਲੇ ਆਬਜੈਕਟਿਵ ਕੁਐਸਚਨਸ ਉਹੀ ਹੱਲ ਕਰ ਸਕਣਗੇ। ਹਾਂ, ਘਟਨਾ ਚੱਕਰ ਫੁੱਲ ਫਲੈਜ ਕਵਰ ਹੋਊਗੀ ਇਹਦੇ ਨਾਲ। ਕਿਸੇ ਨੂੰ ਕੋਈ ਡਾਊਟ ਇਹਦੇ 'ਚ, ਕਲੀਅਰ ਹੈ ਕਨਸੈਪਟ? ਅੱਜ ਵਾਸਤੇ ਇੰਨਾ ਹੀ ਬਹੁਤ।